शेरे पंजाब 600 AM ਤੇ ਨਿੱਘਾ ਹਾਰਦਿਕ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ ਸ਼ੋਅ ਲੈ ਕੇ ਤੁਹਾਡੀ ਸੇਵਾ 'ਚ ਹਾਜ਼ਰ ਹਾਂ। 2 ਮਾਰਚ ਦਾ ਦਿਨ ਹੈ, ਵਰਾ 2021 ਦਾ ਮੰਗਲਵਾਰ ਹੈ। 19 ਫੱਗਣ ਨਾਨਕਸ਼ੇ ਸੰਮਤ 552। ਨਿੱਘਾ ਹਾਰਦਿਕ ਸਵਾਗਤ ਹੈ ਜੀ। ਕੀਲੇ ਤਾਂ ਵੱਧ ਕਹਤੇ ਪਰ ਨਖਰੇ ਵਾਲੀ ਗੱਲ ਠੀਕ ਹੈ। ਅੱਜ ਦੇ ਹਰਜੀਤ ਸਿੰਘ ਗਿੱਲ ਸ਼ੋਅ ਦੇ ਵਿੱਚ ਪਹਿਲੇ ਹਿੱਸੇ 'ਚ ਨਵਕਿਰਨ ਸਿੰਘ ਪੱਤੀ ਪੰਜਾਬ ਤੋਂ ਦੇਸ਼ ਪੰਜਾਬ ਦੇ ਝਰੋਖੇ 'ਚੋਂ ਗੱਲਬਾਤ ਕਰਨਗੇ। ਇਸ ਦੇ ਨਾਲ ਹੀ ਗੱਲਬਾਤ 15-20 ਮਿੰਟ ਮੈਂ ਤੇ ਸਰਮੀਤ ਸਿੰਘ ਕਰਾਂਗੇ ਨਵਕਿਰਨ ਸਿੰਘ ਪੱਤੀ ਤੋਂ। ਬਰੈਂਪਟਨ ਦੇ ਵਿੱਚ ਤਿਰੰਗਾ ਇੱਕ ਰੈਲੀ ਕੀਤੀ ਗਈ ਜਿਹਦਾ ਵਿਰੋਧ ਉੱਥੇ ਲੋਕਲ ਮੁੰਡਿਆਂ ਨੇ ਜਾਂ ਨੌਜਵਾਨਾਂ ਨੇ ਕੀਤਾ। ਉਹ 'ਚ ਸ਼ਬਦਾਵਲੀ ਬੜੀ ਮਾੜੀ ਵਰਤੀ ਗਈ। ਸੋ ਇਹ ਜਿਹੜਾ ਜੇ ਹੱਕ ਹਕੂਕ ਦੀ ਗੱਲ ਕਰਨੀ ਹੈ, ਜੇ ਹੱਕ ਦੇ ਥੱਲੇ ਰਹਿ ਕੇ ਇਹ ਕਹਿਣਾ ਕਿ ਇਸ ਦੇਸ਼ ਦੇ ਵਿੱਚ ਐਕਸਪ੍ਰੈਸ਼ਨ ਫਰੀਡਮ ਤੇ ਗੱਲਬਾਤ ਕਰਨ ਦਾ ਸਤਿਕਾਰ ਹੈ, ਫਿਰ ਸਤਿਕਾਰ ਸਾਰਿਆਂ ਨੂੰ ਦੇਣਾ ਪੈਣਾ। ਇਹ ਨਹੀਂ ਤੁਸੀਂ ਕਹਿ ਸਕਦੇ ਬਈ ਅਸੀਂ ਆਪਣੀ ਮਰਜ਼ੀ ਕਰਨੀ ਹੈ, ਦੂਜਾ ਬੰਦਾ ਨਾ ਬੋਲ ਸਕੇ। ਇਸ 'ਤੇ ਅੱਜ ਥੋੜ੍ਹੀ ਜਿਹੀ ਗੱਲਬਾਤ ਹੋਣੀ ਚਾਹੀਦੀ ਹੈ ਕਿ ਕਮਿਊਨਿਟੀ ਦੇ ਵਿੱਚ ਸਾਡੇ ਖਿੱਚਤਾਣ ਨਹੀਂ ਹੋਣੀ ਚਾਹੀਦੀ। ਆਪਣਾ ਕੰਮ ਕਰੋ। ਖੁੱਲ੍ਹੀ ਗੱਲ ਕਰਨ ਦਾ ਇਹ ਦੇਸ਼ ਸਾਰਿਆਂ ਨੂੰ ਮਾਣ ਦਿੰਦਾ, ਇਉਂ ਨਹੀਂ ਵੀ ਇੱਕ ਗਰੁੱਪ ਨੂੰ ਦਿੰਦਾ। ਸੋ ਇਹ ਗੱਲਬਾਤ ਹੋਏਗੀ। ਦੂਸਰੇ ਹਿੱਸੇ ਦੇ ਵਿੱਚ 10:20 ਤੋਂ ਸ਼ਾਮਲ ਹੋਣਗੇ ਸਤਵੀਰ ਸਿੰਘ ਗਿੱਲ, ਸੈਟ ਗਿੱਲ ਹੋਣੀ। ਤੁਹਾਡੇ ਵਿੱਤੀ ਮਾਮਲਿਆਂ ਦੇ ਬਾਰੇ, ਬਿਜ਼ਨਸ ਦੇ ਬਾਰੇ ਅੱਜ ਖਾਸ ਗੱਲਬਾਤ ਕਰਨੀ ਹੈ। ਬਿਜ਼ਨਸ ਦੇ ਵਿੱਚ ਜਿਹੜਾ ਇਹ ਸਿਸਟਮ ਹੈ ਤੁਹਾਡਾ ਵਿੱਤੀ ਜਿਹੜਾ ਉਹਦਾ ਕਿਵੇਂ ਹੁੰਦਾ, ਫਾਈਨੈਂਸ ਦਾ ਕੰਮ ਜਿਹੜਾ ਹੈ ਬਿਜ਼ਨਸ ਦੇ ਵਿੱਚ ਉਹ ਕਿਵੇਂ ਸੂਤ ਕੀਤਾ ਜਾਂਦਾ। ਤੁਸੀਂ ਵੀ ਸਵਾਲ ਕਰ ਲਿਆ ਕਰੋ 604-204-0600 ਤੇ 6042040600 ਤੇ sherepunjabradio.ca ਤੇ ਸਿੱਧਾ ਪ੍ਰਸਾਰਣ ਚੱਲਦਾ ਹੈ। ਤੇ 600 AM ਸ਼ੇਰੇ ਪੰਜਾਬ ਰੇਡੀਓ ਫੇਸਬੁੱਕ ਤੇ 600 AM ਸ਼ੇਰੇ ਪੰਜਾਬ ਰੇਡੀਓ YouTube। 604-729-1224 WhatsApp ਤੇ ਟੈਕਸਟ ਲਈ ਤੁਹਾਨੂੰ ਨੰਬਰ ਆਪਣਾ ਮੇਰਾ ਦਿੱਤਾ ਹੋਇਆ। ਇਉਂ ਫੁਦਕਣ ਲੱਗਦੀ ਜਿੰਦ ਸਾਡੀ ਤੇਰੀ ਸ਼ੀਸ਼ ਮਹਿਲ ਮਸਕਾਨ ਉੱਤੇ, ਉੱਡੇ ਕਾਗ ਜਿਉਂ ਤੂਤਾਂ ਘੋਨਿਆਂ ਤੋਂ, ਚਿੜੀ ਜ਼ਾਤ ਖੇਡੇ ਸਾਗਬਾਨ ਉੱਤੇ, ਮੋਰ ਪੰਖ ਦਾ ਬੂਟੜਾ ਚੌਰ ਕਰੇ ਹਵਾ ਅਥਰੀ ਦੇ ਫਰਮਾਨ ਉੱਤੇ, ਜਾਂ ਕਿਸੇ ਸ਼ਿਕਾਰੀ ਦਸਤੇ ਨੇ ਬੋਸਾ ਰੱਖਿਆ ਤੀਰ ਕਮਾਨ ਉੱਤੇ, ਹੈ ਮਹਿਕ ਜਿਉਂ ਪੈਂਦਾ ਰੇਤੜ ਵੇ ਚੌਂ ਕਣੀਆਂ ਦੇ ਫਸਲਾਣ ਉੱਤੇ, ਜਾਂ ਨੀਹਾਂ ਉੱਗੜ ਜਾਂਦੀਆਂ ਜਿਉਂ ਘੂੰਗਟ ਦੇ ਸਰਕਾਨ ਉੱਤੇ, ਜਿਉਂ ਸਹੇ ਨੇ ਛਾਲ ਲਗਾ ਦਿੱਤੀ ਜੰਗਲ ਦੀ ਕਿਸੇ ਢਲਾਨ ਉੱਤੇ, ਜਾਂ ਬੂਟੀਆਂ ਪਾਉਂਦਾ ਖੂਨ ਕਿਵੇਂ ਇੱਕ ਯੋਧੇ ਦੀ ਕਿਰਪਾਨ ਉੱਤੇ, ਇਉਂ ਫੁਦਕਣ ਲੱਗਦੀ ਜਿੰਦ ਸਾਡੀ ਤੇਰੀ ਸੀਸ਼ ਮਹਿਲ ਮੁਸਕਾਨ ਉੱਤੇ, ਉੱਡੇ ਕਾਗ ਜਿਉਂ ਤੂਤਾਂ ਘੋਨਿਆਂ ਤੋਂ, ਚਿੜੀ ਜ਼ਾਤ ਖੇਡੇ ਸਾਗਵਾਨ ਉੱਤੇ। ਹਰਮਨਜੀਤ ਲਿਖਦਾ ਰਾਣੀ ਤੱਤ 'ਚ। ਨਵਕਿਰਨ ਸਿੰਘ ਪੱਤੀ ਜੀ ਸਵਾਗਤ, ਸਤਿ ਸ੍ਰੀ ਅਕਾਲ। ਸ਼ੁਕਰੀਆ ਗਿੱਲ ਸਾਹਿਬ, ਸਭ ਤੋਂ ਪਹਿਲਾਂ ਤੁਹਾਨੂੰ ਤੇ ਰੇਡੀਓ ਸ਼ੇਰੇ ਪੰਜਾਬ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਗਿੱਲ ਸਾਹਿਬ। ਧੰਨਵਾਦ ਤੁਹਾਡਾ। ਥੋੜਾ ਜਿਹਾ ਗੱਲ ਤੁਸੀਂ ਕਹਿਣਾ ਢਿੱਲਾ, ਕੋਈ ਗੱਲ ਨਹੀਂ, ਆਰਾਮ ਨਾਲ ਆਪਾਂ ਗੱਲਬਾਤ ਕਰ ਲੈਣੀ ਆ। ਅੱਛਾ ਇਉਂ ਦੱਸਿਓ, ਵਿਧਾਨ ਸਭਾ 'ਚ ਮਾਝੇ ਵਾਲੇ ਦੋ ਕਹਿੰਦੇ ਮਿਹਣੋ ਮਿਹਣੀ ਹੋ ਗਏ, ਮਜੀਠੀਆ ਤੇ ਹਰਮਿੰਦਰ ਗਿੱਲ, ਕੀ ਗੱਲ ਹੋਈ ਹੈ? ਜੀ ਗਿੱਲ ਸਾਹਿਬ, ਪੰਜਾਬ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਚੱਲ ਰਿਹਾ ਇਸ ਵਾਰ ਕਾਫੀ ਚਰਚਾ ਜਿਹੜੀ ਇਹ ਸੈਸ਼ਨ ਦੀ ਹੈਗੀ ਕਿਉਂਕਿ ਇਹਦਾ ਕਾਰਨ ਇਹ ਵੀ ਹੈ ਵੀ ਇਹ ਆਖਰੀ ਬਜਟ ਸੈਸ਼ਨ ਹੈ। ਅਗਲੀ ਵਾਰ ਤਾਂ 2022 ਦੀਆਂ ਚੋਣਾਂ ਹੋਣੀਆਂ ਨੇ ਔਰ ਪੰਜਾਬ ਵਿਧਾਨ ਸਭਾ ਦਾ ਜਿਹੜਾ ਇਹ ਆਖਰੀ ਬਜਟ ਸੈਸ਼ਨ ਹੈ ਉਹਦੇ 'ਚ ਚੋਣਾਂ ਦੀ ਝਲਕ ਦਿੰਦੀ ਆ। ਜਿੱਥੇ ਸੱਤਾਧਾਰੀ ਧਿਰ ਆਪਣੀਆਂ ਪ੍ਰਾਪਤੀਆਂ ਗਣਾਉਣ ਦੇ ਉੱਤੇ ਲੱਗੀ ਹੋਈ ਆ, ਉੱਥੇ ਵਿਰੋਧੀ ਧਿਰਾਂ ਵੀ ਮਿਹਣੋ ਮਿਹਣੀ ਹੋ ਕੇ ਆਪਣੇ ਵਾਲੇ ਪਾਸੇ ਨੂੰ ਲੋਕਾਂ ਦਾ ਧਿਆਨ ਖਿੱਚਣ ਤੇ ਲੱਗੀਆਂ ਹੋਈਆਂ ਨੇ। ਅੱਜ ਪੱਟੀ ਤੋਂ MLA ਹਰਮਿੰਦਰ ਸਿੰਘ ਗਿੱਲ ਤੇ ਬਿਕਰਮਜੀਤ ਸਿੰਘ ਮਜੀਠੀਆ ਵਿਚਾਲੇ ਕਾਫੀ ਤੂੰ ਮੈਂ ਹੋਈ। ਗਿੱਲ ਸਾਹਿਬ, ਪੂਰੀ ਗੱਲ ਸੁਣ ਕੇ ਲੱਗਦਾ ਕਿ ਘੱਟ ਦੋਨਾਂ ਚੋਂ ਕੋਈ ਵੀ ਨਹੀਂ। ਦਰਅਸਲ ਸਾਕਾ ਨਨਕਾਣਾ ਸਾਹਿਬ ਦੀ ਗੱਲ ਚੱਲਦੀ ਸੀ। ਸਾਕਾ ਨਨਕਾਣਾ ਸਾਹਿਬ 100ਵਾਂ ਵਰ੍ਹੇਗੰਢ ਜਿਹੜੀ ਉਹਦੀ ਉਹ ਇਸ ਵਕਤ ਹੈਗੀ 20 ਫਰਵਰੀ 1921 ਨੂੰ ਗੁਰਦੁਆਰਾ ਨਨਕਾਣਾ ਸਾਹਿਬ ਦੇ ਵਿੱਚ 260 ਦੇ ਲਗਭਗ ਸਿੱਖਾਂ ਦੀ ਸ਼ਹਾਦਤ ਹੋਈ ਸੀਗੀ। ਲੇਕਿਨ ਉਸ ਵਿਸ਼ੇ ਨੂੰ ਲੈ ਕੇ ਗੱਲਬਾਤ ਜਿਹੜੀ ਚੱਲ ਰਹੀ ਸੀ ਤਾਂ ਬਿਕਰਮਜੀਤ ਮਜੀਠੀਆ ਨੇ ਗੱਲ ਕਹਿਤੀ। ਉਹ ਕਹਿੰਦਾ ਸਾਕਾ ਨਨਕਾਣਾ ਸਾਹਿਬ ਦੇ ਕਤਲੇਆਮ ਦੌਰਾਨ
ਸੁੰਦਰ ਸਿੰਘ ਮਜੀਠੀਆ ਜਿਹੜਾ ਵਿਕਰਮਜੀਤ ਮਜੀਠੀਆ ਕੇ ਪੁਰਖਿਆਂ ਚੋਂ ਹੈ, MLA ਹਰਮਿੰਦਰ ਗਿੱਲ ਕਹਿੰਦਾ ਕਿ ਉਹਦੇ ਵੱਲੋਂ ਮਹੰਤ ਨਾਰਾਇਣ ਦਾਸ ਨੂੰ ਹਮਾਇਤ ਦਿੱਤੀ ਗਈ ਸੀ। ਇਦੋਂ ਬਾਅਦ ਵਿਕਰਮਜੀਤ ਮਜੀਠੀਆ ਭੱਜ ਗਿਆ। ਮਜੀਠੀਆ ਨੇ ਗਿੱਲ ਦੇ ਉੱਤੇ ਇਲਜ਼ਾਮ ਲਾਏ। ਉਹ ਕਹਿੰਦਾ ਪੁਲਿਸ ਅਫਸਰ ਅਜੀਤ ਸਿੰਘ ਸੰਧੂ ਨਾਲ ਇਹਦੇ ਸੰਬੰਧ ਰਹੇ ਨੇ ਔਰ ਅਜੀਤ ਸਿੰਘ ਸੰਧੂ ਬਾਰੇ ਮਸ਼ਹੂਰ ਰਿਹਾ ਕਿ ਉਹਨੇ ਮਾਸੂਮ ਸਿੱਖਾਂ ਨੂੰ ਚੱਕ ਕੇ ਮਾਰਿਆ। ਤਾਂ ਦੋਨਾਂ ਦੇ ਵਿੱਚ ਇਸ ਵਿਸ਼ੇ ਦੇ ਉੱਤੇ ਲੈ ਕੇ ਕਾਫੀ ਜਿਹੜੀ ਉਹ ਤੂੰ ਮੈਂ ਹੁੰਦੀ ਰਹੀ ਔਰ ਗੱਲਾਂ ਗਿੱਲ ਸਾਹਿਬ ਮੈਨੂੰ ਲੱਗਦਾ ਦੋਨੇ ਹੀ ਸਹੀ ਕਿ ਜਦੋਂ ਸਾਕਾ ਨਨਕਾਣਾ ਸਾਹਿਬ ਹੋਇਆ ਤਾਂ ਉਦੋਂ ਜਿਹੜਾ ਮਜੀਠੀਆ ਪਰਿਵਾਰ ਸੀ ਇਹਨਾਂ ਦਾ ਕਿਸ ਤਰੀਕੇ ਦਾ ਰੋਲ ਰਿਹਾ ਉਹ ਸਾਰਿਆਂ ਨੂੰ ਪਤਾ ਹੈ। ਔਰ ਜਦੋਂ ਪੰਜਾਬ 'ਚ ਖਾਲਿਸਤਾਨੀ ਲਹਿਰ ਚੱਲ ਰਹੀ ਸੀ ਤਾਂ ਉਦੋਂ ਹਰਮਿੰਦਰ ਸਿੰਘ ਗਿੱਲ ਵਰਗਿਆਂ ਦਾ ਕੀ ਰੋਲ ਸੀ ਉਹ ਵੀ ਸਾਰਿਆਂ ਨੂੰ ਪਤਾ ਹੈ। ਸੋ ਇਹ ਚੀਜ਼ਾਂ ਜੇ ਖੁੱਲੀਆਂ ਨੇ ਅੱਜ ਪੰਜਾਬ ਵਿਧਾਨ ਸਭਾ 'ਚ ਦੋਨੇ ਮਿਹਣੋ ਮਿਹਣੀ ਹੋਏ ਨੇ, ਤੂੰ ਮੈਂ ਦੋਨਾਂ ਦੀ ਹੋਈ ਆ, ਤਾਂ ਮੈਨੂੰ ਲੱਗਦਾ ਕਿ ਸਾਰੀ ਦੁਨੀਆ ਨੇ, ਸਾਰੇ ਪੰਜਾਬੀਆਂ ਨੇ ਦੇਖਿਆ ਜੀ। ਅੱਛਾ, ਇਹੀ ਆਪਾਂ ਇਹਦੇ ਆਲੇ ਦੁਆਲੇ ਸਰਕਾਰ ਦੇ ਹੀ ਆਪਾਂ ਰਹੀਏ। ਇਹ ਦੱਸਿਓ ਕਿ ਜਿਹੜਾ DGP ਸੈਣੀ ਨੇ ਅਗਾਊਂ ਜ਼ਮਾਨਤ ਲੈ ਲਈ ਆ, ਪਰ ਫਰੀਦਕੋਟ ਦੀ ਜਿਹੜੀ ਅਦਾਲਤ ਨੇ ਕੀ ਕਹਿ ਦਿੱਤਾ ਹੈ ਕਿ ਅਗਾਊਂ ਜ਼ਮਾਨਤ ਦੇਣੀ ਨਹੀਂ ਹੈ। ਹੋ ਕੀ ਰਿਹਾ? ਹਾਈ ਕੋਰਟ ਦੇ ਰਿਹਾ, ਅਦਾਲਤ ਦੇ ਨਹੀਂ ਰਹੀ। ਜੀ ਗਿੱਲ ਸਾਹਿਬ, ਇਹ ਨਾ ਅਸਲ ਦੇ ਵਿੱਚ ਜਿਹੜੀ ਫਰੀਦਕੋਟ ਦੀ ਸੈਸ਼ਨ ਕੋਰਟ ਹੈ ਉਹਨੇ 3 ਕੇਸ ਅੱਡੋ ਅੱਡੀ ਕਰ ਲਏ ਸੈਣੀ ਦੇ ਖਿਲਾਫ। ਸੈਣੀ ਦੇ ਖਿਲਾਫ ਇੱਕ ਕੇਸ ਤਾਂ ਜਿਹੜਾ ਕੋਟਕਪੂਰਾ ਥਾਣੇ ਦੇ ਵਿੱਚ IPC ਦੀ ਧਾਰਾ 307, 34, 201, 218, 166, 120 ਤੇ ਹੋਰ ਧਾਰਾਵਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਉਹ ਕੇਸ ਚੱਲ ਰਿਹਾ। ਔਰ ਇਹ ਕੇਸ ਬਰਗਾੜੀ ਤੇ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਜਿਹੜਾ 14 ਅਕਤੂਬਰ 2015 ਨੂੰ ਪੁਲਿਸ ਫਾਇਰਿੰਗ ਦੇ ਵਿੱਚ ਬਹੁਤ ਸਾਰੇ ਵਿਅਕਤੀ ਜ਼ਖਮੀ ਹੋਏ ਸੀ, ਉਹ ਮਸਲਾ ਜਿਹੜਾ 2018 ਚ ਦਰਜ ਕੀਤਾ ਗਿਆ ਸੀ। ਔਰ ਸੈਣੀ ਨੂੰ ਕੁਝ ਸਮਾਂ ਪਹਿਲਾਂ ਪੰਜਾਬ ਪੁਲਿਸ ਦੀ ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਹੈ ਉਹਨੇ ਇਸ ਕੇਸ 'ਚ ਚਾਰਜ ਸ਼ੀਟ ਕੀਤਾ ਸੀ ਤੇ ਅਦਾਲਤ ਦੇ ਵਿੱਚ ਉਹਨੂੰ ਤਲਬ ਕੀਤਾ ਗਿਆ ਸੀਗਾ। ਔਰ ਇਸ ਕੇਸ ਦੇ ਵਿੱਚ ਉਹਨੂੰ ਅਗਾਊਂ ਜ਼ਮਾਨਤ ਦੇਣ ਤੋਂ ਜਿਹੜਾ ਫਰੀਦਕੋਟ ਦੀ ਸੈਸ਼ਨ ਜੱਜ ਸਾਹਿਬ ਨੇ ਉਹਨਾਂ ਨੇ ਇਨਕਾਰ ਕਰਤਾ। ਦੂਜਾ ਜਿਹੜਾ ਮਸਲਾ ਬਹਿਬਲ ਕਲਾਂ ਪੁਲਿਸ ਫਾਇਰਿੰਗ ਦਾ, ਉਹਦੇ ਵਿੱਚ ਸੁਮੇਧ ਸਿੰਘ ਸੈਣੀ ਨੂੰ ਜਿਹੜੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇੱਕ ਦਿਨ ਪਹਿਲਾਂ ਹੀ ਅਗਾਊਂ ਜ਼ਮਾਨਤ ਅਰਜ਼ੀ ਸਵੀਕਾਰ ਕੀਤੀ ਹੈ। ਸੋ ਮਸਲਾ ਬੜਾ ਗੰਭੀਰ ਹੈ। ਹਾਈ ਕੋਰਟ ਦੇ ਵਿੱਚ ਇਹ ਮਸਲਾ ਚਲਿਆ ਗਿਆ ਸੀਗਾ, ਹਾਈ ਕੋਰਟ ਦੇ ਵਿੱਚ ਇਹਨੂੰ ਰਾਹਤ ਮਿਲੀ ਹੈ, ਲੇਕਿਨ ਜਿਹੜੀ ਫਰੀਦਕੋਟ ਦੀ ਸੈਸ਼ਨ ਕੋਰਟ ਹੈ ਉਹਨਾਂ ਨੇ ਸੁਮੇਧ ਸਿੰਘ ਸੈਣੀ ਨੂੰ ਰਾਹਤ ਦੇਣ ਤੋਂ ਇਨਕਾਰ ਕੀਤਾ ਗਾ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਦੇ ਹਾਂ। ਲੱਗਦਾ ਇਹ ਹੈਗਾ ਗਿੱਲ ਸਾਹਿਬ ਕਿ ਸੁਮੇਧ ਸਿੰਘ ਸੈਣੀ ਦੀ ਗ੍ਰਿਫਤਾਰੀ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦੀ ਆ ਜੀ। ਅੱਛਾ, ਸਿਰਸਾ ਤੇ ਮਜੀਠੀਆ ਦੀਪ ਸਿੱਧੂ ਦੀ ਗ੍ਰਿਫਤਾਰੀ ਤੇ ਜਿਹੜਾ ਬਿਆਨ ਦੇ ਰਹੇ ਨੇ ਇੱਕੋ ਹੀ ਪਾਰਟੀ ਦੇ ਵਿੱਚੋਂ, ਉਹਨਾਂ ਦਾ ਫਰਕ ਕੀ ਹੈ ਜੀ? ਜੀ ਗਿੱਲ ਸਾਹਿਬ, ਦੇਖੋ ਜਿਹੜੇ ਮਨਜਿੰਦਰ ਸਿੰਘ ਸਿਰਸਾ ਨੇ 26 ਜਨਵਰੀ ਤੋਂ ਬਾਅਦ ਉਹ ਲਗਾਤਾਰ ਸਰਗਰਮ, ਔਰ ਉਹਨਾਂ ਨਾਲ ਕਿਸੇ ਦੇ ਰਾਜਸੀ ਵਿਰੋਧ ਹੋ ਸਕਦੇ ਨੇ, ਕਿਸੇ ਦੇ ਮਤਭੇਦ ਹੋ ਸਕਦੇ ਨੇ, ਉਹਨਾਂ ਤੇ ਬਹੁਤ ਸਾਰੇ ਕਿਸੇ ਦੀਆਂ ਸਵਾਲ ਹੋ ਸਕਦੇ ਨੇ, ਲੇਕਿਨ ਇੱਕ ਗੱਲ ਪੱਕੀ ਆ ਕਿ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਜੇਲ੍ਹਾਂ ਦੇ ਵਿੱਚ ਬੰਦ ਜਿਹੜੇ ਕਿਸਾਨ ਸੀ ਉਹਨਾਂ ਸਾਰਿਆਂ ਦੀ ਮਦਦ ਕੀਤੀ ਆ। ਔਰ ਅੱਜ ਮਨਜਿੰਦਰ ਸਿੰਘ ਸਿਰਸਾ ਨੇ ਲਾਈਵ ਹੋ ਕੇ ਕਿਹਾ, ਉਹ ਕਹਿੰਦਾ ਵੀ ਮੇਰੀ ਦੀਪ ਸਿੱਧੂ ਨਾਲ ਵੀ 2 ਵਾਰ ਗੱਲ ਹੋਈ ਆ। ਇੱਕ ਤਾਂ ਜਿਸ ਦਿਨ ਉਸਨੂੰ ਅਰੈਸਟ ਕੀਤਾ ਉਸ ਦਿਨ ਗੱਲਬਾਤ ਹੋਈ ਆ, ਉਸ ਤੋਂ ਬਾਅਦ ਵੀ ਹੋਈ ਆ। ਔਰ ਉਹਦਾ ਬ੍ਰਦਰ ਜਿਹੜਾ ਵਕੀਲ ਹੈ ਦੀਪ ਸਿੱਧੂ ਦਾ, ਉਹਦੇ ਨਾਲ ਵੀ ਮੈਂ ਟੱਚ ਦੇ ਵਿੱਚ ਹਾਂ। ਔਰ ਉਹਨੇ ਕਿਹਾ ਵੀ ਅਸੀਂ ਦੀਪ ਸਿੱਧੂ ਨੂੰ ਫੋਨ ਦੇ ਉੱਤੇ ਜਦੋਂ ਮੇਰੀ ਗੱਲ ਹੋਈ ਮੈਂ ਕਿਹਾ ਸੀ ਕਿ ਡਟਿਆ ਰਹੀ, ਹੌਸਲੇ 'ਚ ਰਹੀ, ਤੇਰੀ ਹਰ ਮਦਦ ਕਰਾਂਗੇ। ਔਰ ਅੱਜ ਵੀ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਅਸੀਂ ਦੀਪ ਸਿੱਧੂ ਨੂੰ ਬਾਹਰ ਕੱਢਣ ਦੇ ਲਈ ਮਹਿੰਗੇ ਤੋਂ ਮਹਿੰਗੇ ਵਕੀਲ ਹਾਇਰ ਕਰ ਲਾਂਗੇ ਔਰ ਦੀਪ ਸਿੱਧੂ ਦੀ ਪੂਰੀ ਮਦਦ ਕਰਾਂਗੇ। ਮਨਜਿੰਦਰ ਸਿੰਘ ਸਿਰਸਾ ਨੇ ਸਪਸ਼ਟ ਇਸ ਵਿਸ਼ੇ ਦੇ ਉੱਤੇ ਸਟੈਂਡ ਲਿਆ। ਲੇਕਿਨ ਦੂਜੇ ਬੰਨੇ ਵਿਕਰਮਜੀਤ ਸਿੰਘ ਮਜੀਠੀਆ ਨੇ ਜਿਹੜਾ ਬਿਆਨ ਦਿੱਤਾ ਉਹ ਇਹਦੇ ਬਿਲਕੁਲ ਉਲਟ ਹੈ। ਵਿਕਰਮਜੀਤ ਮਜੀਠੀਆ ਨੇ ਕਿਹਾ, ਉਹ ਕਹਿੰਦਾ ਅਸੀਂ ਕਿਸਾਨਾਂ ਦੀ ਤਾਂ ਮਦਦ ਕਰਾਂਗੇ ਪਰ ਦੀਪ ਸਿੱਧੂ ਦੀ ਅਸੀਂ ਕੋਈ ਮਦਦ ਨਹੀਂ ਕਰਾਂਗੇ। ਵਿਕਰਮਜੀਤ ਮਜੀਠੀਆ ਨੇ ਕਿਹਾ, ਕਹਿੰਦਾ ਦੀਪ ਸਿੱਧੂ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਜਿਹੜਾ ਉਹ ਤਾਰ-ਪੀੜੋ ਕਰਨ ਵਾਲਾ ਹੈ ਔਰ ਉਸ ਨੇ ਉਸ ਦਿਨ ਜੋ ਘਟਨਾਕ੍ਰਮ ਕੀਤਾ ਉਹ ਕਿਸਾਨ ਅੰਦੋਲਨ ਦੇ ਫੇਵਰ ਦੇ ਵਿੱਚ ਨਹੀਂ ਜਾਂਦਾ। ਇਸ ਕਰਕੇ ਅਸੀਂ ਦੀਪ ਸਿੱਧੂ ਦੀ ਕਦਾਚਿਤ ਹਮਾਇਤ ਨਹੀਂ ਕਰ ਸਕਦੇ, ਅਸੀਂ ਉਹਦੀ ਹਮਾਇਤ ਨਹੀਂ ਕਰਾਂਗੇ। ਤਾਂ ਇਹ ਦੋਨੇ ਇੱਕ ਪਾਰਟੀ ਦੇ ਨੇ, ਉਹ ਵੀ ਅਕਾਲੀ ਦਲ ਦੇ ਵਿੱਚ ਆ, ਉਹ ਵੀ ਅਕਾਲੀ ਦਲ ਦੇ ਵਿੱਚ ਹੈ।
ਬਿਕਰਮਜੀਤ ਮਜੀਠੀਆ ਦੀ ਜਿਹੜੀ ਛਵੀ ਆ ਉਹ ਹੋਰ ਤਰ੍ਹਾਂ ਦੀ ਆ, ਲੇਕਿਨ ਮਨਜਿੰਦਰ ਸਿਰਸਾ ਦੀ ਇਹਨਾਂ ਦਿਨਾਂ ਦੇ ਵਿੱਚ ਛਵੀ ਆ ਜਿਹੜੀ ਉਹ ਲੋਕਾਂ 'ਚ ਹੋਰ ਤਰ੍ਹਾਂ ਦੀ ਬਣੀ ਆ। ਸੋ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣਾ ਹੋਊਗਾ ਕਿ ਕੀ ਸਟੈਂਡ ਲੈਂਦੇ ਨੇ। ਅਗਲੀ ਗੱਲ ਗਿੱਲ ਸਾਹਿਬ ਜਿਹੜੀ ਮਨਜਿੰਦਰ ਸਿਰਸਾ ਨੇ ਕੀਤੀ, ਉਹਨੇ ਲਾਲ ਕਿਲੇ ਨੂੰ ਲੈ ਕੇ ਵੀ ਸਵਾਲ ਕੀਤੇ। ਉਹ ਕਹਿੰਦਾ ਜੇ ਗੁਰੂ ਗੋਬਿੰਦ ਸਿੰਘ ਜੀ ਨਾ ਹੁੰਦੇ ਤਾਂ ਸਾਰਿਆਂ ਦੀ ਸੁੰਨਤ ਹੋਣੀ ਸੀ, ਔਰ ਲਾਲ ਕਿਲਾ ਉਹ ਕਹਿੰਦਾ ਇਸ ਗੱਲ ਦਾ ਗਵਾਹ ਗਾ ਕਿ ਲਾਲ ਕਿਲੇ ਦੇ ਵਿੱਚ ਜਾ ਕੇ ਧਰਮ ਪਰਿਵਰਤਨ ਹੁੰਦੇ ਰਹੇ ਨੇ, ਔਰ ਜੇ ਕਹਿੰਦਾ ਅਸੀਂ ਪਾਜ ਦੇੜਨ ਲੱਗੇ ਤਾਂ ਇੱਥੇ ਗੱਲ ਨਹੀਂ ਰੁਕਣੀ। ਇਸ ਕਰਕੇ ਮਨਜਿੰਦਰ ਸਿੰਘ ਸਿਰਸਾ ਇਸ ਵਿਸ਼ੇ ਦੇ ਉੱਤੇ ਵੀ ਬੋਲਿਆ ਜੀ। ਬਿਲਕੁਲ, ਸਿਰਸੇ ਉਹਨਾਂ ਦਾ ਕਰੂਰਾ ਬੜਾ ਕਾਇਮ ਹੈ ਤੇ ਅਲੱਗ ਪਾਸੇ ਨੂੰ ਜਾ ਰਹੇ ਨੇ, ਪਾਰਟੀ ਤੋਂ ਪਰਾਂ ਹਟ ਕੇ ਨਿੱਜੀ ਤੌਰ ਤੇ ਸ਼ਖਸੀਅਤ ਉਹਨਾਂ ਦੀ ਉੱਭਰ ਰਹੀ ਹੈ। ਬਾਕੀ ਸਮਾਂ ਦੱਸੇਗਾ ਕਿ ਇਹਦੇ ਪਿੱਛੇ ਪੈਂਤੜਾ ਕੀ ਹੈ। ਜੱਗੀ ਜੌਲ ਵੀ ਤਿਹਾੜ ਦੇ ਵਿੱਚ ਬੈਠਾ। ਜੱਗੀ ਜੌਲ ਦੇ ਕੀ ਹਾਲਾਤ ਨੇ ਜੀ ਅੱਜ ਕੱਲ੍ਹ? ਜੀ ਗਿੱਲ ਸਾਹਿਬ, ਜੱਗੀ ਜੌਲ ਦਾ ਮਸਲਾ ਵੀ ਕਾਫੀ ਚਰਚਾ ਦਾ ਵਿਸ਼ਾ ਅੱਜ ਕੱਲ੍ਹ ਫੇਰ ਬਣਿਆ ਗਾ, ਕਿਉਂਕਿ 3 ਸਾਲ ਹੋ ਗਏ ਉਹਦੇ ਤੇ ਦੋਸ਼ ਲਗਾ ਕੇ ਉਹਨੂੰ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ। ਇਹ ਕਹਿ ਦਿੱਤਾ ਪੁਲਿਸ ਨੇ ਕਿ ਕੁਝ ਸੱਜੇ ਪੱਖੀ ਜਿਹੜੇ ਕਤਲ ਹੋਏ ਨੇ ਹਿੰਦੂ ਆਗੂਆਂ ਦੇ, ਉਹਦੇ ਵਿੱਚ ਇਹਨੇ ਪੈਸੇ ਭੇਜੇ ਨੇ ਔਰ ਇਹਦੀ ਇਨਵੋਲਵਮੈਂਟ ਹੈ। ਉਹਨੂੰ ਗ੍ਰਿਫਤਾਰ ਕੀਤਾ ਗਿਆ। ਜੇ ਵਿਆਹ ਨੂੰ 15 ਦਿਨ ਹੋਏ ਸੀ, ਸਭ ਨੂੰ ਪਤਾ ਮਸਲੇ ਦਾ ਜੀ। ਲੇਕਿਨ ਉਹਦੇ ਤੇ 3 ਸਾਲ ਦੇ ਵਿੱਚ ਕੋਈ ਕੇਸ ਗਿੱਲ ਸਾਹਿਬ ਅੱਗੇ ਨਹੀਂ ਵਧਾਇਆ। ਉਸ ਦਾ ਉਹਨੂੰ ਅੰਡਰ ਟਰਾਇਲ ਹੀ ਰੱਖਿਆ ਜਾ ਰਿਹਾ ਗਾ। ਔਰ ਅੱਜ ਪਤਾ ਲੱਗਿਆ ਕਿ ਯੂਕੇ ਦੇ 140 ਮੈਂਬਰ ਪਾਰਲੀਮੈਂਟਾਂ ਨੇ ਇੱਕ ਚਿੱਠੀ ਲਿਖੀ ਆ ਯੂਕੇ ਦੇ ਵਿਦੇਸ਼ ਮੰਤਰੀ, ਔਰ ਉਹ ਜਿਹੜੀ ਚਿੱਠੀ ਹੈ ਯੂਕੇ ਦੇ MP ਨੇ ਮਾਰਟਿਨ ਹਿਊਜ਼, ਉਹਦੀ ਅਗਵਾਈ ਦੇ ਵਿੱਚ ਲਿਖੀ ਗਈ ਆ। ਔਰ ਉਹਨਾਂ ਨੇ ਯੂਕੇ ਦੇ ਵਿਦੇਸ਼ ਮੰਤਰੀ ਨੇ ਜਿਹੜੇ ਡੋਮਿਨਿਕ ਰਾਬ, ਉਹਨਾਂ ਨੂੰ ਸੌਂਪੀ ਆ। ਚਿੱਠੀ ਦੇ ਵਿੱਚ ਉਹਨਾਂ ਨੇ ਕਿਹਾ ਗਾ ਕਿ ਸਾਨੂੰ ਪਤਾ ਲੱਗਿਆ ਕਿ ਜੋ ਇਲਜ਼ਾਮ ਜੱਗੀ ਜੌਲ ਦੇ ਉੱਤੇ ਲਗਾਏ ਗਏ ਨੇ ਉਹਦੇ ਨਾਲ ਉਹਨੂੰ ਮੌਤ ਦੀ ਸਜ਼ਾ ਵੀ ਦਿੱਤੀ ਜਾ ਸਕਦੀ ਆ। ਅਜਿਹੀ ਸਥਿਤੀ ਦੇ ਵਿੱਚ 140 ਮੈਂਬਰ ਪਾਰਲੀਮੈਂਟਾਂ ਨੇ ਆਪਣੇ ਦੇਸ਼ ਦੀ ਸਰਕਾਰ ਨੂੰ ਕਿਹਾ, ਯੂਕੇ ਦੀ ਨੂੰ, ਕਿ ਜੱਗੀ ਜੌਲ ਨੂੰ ਭਾਰਤ ਤੋਂ ਇੰਗਲੈਂਡ ਲਿਆਂਦਾ ਜਾਵੇ, ਉਹਦੀ ਮਦਦ ਕੀਤੀ ਜਾਵੇ। ਉਹਨੂੰ ਝੂਠੇ ਕੇਸ ਦੇ ਵਿੱਚ ਫਸਾਇਆ ਗਿਆ, ਔਰ ਜਿਸ ਕੇਸ ਦੇ ਵਿੱਚ ਉਹਨੂੰ ਫਸਾਇਆ ਗਿਆ ਅੰਡਰ ਟਰਾਇਲ ਆ 3 ਸਾਲ ਤੋਂ ਉਹਦੇ ਵਿੱਚ ਕੋਈ ਸੁਣਵਾਈ ਨਹੀਂ ਹੋਈ। ਗਿੱਲ ਸਾਹਿਬ, ਭਾਰਤੀ ਅਦਾਲਤਾਂ 'ਚ ਹੋ ਕੀ ਰਿਹਾ? ਖਾਸ ਕਰਕੇ ਜਿਹੜੇ ਅੰਕੜੇ ਆ ਰਹੇ ਨੇ ਕਿ ਮਾਈਨੋਰਟੀਜ਼ ਨਾਲ, ਸਿੱਖਾਂ ਨਾਲ, ਖਾਸ ਕਰਕੇ ਮੁਸਲਮਾਨਾਂ ਨਾਲ, ਜੋ ਜੰਮੂ ਕਸ਼ਮੀਰ ਦੇ ਵਿੱਚੋਂ ਅੰਕੜੇ ਆ ਰਹੇ ਨੇ, ਵਿਅਕਤੀ ਨੂੰ ਫੜਿਆ ਜਾਂਦਾ ਹੈ, ਕੇਸ ਪਾ ਕੇ ਜੇਲ੍ਹ ਦੇ ਵਿੱਚ ਬੰਦ ਕੀਤਾ ਜਾਂਦਾ ਹੈ, 10-15 ਸਾਲ ਅੰਡਰ ਟਰਾਇਲ ਚੱਲੀ ਜਾਂਦਾ ਹੈ। ਉਸ ਤੋਂ ਬਾਅਦ ਬਹੁਤ ਸਾਰੇ ਕੇਸਾਂ ਦੀਆਂ ਮੈਂ ਸਟੋਰੀਆਂ ਪੜ੍ਹੀਆਂ, ਉਹਨਾਂ 'ਚ ਕੀ ਹੈ, 20 ਸਾਲ ਬਾਅਦ ਬੰਦੇ ਨੂੰ ਕੇਸ ਦੇ ਵਿੱਚ ਕਹਿ ਦਿੱਤਾ ਜਾਂਦਾ ਵੀ ਤੂੰ ਅਦਾਲਤ ਦੇ ਵੱਲੋਂ ਬਾਇਜ਼ਤ ਬਰੀ। ਉਹਦੀ ਜ਼ਿੰਦਗੀ ਦਾ ਗਲੋਰੀਅਸ ਸਮਾਂ ਅਦਾਲਤ 'ਚ ਲੰਘ ਗਿਆ, ਜੇਲ੍ਹ 'ਚ ਲੰਘ ਗਿਆ, ਅਦਾਲਤ ਦੇ ਗੇੜੇ ਲਾਉਂਦੇ ਦਾ ਲੰਘ ਗਿਆ। ਉਸ ਤੋਂ ਬਾਅਦ ਉਹਨੂੰ ਕਹਿ ਦਿੱਤਾ ਜਾਂਦਾ ਕਿ ਤੂੰ ਬਾਇਜ਼ਤ ਬਰੀ। ਆ ਪਿਛਲੇ ਦਿਨਾਂ ਦੇ ਵਿੱਚ ਇੱਕ ਕੇਸ ਆਇਆ, 23 ਸਾਲ ਬਾਅਦ ਵਿਅਕਤੀ ਨੂੰ ਕਹਿਤਾ ਕਿ ਤੂੰ ਬਾਇਜ਼ਤ ਬਰੀ। ਰੇਪ ਦਾ ਕੇਸ ਸੀ ਉਹਦੇ ਤੇ, ਔਰ ਕਹਿਤਾ ਕਿ ਤੂੰ ਬਾਇਜ਼ਤ ਬਰੀ। ਇੱਜ਼ਤ ਤਾਂ ਉਹਦੀ ਤੁਸੀਂ ਜੇਲ੍ਹ ਦੇ ਵਿੱਚ 23 ਸਾਲ ਦੇ ਵਿੱਚ ਲਾ ਲਈ, ਔਰ ਉਸ ਤੋਂ ਬਾਅਦ ਬਾਇਜ਼ਤ ਬਰੀ ਕਹਿਤਾ। ਤੂੰ 23 ਸਾਲ ਉਹਦੇ ਕੌਣ ਮੋੜ ਕੇ ਲਿਆਊਗਾ? ਹੁਣ ਇਹ ਬੰਦਾ ਯੂਕੇ ਦਾ, ਇੰਗਲੈਂਡ ਦਾ ਸਿਟੀਜ਼ਨ ਹੈ, ਸਕਾਟਲੈਂਡ ਦਾ, ਔਰ ਇਸ 3 ਸਾਲ ਤੋਂ ਕੇਸ ਅੱਗੇ ਨਹੀਂ ਵਧ ਰਿਹਾ। ਅੰਡਰ ਟਰਾਇਲ ਹੀ ਉਹਨੂੰ ਜੇਲ੍ਹ ਦੇ ਵਿੱਚ ਰੱਖਿਆ ਹੋਇਆ। ਸੋ ਹੁਣ ਲੱਗਦਾ ਕਿ ਇਹ ਯੂਕੇ ਦੇ 140 ਮੈਂਬਰ ਪਾਰਲੀਮੈਂਟਾਂ ਨੇ ਚਿੱਠੀ ਲਿਖੀ ਆ, ਆਪਦੀ ਸਰਕਾਰ ਤੇ ਦਬਾਅ ਬਣਾਇਆ, ਤਾਂ ਲੱਗਦਾ ਕਿ ਉਹਨਾਂ ਦੀ ਗੱਲ ਨੂੰ ਬੂਰ ਹੋਵੇਗਾ। ਜੀ ਗਿੱਲ ਸਾਹਿਬ, ਜੋਗੀ ਹੋਣੀ ਲੈਕਚਰ ਕਰਦੇ ਫਿਰਦੇ ਆ ਬੰਗਾਲ ਦੇ ਵਿੱਚ। ਖੈਰ ਉੱਥੋਂ ਜੇ ਦੇਖਿਆ ਜਾਵੇ ਸੋ ਕਾਲਡ ਆਜ਼ਾਦੀ ਤੇ ਪਰ ਨਿੱਜੀ ਜਿਹੜਾ ਪੈਂਤੜਾ ਬੰਗਾਲ ਦੇ ਵਿੱਚ ਜਦ ਈਸਟ ਇੰਡੀਆ ਕੰਪਨੀ ਆਈ ਤੇ ਉੱਥੋਂ ਦੇ ਲੋਕਾਂ ਨੇ ਈਸਟ ਇੰਡੀਆ ਦੀ ਕੰਪਨੀ ਨਾਲ 100 ਸਾਲ ਕੰਮ ਕਰਕੇ ਉਹਨਾਂ ਦੇ ਪੈਰ ਲਾਏ, ਦੂਜੇ ਗਦਰ ਤੱਕ 1857 ਤੱਕ, ਤੇ ਪੜ੍ਹ ਲਿਖ ਕੇ ਅਲੀਟ ਬਣ ਕੇ, ਸਵਰਨ ਜਾਤੀ ਬਣ ਕੇ ਸਾਰੇ ਭਾਰਤ ਦੇ ਵਿੱਚ ਜਿਹੜੀ ਗੱਲ ਉੱਥੋਂ ਹੀ ਤੁਰੀ। ਉਹਦਾ ਬਹੁਤ ਦੇਸ਼ ਨਾਲ ਪਿਆਰ, ਨੈਸ਼ਨਲਿਜ਼ਮ ਬਹੁਤ ਪੱਕੇ ਪੈਰੀ ਆ ਉੱਥੇ। ਪਰ ਉਸ ਤੋਂ ਬਾਅਦ ਸਰਕਾਰਾਂ ਬਦਲਦੀਆਂ ਗਈਆਂ। ਹੁਣ ਦੇਸ਼ ਪਿਆਰ ਦੇ ਥੱਲੇ ਇਲੈਕਸ਼ਨਾਂ ਦੀ ਗੱਲਬਾਤ ਭਾਜਪਾ ਕਰ ਰਹੀ ਹੈ। ਉੱਥੇ ਪਹੁੰਚਿਆ ਹੋਇਆ ਆਪਣਾ CM ਯੂਪੀ ਦਾ, ਤੇ ਯੂਪੀ ਦੇ ਵਿੱਚ ਜਿਹੜਾ ਬਲਾਤਕਾਰ ਤੇ ਛੇੜਛਾੜ ਦੀਆਂ ਘਟਨਾਵਾਂ ਹੋ ਰਹੀਆਂ। ਹਾਥਰਸ ਦੇ ਵਿੱਚ ਕੀ ਹੋਇਆ ਜੀ ਫਿਰ? ਜੀ ਗਿੱਲ ਸਾਹਿਬ, ਹਾਥਰਸ ਦਾ ਆਪਣਾ ਪਿਛਲੇ ਦਿਨਾਂ ਦੇ ਵਿੱਚ ਜ਼ਿਕਰ ਕੀਤਾ ਸੀ। ਹਾਥਰਸ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਇੱਕ ਲੜਕੀ ਦੇ ਨਾਲ ਛੇੜਛਾੜ ਹੋਈ, ਔਰ ਗੁੰਡਿਆਂ ਦੇ ਵੱਲੋਂ ਛੇੜਛਾੜ ਕੀਤੀ ਗਈ। ਪੀੜਤ ਲੜਕੀ ਦੇ ਪਿਤਾ ਨੇ ਥਾਣੇ ਜਾ ਕੇ ਕੇਸ ਦਰਜ ਕਰਾਤਾ, ਔਰ ਨੌਜਵਾਨਾਂ ਨੂੰ ਕੁਛ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ।
ਹੁਣ ਜਦੋਂ ਜੇਲ੍ਹ ਚੋਂ ਨੌਜਵਾਨ ਬਾਹਰ ਆਏ, ਉਹਨਾਂ ਨੇ ਆ ਕੇ ਪੀੜਤ ਲੜਕੀ ਦਾ ਪਿਤਾ ਜਿਹੜਾ ਰਿਪੋਰਟ ਦਰਜ ਕਰਾ ਕੇ ਆਈ ਥਾਣੇ, ਗੋਲੀਆਂ ਮਾਰ ਕੇ ਉਹਦੀ ਹੱਤਿਆ ਕਰ, ਖੇਤ 'ਚ ਆਲੂਆਂ ਦੀ ਫਸਲ ਪਕਾ ਰਿਹਾ ਸੀ ਔਰ ਖੇਤ 'ਚ ਖੜਾ ਸੀ ਲੜਕੀ ਦਾ ਬਾਪ। 6 ਬਦਮਾਸ਼ ਆਏ, ਗੋਲੀਆਂ ਮਾਰ ਕੇ ਉਹਦੀ ਹੱਤਿਆ ਕਰ ਗਏ। ਹੁਣ ਪੁਲਿਸ ਕਹਿ ਰਹੀ ਹੈ ਕਿ ਅਸੀਂ ਇੱਕ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ, ਬਾਕੀਆਂ ਨੂੰ ਗ੍ਰਿਫਤਾਰ ਕਰ ਲਾਂਗੇ। ਜਿਹੜਾ ਉੱਤਰ ਪ੍ਰਦੇਸ਼ ਦਾ ਸਭ ਤੋਂ ਖਤਰਨਾਕ ਕਾਨੂੰਨ ਹੈ NSA, ਕਹਿੰਦੇ ਇਹ ਲਾਵਾਂਗੇ। ਲੇਕਿਨ ਸਵਾਲ ਇਹ ਹੈ ਕਿ ਜੋਗੀ ਰਾਜ ਜਿਹਨੂੰ ਕਿਹਾ ਜਾਂਦਾ ਸੀਗਾ ਔਰ ਉਹ ਗੁੰਡਾ ਰਾਜ ਕਿਉਂ ਬਣਿਆ? ਉੱਥੇ ਲਗਾਤਾਰ ਜਿਹੜੀਆਂ ਗੱਲ ਸਾਹਿਬ ਘਟਨਾਵਾਂ ਵਾਪਰ ਰਹੀਆਂ ਨੇ, ਲੜਕੀਆਂ ਦੇ ਨਾਲ ਰੇਪ ਦੀਆਂ ਗੱਲਾਂ ਸਾਹਮਣੇ ਆਈਆਂ। ਪਿਛਲੇ ਦਿਨਾਂ ਦੇ ਵਿੱਚ 3 ਲੜਕੀਆਂ ਨੂੰ ਜਿਹੜਾ ਉਹ ਅਰਧ ਬੇਹੋਸ਼ੀ ਦੀ ਹਾਲਤ ਮਿਲੀਆਂ, ਜਿਸ 'ਚ 2 ਦੀ ਮੌਤ ਹੋ ਗਈ ਔਰ ਜਿਹੜੇ ਪੱਤਰਕਾਰਾਂ ਨੇ ਉਹ ਖਬਰ ਚਲਾਈ ਉਹਨਾਂ ਖਿਲਾਫ ਕੇਸ ਦਰਜ ਕਰ ਲਏ ਗਏ। ਸੋ ਇਹ ਜਿਹੜਾ ਘਟਨਾਕ੍ਰਮ ਹੋ ਰਿਹਾ ਹੈ ਕਿ ਸਿਰਫ ਤੇ ਸਿਰਫ ਲੋਕਾਂ ਨੂੰ ਡਰਾ ਕੇ ਧਮਕਾ ਕੇ ਜੋ ਉੱਤਰ ਪ੍ਰਦੇਸ਼ 'ਚ ਰਾਜ ਕੀਤਾ ਜਾ ਰਿਹਾ। ਮੈਨੂੰ ਲੱਗਦਾ ਯੋਗੀ ਆਦਿੱਤਿਆਨਾਥ ਜੀ ਅੱਜ ਪੱਛਮੀ ਬੰਗਾਲ 'ਚ ਬੋਲ ਰਹੇ ਉਹਨਾਂ ਨੂੰ 2 ਮਿੰਟ ਔਰ ਪੱਛਮੀ ਬੰਗਾਲ 'ਚ ਬੋਲ ਕੇ ਪੱਛਮੀ ਬੰਗਾਲ ਤੇ ਰਾਜ ਕਰਨ ਦੀ ਗੱਲ ਕਰ ਰਹੇ ਸੀ ਆਉਣ ਵਾਲੇ ਸਮੇਂ ਦੇ ਵਿੱਚ, ਤਾਂ ਉਹਨਾਂ ਨੂੰ ਆਪਣਾ ਰਾਜ ਹੀ ਸਾਂਭਣਾ ਚਾਹੀਦਾ। ਜੋ ਉੱਤਰ ਪ੍ਰਦੇਸ਼ ਦੇ ਵਿੱਚ ਹੋ ਰਿਹਾ ਉਹਨੂੰ ਹੀ ਕੰਟਰੋਲ ਕਰਨਾ ਚਾਹੀਦਾ। ਪੱਛਮੀ ਬੰਗਾਲ ਦੀਆਂ ਗੱਲਾਂ ਬਾਅਦ 'ਚ ਕਰ ਲੈਣ ਜੀ। ਧੰਨਵਾਦ ਬਹੁਤ ਬਹੁਤ। ਆਪਣੀ ਸਿਹਤ ਦਾ ਖਿਆਲ ਰੱਖਿਓ। ਕੱਲ ਨੂੰ ਫੇਰ ਆਪਾਂ 9:15 ਵਜੇ ਗੱਲਬਾਤ ਕਰਾਂਗੇ। ਚੜ੍ਹਦੀ ਕਲਾ। ਸ਼ੁਕਰੀਆ ਗਿੱਲ ਸਾਹਿਬ, ਤੁਹਾਡਾ ਤੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ। ਇਹ ਸਨ ਨਵਕਿਰਨ ਸਿੰਘ ਜੀ ਪੱਤੀ, ਪੰਜਾਬ ਤੋਂ, ਦੇਸ਼ ਪੰਜਾਬ ਦੇ ਝਰੋਖੇ ਚੋਂ ਸੈਗਮੈਂਟ ਲੈ। ਮੇਰੇ ਨਾਲ ਹੁਣ ਸਰਮੀਤ ਸਿੰਘ ਹੁਣੀ ਗੱਲਬਾਤ ਕਰਨਗੇ। ਉਦੋਂ ਪਹਿਲਾਂ ਕ੍ਰਾਂਤੀਕਾਰੀ ਜੀ ਨਾਲ ਗੱਲਬਾਤ ਕਰ ਲਈਏ। ਕ੍ਰਾਂਤੀਕਾਰੀ ਜੀ ਸਵਾਗਤ, ਸਤਿ ਸ੍ਰੀ ਅਕਾਲ। ਵੀਰ ਜੀ ਧੰਨਵਾਦ। ਤੇ ਪਹਿਲਾਂ ਤਾਂ ਨੰਬਰ 1 ਤੇ ਮੈਂ ਜੱਗੀ ਜੌਲ ਬਾਰੇ ਕਹਿਣਾ ਚਾਹੁੰਦਾ ਵੀ ਜਿਹੜੇ ਇੰਗਲੈਂਡ ਤੋਂ ਸਾਡੇ ਸਿੱਖ ਆਉਂਦੇ ਹੁੰਦੇ, ਕਈ ਵਾਰੀ ਵਿਦਵਾਨ ਇੱਥੇ ਕਹਿਣਗੇ ਜਿਹੜੇ ਕੈਨੇਡਾ ਅਮਰੀਕਾ ਵਾਲੇ ਸਿੱਖ ਇੰਨੀ ਜਾਗਰਤ ਨਹੀਂ। 3 ਸਾਲ ਹੋ ਗਏ ਵੀਰੇ, ਸਾਤੋਂ ਉਹਦੇ ਬਾਰੇ ਕੁਛ ਨਹੀਂ ਹੋਇਆ ਤੇ ਮੈਂ ਉਹਦੇ ਪਰਿਵਾਰ ਕੰਨਿਓ ਹੱਥ ਜੋੜ ਕੇ ਮਾਫੀ ਮੰਗਦਾ ਵੀ ਉਹਦੇ ਬਾਰੇ ਕੁਛ ਕਰ ਨਹੀਂ ਸਕੇ। ਜਿੰਨਾ ਕੁ ਹੈਗੇ ਆ ਉਹਨਾਂ ਕੁ ਕਰਾਂਗੇ ਤੇ ਕਰਦੇ ਰਵਾਂਗੇ। ਤੇ ਨੰਬਰ 2 ਤੇ ਆਹ ਰੈਲੀਆਂ ਬਾਰੇ ਗੱਲ ਸੁਣ ਲਓ। ਟਰੂਡੋ ਸਾਹਿਬ ਸਾਡੇ ਜਿਹੜੇ ਸਾਰੀਆਂ ਸਟੇਟਾਂ ਦੇ ਮੁੱਖ ਮੰਤਰੀ ਆ, MLA MP ਸਪੈਸ਼ਲੀ ਜਿਹੜੇ ਸਾਡੇ ਆ, ਬੇਨਤੀ ਆ ਤੁਸੀਂ ਕੁਛ ਕਰੋ, ਨਹੀਂ ਇੱਥੇ ਬਾਈ ਜੀ ਬੰਦੇ ਆਪਸ ਵਿੱਚ ਹੀ ਲੜਨ ਲੱਗ ਗਏ ਆ ਤੇ ਬੁਰਾ ਹਾਲ ਆ। ਦੇਖ ਲਓ ਤੁਸੀਂ ਉੱਥੇ ਕੀ ਹੋ ਰਿਹਾ ਵਾ। ਤੇ ਨੰਬਰ 3 ਤੇ ਕੱਲ ਕੋਈ ਰਾਤ ਸਾਡੇ ਘਰੇ ਹੈ ਨਾ ਝੰਡੇ ਲਾਏ ਹੋਏ ਸੀਗੇ, ਬੰਦਾ ਤੋੜ ਕੇ ਭੱਜ ਗਿਆ। ਤੇ ਮੈਂ ਪਲੀਜ਼ ਸਾਡੀ ਬੇਨਤੀ ਆ ਟਰੂਡੋ ਸਾਹਿਬ ਨੂੰ, ਪਲੀਜ਼ ਕੁਛ ਕਰੋ। ਇੱਥੇ ਜੇ ਬੰਦਾ ਇੱਕ ਵੀ ਮਰ ਗਿਆ ਕੋਈ ਲਿਆ ਸਕਦੇ ਆਪਾਂ? ਜਾਨ ਦੀ ਲੋਕ ਕੀਮਤ ਹੀ ਨਹੀਂ ਵੀਰ ਜੀ। ਤੇ ਐਂਡ ਤੇ ਹਰਜੀਤ ਬਾਈ ਜਿੰਦਾਬਾਦ। ਭਾਈ ਜੀ ਥੈਂਕ ਯੂ ਧੰਨਵਾਦ ਕ੍ਰਾਂਤੀਕਾਰੀ। ਬਾਈ ਜੀ ਆਪਣੇ ਸਰਬਜੀਤ ਸਿੰਘ, ਇਹ ਜਦ ਆਪਾਂ ਸ਼ੋਅ ਸ਼ੁਰੂ ਕੀਤਾ ਸੀ ਫਿਰ 3-4 ਸਾਲ ਕ੍ਰਾਂਤੀਕਾਰੀ ਜੀ ਆਉਂਦੇ ਰਹੇ, ਹੁਣ 6-7 ਸਾਲ ਨਹੀਂ ਆਏ, ਹੁਣ 6-7 ਸਾਲ ਤੋਂ ਬਾਅਦ ਫੇਰ ਆਏ ਤੇ ਧੰਨਵਾਦ ਸਰਬਜੀਤ ਸਿੰਘ। ਆਪਾਂ ਗੱਲਬਾਤ ਕਰਨੀ ਹੈ ਪਿਛਲੇ 6 ਮਹੀਨੇ ਜਦ ਦਾ ਸੰਘਰਸ਼ ਉੱਥੇ ਚੱਲਿਆ, ਉਸ ਨੂੰ ਆਪਾਂ ਬਹੁਤ ਤੀਬਰਤਾ ਦੇ ਨਾਲ ਇੱਥੋਂ ਕਵਰ ਕੀਤਾ ਤੇ ਨਾਲ ਪੰਜਾਬ ਤੋਂ ਆਪਣੇ ਸਵੇਰੇ 3 ਪੱਤਰਕਾਰ ਆਉਂਦੇ ਆ, 2 ਕੌਸ਼ਲ ਸਾਹਿਬ ਦੇ ਸ਼ੋਅ 'ਚ ਆਉਂਦੇ ਆ ਤੇ ਫਿਰ ਪੱਤੀ ਹੋਣੀ ਮੇਰੇ ਸ਼ੋਅ 'ਚ ਆਉਂਦੇ। ਸਰਬਜੀਤ ਸਿੰਘ ਪੰਧੇਰ ਬਹੁਤ ਸੀਨੀਅਰ ਜਰਨਲਿਸਟ ਨੇ ਤੇ ਸਵੇਰੇ ਸਾਰਾ ਪੰਜਾਬ ਤੇ ਭਾਰਤ ਤੁਹਾਨੂੰ ਲਿਆ ਕੇ ਤੁਹਾਡੇ ਸਨਮੁਖ ਕਰ ਦਈਦਾ। ਤੇ ਉਸ ਤੋਂ ਬਾਅਦ ਫਿਰ ਇੱਥੇ ਜਿਹੜੀਆਂ ਰੈਲੀਆਂ ਹੋਈਆਂ ਉਹ ਵੀ ਪਹਿਲੀ ਰੈਲੀ ਤੋਂ ਲੈ ਕੇ ਆਪਾਂ ਸਦਾ ਕਵਰ ਕਰਦੇ ਹਾਂ। ਬਰੈਂਪਟਨ ਦੇ ਵਿੱਚ ਇੱਕ ਰੈਲੀ ਹੋਈ ਜਿਸ ਦਾ ਨਾਂ ਤਿਰੰਗਾ ਮੇਪਲ ਸ਼ਾਂਤੀ ਰੈਲੀ ਰੱਖਿਆ ਗਿਆ ਤੇ ਉਹਦੇ ਵਿੱਚ ਜਿਨ੍ਹਾਂ ਨੇ ਆਰਗੇਨਾਈਜ਼ ਉਹਨਾਂ ਨੂੰ ਕੀਤਾ ਉਹ ਉੱਥੇ ਦੀਆਂ ਪੋਲੀਟੀਕਲ ਸਿਸਟਮ ਦੇ ਵਿੱਚ ਇਨਵੋਲਵ ਬੰਦੇ ਨੇ, ਆਪਣੇ ਭਾਰਤ ਦੇ ਨੇ, ਉਹਨਾਂ ਦੇ ਨਾਂ ਵਗੈਰਾ ਕਿਸੇ ਨੇ ਲਿਖੇ ਨੇ। ਚਲੋ ਉਹਦੇ 'ਚ ਨਾ ਜਾਈਏ ਆਪਾਂ। ਤੇ ਉਸ ਰੈਲੀ ਦਾ ਫਿਰ ਵਿਰੋਧ ਹੋਇਆ। ਵਿਰੋਧ ਤੇ ਉੱਪਰ ਜਾ ਕੇ ਫਿਰ ਗਾਲੀ ਗਲੋਚ ਤੇ ਸ਼ਬਦਾਵਲੀ ਜਿਹੜੀ ਵਾਇਰਲ ਹੋ ਰਹੀ ਹੈ ਉਹ ਬਹੁਤ ਮਾੜੀ ਹੈ। ਬੀਇੰਗ ਏ ਜਰਨਲਿਸਟ ਤੁਸੀਂ ਇਸ ਨੂੰ ਕਿਵੇਂ ਲੈਂਦੇ ਹੋ, ਕੀ ਸੋਚਦੇ ਹੋ? ਜੀ ਗਿੱਲ ਸਾਹਿਬ, ਬਿਲਕੁਲ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਡੈਮੋਕ੍ਰੇਸੀ ਹੈਗੀ ਆ ਕੈਨੇਡਾ ਦੇ ਵਿੱਚ, ਹਰੇਕ ਬੰਦੇ ਨੂੰ ਆਪਣੀ ਗੱਲ ਰੱਖਣ ਦੀ ਆਜ਼ਾਦੀ ਹੈਗੀ ਹੈ, ਹਰੇਕ ਬੰਦੇ ਕੋਲ ਫਰੀਡਮ ਆਫ ਸਪੀਚ ਹੈਗੀ ਹੈ, ਫਰੀਡਮ ਆਫ ਐਕਸਪ੍ਰੈਸ਼ਨ ਹੈਗਾ। ਤਾਂ ਕੱਲ ਜਿਹੜਾ ਇੱਕ ਅਸੀਂ ਵੀ ਫਰੀਡਮ ਆਫ ਐਕਸਪ੍ਰੈਸ਼ਨ ਕਰਕੇ ਹੀ ਅਸੀਂ ਇੱਥੇ BC ਦੇ ਵਿੱਚ ਮੁਜ਼ਾਹਰਾ ਕਰ ਰਹੇ ਹੈਗੇ ਹਾਂ ਭਾਰਤੀ ਕਿਸਾਨਾਂ ਦੇ ਹੱਕ ਦੇ ਵਿੱਚ। ਮੈਂ ਕੱਲ ਪਰਸੋਂ ਕਵਰ ਕਰਕੇ ਆਇਆ, ਉਹਨਾਂ ਨੂੰ 96 ਦਿਨ ਹੋ ਗਏ ਐਬਸਫੋਰਡ ਦੇ ਵਿੱਚ ਜਿਹੜੇ ਰੋਜ਼ ਭਾਰਤੀ ਕਿਸਾਨਾਂ ਦੇ ਹੱਕ ਦੇ ਵਿੱਚ ਉਹ ਪ੍ਰਦਰਸ਼ਨ ਕਰਦੇ ਹੈਗੇ। ਇਹ ਫਰੀਡਮ ਆਫ ਐਕਸਪ੍ਰੈਸ਼ਨ ਹੀ ਹੈ, ਫਰੀਡਮ ਆਫ ਸਪੀਚ ਹੀ ਹੈ, ਡੈਮੋਕ੍ਰੇਸੀ ਹੈਗੀ ਹੈ ਕਿ ਅਸੀਂ ਕੈਨੇਡਾ ਦੇ ਵਿੱਚ ਰਹਿ ਕੇ ਮੋਦੀ ਨੂੰ ਕੁਛ ਵੀ ਗਾਲਾਂ ਕੱਢੀ ਚੱਲੀਏ,
ਉਹਦੇ ਖਿਲਾਫ ਪ੍ਰਦਰਸ਼ਨ ਕਰੀ ਚੱਲੀਏ, ਇਹ ਸਾਨੂੰ ਲੱਗਦਾ ਕਿ ਉਹ ਗਲਤ ਕਰ ਰਿਹਾ ਹੈਗਾ। ਅਸੀਂ ਉਹਦੇ ਹੱਕ ਉਹਦੇ ਅਗੇਂਸਟ ਖੜੇ ਹੈਗੇ ਹਾਂ। 96 ਦਿਨ ਹੋ ਗਿਆ ਬਸਫੋਰਡ ਦੇ ਵਿੱਚ, ਔਰ ਮੇਰੇ ਖਿਆਲ 'ਚ 97 ਕਿ 98 ਦਿਨ ਹੀ ਸਰੀ ਦੇ ਵਿੱਚ ਹੋ ਗਿਆ ਜਿਹੜੇ ਇੱਥੇ ਆਪਣੇ ਨੌਜਵਾਨ ਡੇਲੀ ਪ੍ਰਦਰਸ਼ਨ ਕਰਦੇ ਹੈਗੇ। ਔਰ ਕਿੰਨੀਆਂ ਹੀ ਜਿਹੜੀਆਂ ਰੈਲੀਆਂ BC ਦੇ ਵਿੱਚੋਂ ਵੈਨਕੂਵਰ ਕੌਂਸਲੇਟ ਤੱਕ ਜਾਂ ਸਰੀ ਦੇ ਵਿੱਚ ਜਾਂ ਬਸਫੋਰਡ ਦੇ ਵਿੱਚ ਨਿਕਲ ਚੁੱਕੀਆਂ, ਪਰ ਇੱਥੇ ਜੋ ਹੁਣ ਤੱਕ ਜੋ ਕੰਡੀਸ਼ਨ ਹੈਗੀ ਹੈ ਕਿ ਬਿਲਕੁਲ ਸ਼ਾਂਤਮਈ ਰਿਹਾ ਹੈਗਾ। ਕੋਈ ਕਿਸੇ ਦਾ ਕੋਈ ਇਦਾਂ ਦਾ ਖਲਲ ਨਹੀਂ ਕਿਸੇ ਨੇ ਪਾਇਆ। ਬਿਲਕੁਲ ਸ਼ਾਂਤਮਈ ਤਰੀਕੇ ਨਾਲ ਬੰਦੇ ਆਪਣਾ ਰੋਸ ਪ੍ਰਦਰਸ਼ਨ ਕਰਦੇ ਆ ਔਰ ਭਾਰਤੀ ਕਿਸਾਨਾਂ ਨੂੰ ਆਪਦੀ ਹਮਾਇਤ ਦਿੰਦੇ ਆ। ਪਰ ਜਿਹੜਾ ਆਪਾਂ ਦੇਖਦੇ ਹਾਂ ਕਿ ਜਦੋਂ ਬੀਤੇ ਦਿਨੀ ਜਿਹੜਾ ਬਰੈਂਪਟਨ ਦੇ ਵਿੱਚ ਹੁਣ ਜੇ ਅਸੀਂ ਗੱਲ ਕਰੀਏ ਕਿ ਸਾਡੇ ਕੋਲ ਜੇ ਫਰੀडम ਆਫ ਸਪੀਚ ਹੈਗੀ, ਸਾਡੇ ਕੋਲੇ ਫਰੀडम ਆਫ ਐਕਸਪ੍ਰੈਸ਼ਨ ਹੈਗਾ, ਤਾਂ ਵਿਰੋਧੀ ਪਾਰਟੀ ਕੋਲੇ ਵੀ ਹੈਗਾ। ਜੇ ਕਿਸੇ ਨੂੰ ਲੱਗਦਾ ਹੈ ਕਿ ਇਹ ਕਾਨੂੰਨ ਸਹੀ ਹੈਗਾ, ਜੇ ਕੋਈ ਭਾਜਪਾ ਦਾ ਹਮਾਇਤੀ ਹੈਗਾ, ਤਾਂ ਉਹ ਆਪਦੀ ਰੈਲੀ ਕਰ ਸਕਦਾ ਹੈਗਾ। ਬਿਲਕੁਲ। ਔਰ ਉਸ ਰੈਲੀ ਦਾ ਵਿਰੋਧ ਕਰਨ ਦਾ ਵੀ ਸਾਡੇ ਕੋਲੇ ਹੱਕ ਹੈ। ਡੈਮੋਕ੍ਰੇਸੀ ਦੇ ਮੁਤਾਬਿਕ ਅਸੀਂ ਜੇ ਉਹ ਰੈਲੀ ਹੱਕ ਦੇ ਵਿੱਚ ਕੱਢ ਰਹੇ ਤਾਂ ਅਸੀਂ ਉਹਦੇ ਵਿੱਚ ਵਿਰੋਧ ਕਰ ਸਕਦੇ ਹਾਂ, ਅਸੀਂ ਉਹਨਾਂ ਨੂੰ ਗਲਤ ਕਹਿ ਸਕਦੇ ਹਾਂ। ਪਰ ਜੇ ਅਸੀਂ ਗਾਲਾਂ ਕੱਢੀਏ ਮਾਵਾਂ ਭੈਣਾਂ ਦੀਆਂ, ਉਹਨਾਂ ਦੀਆਂ ਜਾਤਾਂ ਪਰਖੀਏ, ਉਹਨਾਂ ਦੇ ਧਰਮ ਤੇ ਜਾਈਏ, ਉਹਨਾਂ ਨੂੰ ਗੰਦਮੰਦ ਬਕੀਏ ਔਰ ਅਸੀਂ ਉਹਨਾਂ ਨੂੰ ਧੱਕੇ ਮਾਰੀਏ, ਮੇਰੇ ਖਿਆਲ 'ਚ ਡੈਮੋਕ੍ਰੇਸੀ ਲਈ ਸਹੀ ਨਹੀਂ ਹੈ। ਅਸੀਂ ਜਿਹੜੇ ਮੁਲਕ ਦੇ ਵਿੱਚ ਆਏ ਹਾਂ ਉੱਥੋਂ ਉੱਠ ਕੇ ਇਹ ਸੋਚ ਕੇ ਆਏ ਹਾਂ ਕਿ ਇੱਥੇ ਤਾਂ ਬੜਾ ਚੰਗਾ ਮੁਲਕ ਹੈ, ਬੜੀ ਡੈਮੋਕ੍ਰੇਸੀ ਹੈ, ਬੜੀ ਜਾਨ ਦੀ ਕੀਮਤ ਹੈ। ਪਰ ਜੇ ਕੋਈ ਵੀ ਤੁਹਾਨੂੰ ਆਪਦੀ ਗੱਲ ਰੱਖਣ ਨਹੀਂ ਦੇਊਗਾ, ਕੋਈ ਤੁਹਾਨੂੰ ਧੱਕਾ ਮਾਰ ਜਾਊਗਾ, ਕੋਈ ਤੁਹਾਨੂੰ ਗਾਲਾਂ ਕੱਢੂਗਾ, ਤਾਂ ਕਿਸੇ ਨੂੰ ਵੀ ਚਾਹੇ ਚੰਗਾ ਨਹੀਂ ਲੱਗੂਗਾ। ਔਰ ਇਹਦੇ ਨਾਲ ਪੂਰੀ ਕਮਿਊਨਿਟੀ ਦਾ ਨਾਮ ਆਈ ਥਿੰਕ ਸੋ ਬਦਨਾਮ ਹੀ ਹੋਊਗਾ ਜੀ। ਆਪਾਂ ਜਦੋਂ ਅਸੀਂ ਕਿਸਾਨੀ ਸੰਘਰਸ਼ ਦੀ ਹਮਾਇਤ ਦੇ ਵਿੱਚ ਖੜੇ ਹਾਂ ਤਾਂ ਆਪਾਂ ਜਿਹੜਾ ਆਪਣਾ ਧਿਆਨ ਹੈ ਉਹ ਕਿਸਾਨੀ ਸੰਘਰਸ਼ ਤੇ ਕੇਂਦਰਿਤ ਰੱਖੀਏ। ਇਹ 'ਚ ਕੋਈ ਸ਼ੱਕ ਨਹੀਂ ਕਿ ਜਿਹੜੀ ਰੈਲੀ ਆ ਉਹ ਭਾਜਪਾ ਸਮਰਥਕਾਂ ਵੱਲੋਂ ਕੱਢੀ ਗਈ ਸੀਗੀ। ਇੱਥੇ ਵੀ ਇੱਕ ਰੈਲੀ ਜਿਹੜੀ ਭਾਜਪਾ ਤਿਰੰਗਾ ਰੈਲੀ ਜਿਹੜੀ ਹੈਗੀ ਆ ਭਾਜਪਾ ਸਮਰਥਕਾਂ ਵੱਲੋਂ ਕੱਢੀ ਗਈ ਸੀ। ਉਸ ਤੋਂ ਬਾਅਦ ਵਿੱਚ ਵੀ ਦੇਖਣ ਨੂੰ ਮਿਲਿਆ ਸੀਗਾ ਕਿ ਕੁਝ ਵਿਅਕਤੀਆਂ ਵੱਲੋਂ ਉਹਨਾਂ ਨੂੰ ਡਰਾਇਆ ਗਿਆ, ਜਿਹੜੇ ਆਪਣੇ ਇਮੀਗ੍ਰੇਸ਼ਨ ਦਾ ਕੰਮ ਵੀ ਕਰਦੇ ਹੈਗੇ, ਉਹਨਾਂ ਵੱਲੋਂ ਬਾਅਦ 'ਚ ਇੰਡੀਆ ਜਾ ਕੇ ਵੀ ਕਿਹਾ ਗਿਆ ਕਿ ਮੈਨੂੰ ਜਿਹੜਾ ਡਰਾਇਆ ਜਾ ਰਿਹਾ ਹੈਗਾ, ਲਗਾਤਾਰ ਮੈਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ, ਮੇਰੇ ਆਫਿਸ ਨੂੰ ਬੰਦ ਕਰਨ ਦਾ ਯਤਨ ਕੀਤਾ ਜਾ ਰਿਹਾ। ਔਰ ਇਹੀ ਕੁਛ ਜਿਹੜਾ ਹੁਣ ਬਰੈਂਪਟਨ ਦੇ ਵਿੱਚ ਦੇਖਣ ਨੂੰ ਮਿਲ ਰਿਹਾ, ਇਹ ਇਨਟੋਲਰੈਂਸ ਦਾ ਪ੍ਰਗਟਾਵਾ ਹੈਗਾ ਗਿੱਲ ਸਾਹਿਬ, ਕਿ ਅਸੀਂ ਬਰਦਾਸ਼ਤ ਨਹੀਂ ਕਰ ਪਾ ਰਹੇ ਜੇ ਕੋਈ ਹੋਰ ਰੈਲੀ ਕਰਦਾ ਹੈਗਾ। ਮੈਂ ਕਹਿੰਦਾ ਕਿ ਸਾਨੂੰ ਬਿਲਕੁਲ ਹੱਕ ਹੈਗਾ ਕਿ ਅਸੀਂ ਬਿਲਕੁਲ ਉਹਨਾਂ ਦਾ ਵਿਰੋਧ ਕਰੀਏ, ਪਰ ਸ਼ਾਂਤਮਈ ਤਰੀਕੇ ਨਾਲ ਕਰੀਏ। ਵਿਰੋਧ ਪ੍ਰਦਰਸ਼ਨ ਕਰਨ ਦੇ ਸਿੰਬੋਲਿਕ ਵਿਰੋਧ ਪ੍ਰਦਰਸ਼ਨ ਉਸ ਦਿਨ ਹੋ ਸਕਦਾ ਸੀਗਾ, ਸਿੰਬੋਲਿਕ ਤਰੀਕੇ ਨਾਲ ਹੋਰ ਵੱਖਰੇ ਵੱਖਰੇ ਤਰੀਕਿਆਂ ਨਾਲ ਉਹਨਾਂ ਦਾ ਵਿਰੋਧ ਹੋ ਸਕਦਾ ਸੀ। ਤੁਸੀਂ ਕੱਢੋ ਨਾਲ ਰੈਲੀ, ਬਿਲਕੁਲ ਉਹਨਾਂ ਦੇ ਬਰਾਬਰ। ਜੇ ਉਹ 50 ਦੀ ਕੱਢਦੇ ਤਾਂ 150 ਕਾਰ ਦੀ ਰੈਲੀ ਕੱਢੀ ਜਾ ਸਕਦੀ ਸੀ, ਜੇ ਉਹ 150 ਦੀ ਕੱਢਦੇ ਤਾਂ 500 ਕਾਰ ਦੀ ਰੈਲੀ ਕੱਢੀ ਜਾ ਸਕਦੀ ਸੀਗੀ, ਪੂਰਾ ਸ਼ਹਿਰ ਦੇ ਵਿੱਚ ਰੈਲੀ ਕੱਢੀ ਜਾ ਸਕਦੀ ਸੀ, ਲਗਾਤਾਰ ਡੇਲੀ ਰੈਲੀ ਕੱਢੀ ਜਾ ਸਕਦੀ ਸੀ। ਪਰ ਗਾਲੀ ਗਲੋਚ ਕਰਨਾ, ਹੱਥੋਂ ਪਾਈ ਹੋ ਜਾਣਾ, ਧੱਕੇ ਮਾਰਨੇ, ਕਾਰਾਂ ਨੂੰ ਠੁੱਡੇ ਮਾਰਨੇ, ਮਾਵਾਂ ਭੈਣਾਂ ਦੀਆਂ ਗਾਲਾਂ ਕੱਢਣੀਆਂ, ਮੈਨੂੰ ਲੱਗਦਾ ਕਿ ਨੀਵੇਂ ਜਾਤੀ ਸੂਚਕ ਸ਼ਬਦ ਮਾੜੇ ਲੱਗੇ ਜੀ। ਬਿਲਕੁਲ। ਔਰ ਇਹ ਮੈਨੂੰ ਲੱਗਦਾ ਕਿ ਨੀਵੇਂ ਪੱਧਰ ਤੇ ਜਾ ਰਹੇ ਹੈਗੇ ਆਪਾਂ, ਜਦੋਂ ਆਪਾਂ ਕੈਨੇਡਾ ਦੇ ਵਿੱਚ ਡੈਮੋਕ੍ਰੈਟਿਕ ਮੁਲਕ ਦੇ ਵਿੱਚ ਹੈਗੇ ਜਿੱਥੇ ਫਰੀडम ਆਫ ਐਕਸਪ੍ਰੈਸ਼ਨ ਹੈ, ਫਰੀडम ਆਫ ਸਪੀਚ ਹੈ, ਇਦਾਂ ਦੀ ਜਿਹੜੀ ਕਾਰਵਾਈ ਹੈਗੀ ਹੈ ਇਹਦੀ ਹਮਾਇਤ ਨਾ ਕਰਕੇ ਅਸੀਂ ਇਹਦੀ ਜੇ ਨਿੰਦਾ ਕਰਦੇ ਹਾਂ ਤਾਂ ਆਈ ਥਿੰਕ ਸੋ ਕਮਿਊਨਿਟੀ ਦਾ ਇਹਦੇ ਵਿੱਚ ਹੀ ਫਾਇਦਾ ਹੈਗਾ ਲੌਂਗ ਟਰਮ ਲਈ। ਹਾਂ ਬਿਲਕੁਲ। ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਤੁਹਾਨੂੰ ਉਹਦੇ ਪਰਸਨਲ ਐਕਸਪੀਰੀਅੰਸ ਦੇ ਵਿੱਚੋਂ ਦੱਸਦਾ ਕਿ ਮੈਂ ਐਤਵਾਰ ਨੂੰ ਐਪੀਸੋਡ ਰੈਲੀ ਕਵਰ ਕਰ ਰਿਹਾ ਸੀ। ਉੱਥੇ ਪੁਲਿਸ ਪਹੁੰਚ ਗਈ ਜੀ ਮੌਕੇ ਤੇ। ਜਦੋਂ ਉਹ ਸ਼ੁਰੂ ਕਰਨ ਲੱਗੇ ਤਾਂ ਉਹਨਾਂ ਨੂੰ ਇਹੀ ਗੱਲ ਕਹੀ ਕਿ ਤੁਸੀਂ COVID-19 ਦੇ ਪ੍ਰੋਟੋਕੋਲਸ ਨੂੰ ਫੋਲੋ ਕਰੋ, ਅਸੀਂ ਤੁਹਾਡੀ ਸੇਫਟੀ ਲਈ ਹੈਗੀਆਂ ਇੱਥੇ। ਉਹਨਾਂ ਨੇ 3-4 ਕਾਰਾਂ ਵੀ ਆਪਦੀਆਂ ਜਿਹੜੀਆਂ ਲਾਈਆਂ ਅਨਮਾਰਕਡ ਕਾਰਾਂ ਸੀਗੀਆਂ, ਸਿਵਲ ਡਰੈਸ ਦੇ ਵਿੱਚ ਪੁਲਿਸ ਵਾਲੇ ਸੀਗੇ ਕਿ ਸੇਫਟੀ ਬਣੀ ਰਵੇ। ਉਹਨਾਂ ਨੇ ਕਿਹਾ ਕਿ ਤੁਸੀਂ ਆਪਦੀ ਨੂੰ ਰੈਲੀ ਕੱਢਣ ਦਾ ਹੱਕ ਹੈ, ਤੁਹਾਨੂੰ ਫਰੀडम ਆਫ ਐਕਸਪ੍ਰੈਸ਼ਨ ਹੈ, ਫਰੀडम ਆਫ ਸਪੀਚ ਹੈ, ਤੁਸੀਂ ਆਪਦੀ ਗੱਲ ਰੱਖੋ। ਪਰ ਜੇ ਅਸੀਂ ਏਦਾਂ ਕੁੱਟਮਾਰ ਤੇ ਉਤਰਾਵਾਂਗੇ ਤਾਂ ਕੀ ਕੱਲ ਨੂੰ ਰੈਲੀਆਂ ਹੋ ਸਕਣਗੀਆਂ? ਕੱਲ ਨੂੰ ਇਜਾਜ਼ਤ ਦੇਣ ਵੇਲੇ ਪੁਲਿਸ ਅਧਿਕਾਰੀ 100 ਵਾਰ ਸੋਚਿਆ ਕਰਨਗੇ ਕਿ ਲੋਕ ਇਹੀ ਕੁਛ ਤਾਂ ਨਹੀਂ ਕਰਨਗੇ ਕਿ ਅਸੀਂ ਇੱਕ ਨੂੰ ਇਜਾਜ਼ਤ ਦਿੱਤੀ, ਦੂਜੇ ਬੰਦੇ ਦੀ ਕੁੱਟਮਾਰ ਤਾਂ ਨਹੀਂ ਕਰ ਜਾ ਕਰਨਗੇ, ਕਿ ਸਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਰੈਲੀ ਕੱਢਣ ਦੀ ਇਜਾਜ਼ਤ ਮਿਲੂਗੀ ਜੇ ਅਸੀਂ। ਨਾਲੇ ਟੂਲ ਹੈ ਸਰਬੀਤ, ਟੂਲ ਹੈ ਇੱਕ ਜਿਹੜਾ ਕਿਸਾਨ ਇਸ ਬਿੱਲ ਦੇ ਖਿਲਾਫ ਜਿਹੜਾ ਟੂਲ ਇਜਾਜ਼ਤ ਦੇ ਰਿਹਾ ਉਹੀ ਉਧਰ ਦੇ ਰਿਹਾ। ਹੁਣ ਉਹ ਭਾਈਚਾਰੇ ਚੋਂ 9 ਕੁਛ ਭੇਜਿਆ ਗੁਜਰਾਤੀ ਕਮਿਊਨਿਟੀ ਦੇ ਵੀ ਉਹ ਜੀ ਪੈਟਰਿਕ ਬਰਾਊਨ ਦੇ ਨੇੜੇ ਨੇ, ਉਹ ਜੀ ਰਾਜਨੀਤੀ 'ਚ ਨੇ। ਜਿਹੜੇ ਅਸੀਂ ਇਨਵੋਲਵ ਹੋਏ ਇਸ ਕਿਸਾਨ ਵਿਰੋਧੀ ਰੈਲੀ 'ਚ, ਅਸੀਂ ਵੀ ਪੋਲੀਟੀਕਲ ਇਨਵੋਲਵ ਨੇ, ਬਹੁਤ ਲੋਕ ਕੁਛ ਰਾਜਨੀਤਿਕ ਨੇ, ਕੁਛ ਬਿਜ਼ਨਸ ਦੇ ਵਿੱਚ ਨੇ। ਮੇਰੇ ਖਿਆਲ ਉਹ ਜਿਹੜੀ ਵਾਇਰਲ ਹੋ ਰਹੀ ਵੀਡੀਓ ਹੈ ਨਾ ਜੀ, ਉਹ ਐਕਸੈਪਟੇਬਲ ਨਹੀਂ ਹੈ ਜੀ। ਬਿਲਕੁਲ ਬਿਲਕੁਲ। ਜਿਹੜੀ ਗਲਤ ਗੱਲ ਆ ਉਹ ਗਲਤ ਗੱਲ ਜੀ। ਜੇ ਅਸੀਂ ਕਹੀਏ ਕਿ ਜਿਹੜੇ ਬੰਦਿਆਂ ਨੇ ਇਹ ਰੈਲੀ ਤਿਰੰਗਾ ਰੈਲੀ, ਚਾਹੇ ਉਹ ਵੈਨਕੂਵਰ ਦੇ ਵਿੱਚ ਆਯੋਜਿਤ ਕੀਤੀ ਗਈ ਸੀ, ਚਾਹੇ ਉਹ ਬਰੈਂਪਟਨ ਦੇ ਵਿੱਚ, ਜੇ ਉਹ ਬੰਦੇ ਪੋਲਿਟਿਕਸ ਕਰਦੇ ਨੇ, ਉਹ ਬੰਦੇ ਪੋਲੀਟੀਕਲ ਐਕਟਿਵ ਪਾਰਟੀਆਂ ਨਾਲ ਜੁੜੇ ਹੋਏ ਨੇ, ਤਾਂ ਇੱਥੇ ਵੀ ਜਿਹੜੇ ਬੰਦੇ ਕਿਸਾਨੀ ਸੰਘਰਸ਼ ਦੇ ਵਿੱਚ ਹੈਗੇ ਨੇ, ਜੀ ਹਾਂ ਬਿਲਕੁਲ, ਕੋਈ ਅਕਾਲੀ ਆ, ਕੋਈ ਕਾਂਗਰਸੀ ਆ, ਕੋਈ ਆਮ ਆਦਮੀ ਦਾ, ਬਿਲਕੁਲ ਬਿਲਕੁਲ, ਹਰੇਕ ਬੰਦਾ ਕਿਸੇ ਨਾ ਕਿਸੇ ਪਾਰਟੀ, ਕਿਸੇ ਨਾ ਕਿਸੇ ਵਿਚਾਰਧਾਰਾ ਨਾਲ ਆਪਦੇ ਅੰਦਰੂਨੀ ਲੈਵਲ ਤੇ ਜੁੜਿਆ ਹੋਇਆ। ਪਰ ਜਦੋਂ ਅਸੀਂ ਕਿਸਾਨੀ ਸੰਘਰਸ਼ ਦੀ ਗੱਲ ਕਰਦੇ, ਅਸੀਂ ਕਹਿੰਦੇ ਕਿ ਅਸੀਂ ਉਹ ਸਾਰੀਆਂ ਪਾਰਟੀ ਤੋਂ ਉੱਪਰ ਉੱਠ ਕੇ ਕਿਸਾਨੀ ਸੰਘਰਸ਼ ਦੀ ਹਮਾਇਤ ਕਰਦੇ ਹਾਂ। ਪਰ ਮੈਨੂੰ ਲੱਗਦਾ ਕਿ ਇਦਾਂ ਦੀਆਂ ਜਿਹੜੀਆਂ ਹਰਕਤਾਂ ਹੈਗੀਆਂ, ਇਦਾਂ ਦੀਆਂ ਜਿਹੜੀਆਂ ਇਹ ਘਟਨਾਵਾਂ ਹੈਗੀਆਂ, ਇਹ ਕਿਤੇ ਨਾ ਕਿਤੇ ਕਿਸਾਨੀ ਸੰਘਰਸ਼ ਨੂੰ ਅਸਿੱਧੇ ਰੂਪ 'ਚ ਢਾਹ ਹੀ ਲਾ ਰਹੇ ਹੈਗੇ। ਕਿਤੇ ਇਹ ਨਾ ਹੋਵੇ ਕਿ ਕੱਲ ਨੂੰ ਜਿਹੜਾ ਭਾਰਤੀ ਮੀਡੀਆ ਜਾਂ ਇੰਟਰਨੈਸ਼ਨਲ ਮੀਡੀਆ ਕਹਿਣ ਲੱਗ ਪਵੇ ਕਿ ਇੱਥੇ ਤਾਂ ਰੈਲੀਆਂ ਦੇ ਨਾਮ ਤੇ ਹੋਰ ਹੀ ਸਿਆਸਤ ਹੋ ਰਹੀ, ਜਿਵੇਂ ਭਾਈ ਸਾਹਿਬ ਤੁਹਾਡੇ ਕਾਲਰ ਆਏ, ਉਹਨਾਂ ਨੇ ਕਿਹਾ ਝੰਡਾ ਪੱਟ ਗਿਆ। ਜੇ
ਅਸੀਂ ਫਰੀडम ਆਫ ਸਪੀਚ ਹੈਗੀ, ਫਰੀडम ਆਫ ਐਕਸਪ੍ਰੈਸ਼ਨ ਆ, ਅਸੀਂ ਕਿਸੇ ਮਰਜ਼ੀ ਦਾ ਝੰਡਾ ਲਾਈਏ। ਮੈਂ ਦੇਖਦਾ ਕਿ ਇੱਥੇ ਬਹੁਤ ਸਾਰੇ ਲੋਕਾਂ ਨੇ ਕੈਨੇਡਾ ਦਾ ਝੰਡਾ ਲਾਇਆ ਹੁੰਦਾ ਹੈਗਾ, ਕੋਈ ਖਾਲਿਸਤਾਨ ਦਾ ਝੰਡਾ ਲਾਵੇ, ਕੋਈ ਕੈਨੇਡਾ ਦਾ ਝੰਡਾ ਲਾਵੇ, ਕੋਈ ਕੇਸਰੀ ਝੰਡਾ ਲਾਵੇ, ਕਿਸੇ ਤਰ੍ਹਾਂ ਦਾ ਮਰਜ਼ੀ ਝੰਡਾ ਲਾਵੇ ਜੀ, ਉਹਨੂੰ ਆਜ਼ਾਦੀ ਹੋਣੀ ਚਾਹੀਦੀ ਹੈਗੀ ਹੈ। ਜੇ ਤੁਸੀਂ ਉਹ ਝੰਡੇ ਨੂੰ ਨਹੀਂ ਪਸੰਦ ਕਰਦੇ, ਤੁਸੀਂ ਆਪਦੇ ਘਰ 'ਚ ਕੋਈ ਹੋਰ ਝੰਡਾ ਲਾ ਲਓ, ਪਰ ਤੁਸੀਂ ਕਿਸੇ ਦਾ ਪਟੋਗੇ, ਇਹ ਤਾਂ ਬੜੀ ਗਲਤ ਗੱਲ ਹੈ ਜੀ। ਇਦਾਂ ਹੀ ਤੁਸੀਂ ਜੇ ਰੈਲੀ ਕਰਨੀ ਹੈ, ਤੁਸੀਂ ਵੱਡੀ ਰੈਲੀ ਕਰ ਲਓ, ਰੋਜ਼ ਰੈਲੀ ਕਰ ਲਓ, 200-400 ਘਰਾਂ ਦੀ ਰੈਲੀ ਕਰ ਲਓ, ਪਰ ਜੇ ਤੁਸੀਂ ਕਿਸੇ ਦੀ ਰੋਕੋਗੇ ਚੱਲਦੀ ਰੈਲੀ ਨੂੰ, ਉਹ 'ਚ ਠੁੱਡੇ ਮਾਰੋਗੇ, ਗਾਲਾਂ ਕੱਢੋਗੇ, ਮੈਨੂੰ ਲੱਗਦਾ ਕਿ ਨੀਵੇਂ ਪੱਧਰ ਦੀ ਸਿਆਸਤ ਹੈ ਜੀ, ਨੀਵੇਂ ਪੱਧਰ ਦੀ ਕਾਰਵਾਈ ਹੈ ਇਹ। ਇਵੈਂਚੁਅਲੀ ਉਹ ਜਿਹੜਾ ਕਾਨੂੰਨ ਤੁਹਾਨੂੰ ਅਲਾਉ ਕਰਦਾ, ਉਹ ਕਾਨੂੰਨ ਤੁਹਾਡੇ ਤੇ ਜਿਹੜਾ ਤੁਹਾਡੇ ਸਿਰ ਤੇ ਬਹਿ ਜੂ ਵੀ ਅਸੀਂ ਨਹੀਂ ਜੀ ਕਰਨ ਦਿੰਦੇ। ਜੇ ਪੁਲਿਸ ਤੁਹਾਨੂੰ ਇੰਟਰਵੀਨ ਕਰੂ ਤੇ ਉਹਦੇ 'ਚ ਫੇਸਬੁੱਕ ਤੇ ਕੁਝ ਲਿਖ ਵੀ ਰਹੇ ਨੇ, ਕਮਿਊਨਿਟੀ 'ਚ ਉੱਥੇ ਕੰਮ ਕਰਦੇ ਆ, ਉਹ ਜੀ ਅਸੀਂ ਫਿਰ ਜਦੇ ਹੀ ਆ ਗਏ, ਫਿਰ ਅਸੀਂ ਉਹਨਾਂ ਦੀ ਰੈਲੀ ਖੰਡਾ ਦਿੱਤੀ। ਇਹ ਨਹੀਂ ਸ਼ਬਦ ਹੈ ਠੀਕ। ਇਹਦੇ ਲਈ ਮਤਲਬ ਉਹਨਾਂ ਨੇ ਕਿਉਂ ਖੰਡਾਉਣੀ ਆ? ਤੁਸੀਂ ਆਪਣੀ ਕੱਢ ਲਓ, ਤੁਸੀਂ ਜਿੰਨੇ ਮਰਜ਼ੀ ਸਲੋਗਨ ਲੈ ਲਓ। ਇੱਕ ਕਾਲਰ ਲੈ ਲਈਏ ਜੀ, ਆਪਾਂ ਅੱਗੇ ਚੱਲਦੇ ਹਾਂ। ਸਿੰਘ ਸਾਹਿਬ, ਪ੍ਰਭਜੋਤਪਾਲ ਸਿੰਘ ਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਸਿੰਘ ਸਾਹਿਬ, ਜਿਹੜੇ ਉੱਥੇ ਬਰੈਂਪਟਨ 'ਚ ਜੋ ਵੀ ਹੋਇਆ ਉਹਦਾ ਬਾਰੇ ਮੈਨੂੰ ਬੜਾ ਡਿਟੇਲ ਨਹੀਂ ਪਤਾ। ਜੇ ਉੱਥੇ ਵਾਇਲੈਂਸ ਹੋਈ ਆ ਤੇ ਬਿਲਕੁਲ ਉਹਦੇ ਚਾਰजेस ਵਗੈਰਾ ਲੱਗਣੇ ਚਾਹੀਦੇ। ਪਰ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਉਦਾਹਰਨ ਦਿੰਦਾ। ਸਾਡੇ ਐਡਮਿੰਟਨ ਦੇ ਵਿੱਚ 27 ਤਰੀਕ ਨੂੰ ਪ੍ਰੋਟੈਸਟ ਰੈਲੀ ਇਹਨਾਂ ਵੱਲੋਂ ਰੱਖੀ ਸੀ ਭਾਰਤ ਦੇ ਹੱਕ ਦੇ ਵਿੱਚ, ਤੇ ਉਹ ਜਦੋਂ ਪਤਾ ਲੱਗਾ ਤੇ ਮੈਂ ਆਲੇ ਦੁਆਲੇ ਵੀ ਗੱਲਬਾਤ ਕੀਤੀ ਤਾਂ ਵੀ ਮੈਂ ਉਹ ਜਿਹੜੇ ਆਰਗੇਨਾਈਜ਼ਰ ਸੀ ਉਹਨਾਂ ਚੋਂ 3 ਜਾਣਿਆਂ ਨੂੰ ਮੈਂ ਫੋਨ ਕਰ ਲਿਆ, ਤੇ ਉਹ ਜਦੋਂ ਤਿੰਨਾਂ ਨੂੰ ਮੈਂ ਫੋਨ ਕੀਤਾ ਤਾਂ ਉਹ ਤਿੰਨੇ ਕਹਿੰਦੇ ਵੀ ਅਸੀਂ ਕਿਸਾਨਾਂ ਦੇ ਹੱਕ 'ਚ ਆ, ਵੀ ਸਾਡੀ ਕੋਈ ਮਨਸ਼ਾ ਨਹੀਂ ਹੈਗੀ ਜਿਹਨੇ ਆਰਗੇਨਾਈਜ਼ ਕੀਤੀ ਹੈਗੀ ਆ, ਉਹਨ ਆਪਣੀ ਮਨਮਰਜ਼ੀ ਨਾਲ ਸਾਡੇ ਨਾਂ ਪਾਤੇ ਹੈਗੇ ਆ। ਤੇ ਉਹਨਾਂ ਨੂੰ ਮੈਂ ਕਿਹਾ ਕੋਈ ਗੱਲ ਨਹੀਂ, ਜੇ ਤੁਹਾਡੇ ਨਾਂ ਪਾਤੇ ਖਰੀ ਬਾਬਾ ਵੀ ਤੁਸੀਂ ਦੱਸ ਦਿੱਤਾ ਹੈਗਾ ਆ, ਤੇ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਆ, ਦੇਖੋ ਮੇਰਾ ਹਿੰਦੂ ਭਾਈਚਾਰੇ ਨਾਲ ਕੋਈ ਦੁੱਖ ਨਹੀਂ ਹੈਗਾ, ਬਿਲਕੁਲ ਸਾਡਾ ਕੋਈ ਵਿਰੋਧ ਨਹੀਂ, ਪਰ ਇੱਕ ਗੱਲ ਜ਼ਰੂਰ ਆ, ਉੱਥੇ ਦੇ ਜਿਹੜੇ ਸ਼ਾਸਕ ਹੈਗੇ ਆ ਅਸੀਂ ਉਹਨਾਂ ਦੇ ਵਿਰੋਧੀ ਆ, ਤੇ ਤੁਹਾਡਾ ਜਿੱਥੇ ਇੱਥੇ ਹੱਕ ਹੈਗਾ ਆ ਪੀਸਫੁਲੀ ਆਪਣਾ ਜਿਹੜਾ ਦੱਸਣ ਦਾ ਵੀ ਤੁਸੀਂ ਉਹਨਾਂ ਦੇ ਹੱਕ ਦੇ ਵਿੱਚ ਆ, ਤੁਸੀਂ ਜੀ ਸਦਕੇ ਕਰੋ। ਪਰ ਮੈਂ ਤੁਹਾਨੂੰ ਇੰਨੀ ਗੱਲ ਦੱਸਣੀ ਚਾਹੁੰਦਾ ਆ ਕਿ ਜਦੋਂ ਤੁਸੀਂ ਉਹ ਕਰ ਰਹੇ ਹੋਵੋਗੇ ਤਾਂ ਅਸੀਂ ਵੀ ਤੁਹਾਡਾ ਉੱਥੇ ਪੀਸਫੁਲੀ ਤੁਹਾਡਾ ਅਸੀਂ ਪ੍ਰੋਟੈਸਟ ਕਰਾਂਗੇ, ਜਿਹੜਾ ਜੋ ਤੁਸੀਂ ਉੱਥੇ ਹਿੰਦੁਸਤਾਨ ਦੀ ਸਰਕਾਰ ਦੇ ਹੱਕ ਵਿੱਚ ਜੋ ਕਰ ਰਹੇ ਹੋਵੋਗੇ, ਉਹਨਾਂ ਦੇ ਬਿੱਲਾਂ ਦੇ ਹੱਕ 'ਚ ਜੋ ਕਰ ਰਹੇ ਹੋਵੋਗੇ। ਤੇ ਉਹ ਚਲੋ ਗੱਲਬਾਤ ਚੱਲੀ, ਹੋਰਨਾਂ ਨੇ ਵੀ ਉਹਨਾਂ ਨੂੰ ਗੱਲਾਂ ਬਾਤਾਂ ਕੀਤੀਆਂ, ਤਾਂ ਉਹ ਜਿਹੜੀ ਰੈਲੀ ਆ ਕੈਂਸਲ ਹੋ ਗਈ। ਇਹ ਗੱਲ ਸਹੀ ਆ, ਸਾਨੂੰ ਰੈਲੀ ਕਰਨ ਦਾ ਪ੍ਰੋਟੈਸਟ ਕਰਨ ਦਾ ਹੱਕ ਆ, ਤੇ ਜੇ ਸਾਡੇ ਵਿਰੋਧ 'ਚ ਵੀ ਆ ਕੇ ਜੇ ਕੋਈ ਕਰਦਾ ਆ ਤੇ ਉਹ ਜੀ ਸਦਕੇ ਆਵੇ, ਉਹ ਆਪਣੀ ਗੱਲ ਦੱਸੇ। ਇਹ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਵੀ ਅਸੀਂ ਜਿਹੜਾ ਆ ਦੂਸਰਿਆਂ ਦੀਆਂ ਰੈਲੀਆਂ ਨੂੰ ਹੋਣ ਨਾ ਦਈਏ ਤੇ ਅਸੀਂ ਆਪ ਜਾ ਕੇ ਚਾਹੀਏ ਵੀ ਉਹ ਹੱਕ ਸਾਨੂੰ ਮਿਲਣਾ। ਏਦਾਂ ਨਹੀਂ ਹੋਣਾ। ਆਪਾਂ ਇਸ ਭਾਈਚਾਰੇ 'ਚ ਰਹਿੰਦੇ ਆ ਜਿੱਥੇ ਸਾਨੂੰ ਹੱਕ ਆ ਇੱਕ ਦੂਜੇ ਦਾ ਪੀਸਫੁਲੀ ਵਿਰੋਧ ਕਰਨ ਦਾ, ਇੱਕ ਦੂਜੇ ਨੂੰ ਆਪਣੀ ਗੱਲ ਦੱਸਣ ਦਾ। ਸੋ ਇਹ ਤਰੀਕਾ ਵਰਤਣਾ ਚਾਹੀਦਾ। ਹੁਣ ਉੱਥੇ ਕੀ ਹੋਇਆ ਉਹਦੇ ਬਾਰੇ ਮੈਂ ਕੋਈ ਕਮੈਂਟ ਨਹੀਂ ਕਰਨਾ ਕਿ ਮੈਨੂੰ ਨਿੱਜੀ ਕੋਈ ਉਹਦੇ ਬਾਰੇ ਜਾਣਕਾਰੀ ਨਹੀਂ ਹੈਗੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਸੌਰੀ ਸਰਮੀਤ, ਆਪਾਂ ਇਸ ਨੂੰ ਖਬਰਾਂ ਦਾ ਸਮਾਂ ਹੋ ਜਾਣਾ, ਅਖੀਰ 'ਚ ਕੀ ਕਹਿਣਾ ਚਾਹੁੰਦੇ? ਜੀ ਬਿਲਕੁਲ, ਮੇਰੀ ਇਹੀ ਬੇਨਤੀ ਹੈ ਕਿ ਭਾਈਚਾਰੇ ਨੂੰ ਆਪਾਂ ਰੈਲੀਆਂ ਬਿਲਕੁਲ ਕਰੀਏ, ਬਿਲਕੁਲ ਆਪਾਂ ਵਿਰੋਧ ਪ੍ਰਦਰਸ਼ਨ ਕਰੀਏ। ਮੈਂ ਵੀ ਪਰਸਨਲੀ ਕਹਿੰਦਾ ਕਿ ਕਿਸਾਨ ਜਿਹੜਾ ਉਹ ਸਹੀ ਕਰ ਰਹੇ ਹੈਗੇ ਆ, ਔਰ ਸਾਨੂੰ ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ ਕਰਨੀ ਚਾਹੀਦੀ ਹੈ ਹਰ ਤਰੀਕੇ ਨਾਲ, ਚਾਹੇ ਉਹਨਾਂ ਦੀ ਅਸੀਂ ਫਾਈਨੈਂਸ਼ੀਅਲੀ ਹੈਲਪ ਕਰੀਏ, ਚਾਹੇ ਅਸੀਂ ਰਾਤ ਨੂੰ ਖੜ ਕੇ ਕਰੀਏ, ਚਾਹੇ ਦਿਨੇ ਖੜ ਕੇ ਕਰੀਏ, ਚਾਹੇ ਅਸੀਂ ਕਾਰ ਰੈਲੀ ਕਰਕੇ ਕਰੀਏ, ਕਿਸੇ ਵੀ ਤਰੀਕੇ ਹਰ ਜਾਇਜ਼ ਤਰੀਕੇ ਨਾਲ ਅਸੀਂ ਉਹਨਾਂ ਦੀ ਹਮਾਇਤ ਕਰੀਏ। ਚਾਹੇ ਆਪੋ ਆਪਣੇ ਪਿੰਡਾਂ ਦੇ ਵਿੱਚੋਂ ਅਸੀਂ ਬੰਦੇ ਭੇਜੀਏ, ਜਿਵੇਂ ਮੈਂ ਆਪਦੇ ਫਾਦਰ ਸਾਹਿਬ ਨੂੰ ਕਿਹਾ ਹੋਇਆ ਕਿ ਜਦੋਂ ਵੀ ਟਾਈਮ ਲੱਗਦਾ ਹੈ ਦਿੱਲੀ ਜਾਂ ਜਗਰਾਉਂ ਜਿੱਥੇ ਵੀ ਰੈਲੀ ਹੁੰਦੀ ਹੈ ਕਾਲ ਆਉਂਦੀ ਹੈ, ਜ਼ਰੂਰ ਪਹੁੰਚਿਆ ਜਾਵੇ। ਔਰ ਮੈਂ ਕਹਿੰਦਾ ਕਿ ਅਸੀਂ ਜ਼ਰੂਰ ਹਮਾਇਤ ਕਰੀਏ, ਪਰ ਜੇ ਅਸੀਂ ਕਿਸੇ ਦੂਜੇ ਦੀ ਵਿਚਾਰਾਂ ਦੀ ਆਜ਼ਾਦੀ ਨੂੰ ਖੋਹਣ ਦਾ ਯਤਨ ਕਰਾਂਗੇ ਤਾਂ ਵੀ ਜੋ ਸਾਡੇ ਨਾਲ ਹੋਊਗਾ ਉਦੋਂ ਸਾਨੂੰ ਬੁਰਾ ਵੀ ਨਹੀਂ ਮੰਨਣਾ ਚਾਹੀਦਾ, ਉਦੋਂ ਸਾਨੂੰ ਇਹ ਵੀ ਨਹੀਂ ਕਹਿਣਾ ਚਾਹੀਦਾ ਕਿ ਭਾਰਤ ਵਿੱਚ ਡੈਮੋਕ੍ਰੇਸੀ ਨਹੀਂ ਰਹੇਗੀ। ਬਿਲਕੁਲ ਠੀਕ। ਸਾਨੂੰ ਇੰਨਾ ਕੁ ਮਾਦਾ ਜ਼ਰੂਰ ਰੱਖਣਾ ਚਾਹੀਦਾ ਕਿ ਜੇ ਕੱਲ੍ਹ ਨੂੰ ਸਾਡੇ ਨਾਲ ਉਹ ਚੀਜ਼ ਹੋਊਗੀ ਤਾਂ ਅਸੀਂ ਉਦੋਂ ਕੀ ਬਰਦਾਸ਼ਤ ਕਰ ਲਵਾਂਗੇ ਇਹ ਚੀਜ਼, ਔਰ ਕੀ ਇਹ ਰੈਲੀਆਂ ਇੱਦਾਂ ਦੀਆਂ ਅਸੀਂ ਕਾਰਵਾਈਆਂ ਕਰਕੇ ਆਉਣ ਵਾਲੇ ਪੀੜ੍ਹੀਆਂ ਲਈ ਕੰਡੇ ਤਾਂ ਨਹੀਂ ਬੀਜ ਰਹੇ ਕਿਤੇ ਅਸੀਂ, ਕਿ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਭਾਰਤੀ ਕਿਸਾਨਾਂ ਦੇ ਵਿੱਚ ਜਾਂ ਭਾਰਤ ਵਿੱਚ ਹੋ ਰਹੇ ਧੱਕੇ ਦੇ ਖਿਲਾਫ ਬੋਲਣਾ ਬੰਦ ਤਾਂ ਨਹੀਂ ਕਰ ਜੂਗਾ, ਜਾਂ ਕੀ ਕੋਈ ਡਰ ਤਾਂ ਨਹੀਂ ਜਾਇਆ ਕਰੂਗਾ ਕਿ ਯਾਰ ਰੈਲੀ ਕਰੀਏ ਕਿ ਨਾ ਕਰੀਏ। ਬੰਦਾ 100 ਵਾਰੀ ਸੋਚਿਆ ਕਰੂਗਾ ਕਿ ਜੇ ਕੱਲ ਨੂੰ ਜਿਹਦੇ ਕੋਲ ਮਾਈਕ ਆ ਨਾ ਜੀ, ਜਿਹੜਾ ਕੋਈ ਸੰਬੋਧਨ ਕਰਦਾ ਕਿਤੇ, ਉਹਨੂੰ ਸ਼ਬਦ ਆਪਣੀ ਜਿਹੜੇ ਨਾ ਉਹਨੂੰ ਵਧੀਆ ਵਰਤਣੇ। ਤੇ ਨੰਬਰ 2, ਕਈ ਵਾਰ ਅਸੀਂ ਭਾਵੁਕ ਹੋ ਜਾਂਦੇ ਹਾਂ ਜਾਂ ਮਾਈਕ੍ਰੋਫੋਨ ਇਕੱਠ 'ਚ ਫੜਦੇ ਆ, ਸਾਨੂੰ ਇਹ ਪਤਾ ਹੋਣਾ ਚਾਹੀਦਾ ਵੀ ਅਸੀਂ ਉੱਥੇ ਕੀ ਬੋਲਦੇ ਹਾਂ, ਸਾਨੂੰ ਕਿੰਨੇ ਬੰਦੇ ਸੁਣ ਰਹੇ ਤੇ ਲਾਈਵ ਦੁਨੀਆ 'ਚ ਜਾ ਰਹੇ, ਤੇ ਅਸੀਂ ਜ਼ਿਆਦਾ ਖਾਸ ਤੌਰ ਤੇ ਰਿਪਰੈਜ਼ੈਂਟੇਸ਼ਨ ਕਰ ਰਹੇ ਹਾਂ ਕਿਸੇ ਕਮਿਊਨਿਟੀ ਦੀ, ਉਸ ਦਾ ਖਿਆਲ ਰੱਖਣਾ ਚਾਹੀਦਾ ਹੈ। ਇਹਦੀ ਅਸੀਂ ਜਿਹੜੀ ਹੈ
ਨਿੰਦਾ ਕਰਦੇ ਆ। ਸ਼ਬਦ ਜਾਤੀ ਸੂਚਕ ਜਾਂ ਸ਼ਬਦ ਗਲਤ ਬੋਲਣੇ ਧਰਮ ਦੇ ਬਾਰੇ ਨਹੀਂ। ਜੇ ਤੁਸੀਂ ਸਤਿਕਾਰ ਕਰਾਉਣਾ ਹੈ ਆਪਣਾ ਤਾਂ ਸਤਿਕਾਰ ਪਹਿਲਾਂ ਦੇਣਾ ਪੈਣਾ। ਜੀ ਬਿਲਕੁਲ, ਕਿਸੇ ਦੇ ਵੀ ਜਾਤੀ ਸੂਚਕ ਸ਼ਬਦ ਬੋਲਣੇ ਉਨਾ ਹੀ ਗਲਤ ਹੈਗਾ। ਜੇ ਕੱਲ ਨੂੰ ਸਾਨੂੰ ਕੋਈ ਬੋਲੂਗਾ ਸਾਨੂੰ ਵੀ ਬੁਰਾ ਲੱਗੂਗਾ। ਅਸੀਂ ਬਿਲਕੁਲ ਇੱਕ ਸੱਭਿਅਕ ਤਰੀਕੇ ਨਾਲ ਪ੍ਰਦਰਸ਼ਨ ਕਰੀਏ, ਸੱਭਿਅਕ ਤਰੀਕੇ ਨਾਲ ਅਸੀਂ ਕਿਸਾਨੀ ਸੰਘਰਸ਼ ਨੂੰ ਹਮਾਇਤ ਜਾਰੀ ਰੱਖੀਏ, ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਦੇਖ ਸਕੀਏ ਕਿ ਜਿਹੜੇ ਕਿਸਾਨ ਸਰਕਾਰ ਜਿਹੜੀ ਮਜਬੂਰ ਹੋ ਜੇ ਇਹ ਕਾਨੂੰਨ ਵਾਪਸ ਲੈਣ ਲਈ। ਧੰਨਵਾਦ ਸਰਮੀਤ ਸਿੰਘ ਜੀ, ਬਹੁਤ ਬਹੁਤ ਧੰਨਵਾਦ ਗਿੱਲ ਸਾਹਿਬ। ਇਹ ਸਨ ਸਰਦਾਰ ਸਰਮੀਤ ਸਿੰਘ, ਸਾਡੇ ਨਿਊਜ਼ ਡਿਪਾਰਟਮੈਂਟ ਦੇ ਵਿੱਚ ਜਿਹੜੇ ਸੀਨੀਅਰ ਇੱਕ ਨਿਊਜ਼ ਐਡੀਟਰ ਦੇ ਤੌਰ ਤੇ ਕੰਮ ਕਰਦੇ ਨੇ ਤੇ ਪੰਜਾਬੀ ਯੂਨੀਵਰਸਿਟੀ ਪਟਿਆਲੇ ਤੋਂ ਮਾਸਟਰਸ ਕਰਕੇ ਆਏ ਨੇ ਮੈਥ ਜਰਨਲਿਜ਼ਮ ਤੇ ਕਮਿਊਨੀਕੇਸ਼ਨ ਦੇ ਵਿੱਚ। ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹਾ ਸਰਦਾਰ ਸਰਮੀਤ ਸਿੰਘ ਦਾ। ਹੁਣੇ ਮੁੜ ਕੇ ਆਏ ਤੇ ਖਬਰਾਂ ਤੁਹਾਨੂੰ ਸੁਣਾਉਂਦੇ ਹਾਂ। ਖਬਰਾਂ ਤੋਂ ਬਾਅਦ ਫਿਰ ਕੁਝ ਸਮਾਂ ਇਸ ਵਿਸ਼ੇ ਤੇ ਜਾਂ ਨਵਕਿਰਨ ਸਿੰਘ ਪੱਤੀ ਉਹਨਾਂ ਦੇ ਬਾਰੇ ਪੰਜਾਬ 'ਚ ਬੰਗਾਲ 'ਚ ਕੀ ਹੋ ਰਿਹਾ ਹੈ, ਵਿਧਾਨ ਸਭਾ 'ਚ ਕੀ ਹੋ ਰਿਹਾ, 5-7 ਮਿੰਟ ਤੁਹਾਨੂੰ ਦਵਾਂਗੇ ਤੇ ਫਿਰ ਵਿੱਤੀ ਮਾਮਲਿਆਂ ਤੇ ਗੱਲਬਾਤ ਚੱਲੇਗੀ। ਸਾਰਿਆਂ ਦਾ ਧੰਨਵਾਦ ਜੀ। ਜੇ ਕੁਝ ਤੁਸੀਂ ਗੱਲਬਾਤ ਕਰਨੀ ਚਾਹੋ ਕੁਝ ਸਮਾਂ ਆਪਾਂ ਕਰ ਸਕਦੇ ਹਾਂ। ਸੁਰਿੰਦਰ ਸਿੰਘ ਮਾਂਗੜ ਜੀ, ਤੁਸੀਂ ਏਅਰ ਤੇ ਹੋ ਜੀ। ਸਤਿ ਸ਼੍ਰੀ ਅਕਾਲ ਜੀ ਗਿੱਲ ਸਾਹਿਬ। ਸਤਿ ਸ਼੍ਰੀ ਅਕਾਲ ਵੀਰ ਜੀ। ਗਿੱਲ ਸਾਹਿਬ, ਜਿਹੜਾ ਬਰੰਪਟਨ ਚ ਹੋਇਆ, ਪਹਿਲਾਂ ਤਾਂ ਆਪਾਂ ਉਹ ਗੱਲ ਕਰੀਏ ਵੀ ਉਹ ਜਿਹਨੇ ਵੀ ਕੀਤਾ ਬਹੁਤ ਮਾੜੀ ਗੱਲ ਆ। ਗਾਲਾਂ ਕੱਢਣੀਆਂ ਜਾਂ ਹਮਲੇ ਕਰਨੇ ਜਾਂ ਉਹਨੂੰ ਆਪਾਂ ਕਿਤੇ ਵੀ ਸਵੀਕਾਰ ਨਹੀਂ ਸਕਦੇ, ਕਿਉਂਕਿ ਜੇ ਆਪਾਂ ਨੂੰ ਗਾਲ ਕੱਢੂਗਾ ਕੋਈ ਆਪਾਂ ਨੂੰ ਵੀ ਬੁਰਾ ਲੱਗੂਗਾ। ਪਰ ਜਿਹੜਾ ਇਹ ਵਰਤਾਰਾ ਵਾਪਰਦਾ ਗਿੱਲ ਸਾਹਿਬ, ਇਹ ਜਦੋਂ ਵਿਚਾਰਾਂ ਦਾ ਟਕਰਾਅ ਹੁੰਦਾ ਵੱਖੋ ਵੱਖਰਿਆਂ ਦਾ ਜੀ ਜੀ, ਤੇ ਬੰਦੇ ਕੋਲੇ ਵਿਚਾਰ ਛੋਟੇ ਪੈ ਜਾਂਦੇ ਨੇ। ਜਿਹੜੇ ਬੰਦੇ ਦੇ ਵਿਚਾਰ ਕਮਜ਼ੋਰ ਨੇ, ਜਦੋਂ ਉਹਦੇ ਕੋਲ ਵਿਚਾਰ ਕਮਜ਼ੋਰ ਪੈ ਜਾਂਦੇ ਨੇ, ਛੋਟੇ ਪੈ ਜਾਂਦੇ, ਉਹਦੇ ਕੋਲ ਨਹੀਂ ਵਿਚਾਰ ਰਹਿੰਦਾ, ਫਿਰ ਉਹ ਕਿਸੇ ਤਰੀਕੇ ਨਾਲ ਗਾਲਾਂ ਜਾਂ ਕਿਸੇ ਦੀ ਭਾਸ਼ਾ ਦਾ ਪ੍ਰਯੋਗ ਕਰਦਾ। ਉਹਦਾ ਦੂਜਾ ਸਟੈਪ ਆ, ਜੇ ਉਹਦਾ ਗਾਲਾਂ ਨਾਲ ਵੀ ਕੰਮ ਨਾ ਚੱਲੇ, ਉਦੋਂ ਵੀ ਜ਼ਿਆਦਾ ਅਗਰੈਸਿਵ ਹੋ ਜਾਵੇ, ਮੇਰੀ ਬਾਂਹ ਨਹੀਂ ਚੱਲਦੀ, ਫਿਰ ਉਹ ਕਿਸੇ ਤਰੀਕੇ ਨਾਲ ਉੱਤੇ ਜਾਨੀ ਹਮਲਾ ਵੀ ਕਰਦਾ ਬੰਦਾ। ਇਹ ਵਾਪਰਦਾ ਇਸ ਕਰਕੇ ਆ ਕਿਉਂਕਿ ਵਿਚਾਰ ਇਸ ਤਰੀਕੇ ਨਾਲ ਉਹਨੂੰ ਦੂਜੇ ਨੂੰ ਜਚਾ ਨਹੀਂ ਸਕਿਆ, ਭਾਈ ਤੂੰ ਗਲਤ ਆ। ਜਦੋਂ ਕਿ ਸਾਡੇ ਗੁਰੂ ਨਾਨਕ ਦੇਵ ਜੀ ਨੇ ਗੱਲ ਹੀ ਸ਼ੁਰੂ ਇੱਥੋਂ ਕੀਤੀ ਆ ਕਿ ਆਪਾਂ ਵਿਚਾਰ ਕਰਕੇ ਅਗਲੇ ਨੂੰ ਦੱਸਣਾ ਵੀ ਤੂੰ ਗਲਤ ਆ ਭਾਈ। ਜੀ ਜੀ, ਆਪਾਂ ਉਹ ਫਲਸਫੇ ਤੋਂ ਪਰੇ ਚਲੇ ਗਏ। ਦੂਜੀ ਗੱਲ, ਜਿਹੜੇ ਆਪਾਂ ਮੁਲਕ 'ਚ ਰਹਿੰਦੇ ਇੱਥੇ ਤਾਂ ਬਿਲਕੁਲ ਇਹ ਗੱਲ ਬਰਦਾਸ਼ਤ ਨਹੀਂ ਕੀਤੀ ਜਾਂਦੀ, ਕਿਉਂਕਿ ਜੇ ਸਾਨੂੰ ਕੋਈ ਇਹੋ ਜਿਹੀ ਗੱਲ ਲੱਗਦੀ ਆ ਕਿ ਸਾਡੇ ਨਾਲ ਧੱਕਾ ਹੋ ਰਿਹਾ, ਉਹਦੇ ਵਾਸਤੇ ਪੁਲਿਸ ਹੈਗੀ ਆ। ਬਿਲਕੁਲ। ਜਿਹੜਾ ਹਿੰਦੁਸਤਾਨ ਮੁਲਕ ਆ ਉੱਥੇ ਕਿਤੇ ਨਾ ਕਿਤੇ ਇਹ ਗੱਲ ਨੂੰ ਮਤਲਬ ਰੱਖਿਆ ਜਾਂਦਾ ਵੀ ਜਦੋਂ ਬਈ ਮੰਨ ਲਓ ਕਾਰ 'ਚ ਜਾਂਦਾ ਕੋਈ ਬੰਦਾ, ਇੱਕ ਨੇ ਗਾਲ ਕੱਢੀ ਦੂਜੇ ਨੇ ਡਾਂਗ ਕੱਢ ਲਈ, ਉੱਥੇ ਚੱਲਦਾ। ਇੱਥੇ ਅਸੀਂ ਜਿਹੜੀ ਇੱਥੇ ਦਾ ਹਾਲਾਤ ਬਹੁਤ ਵਧੀਆ ਨੇ, ਇਹਨੂੰ ਆਪਾਂ ਵਧੀਆ ਬਣਾ ਕੇ ਰੱਖਣਾ। ਜੀ ਜੀ। ਤੇ ਬਾਕੀ ਗੱਲ ਸਾਹਿਬ, ਇਹਦੇ ਵਿੱਚ ਸਿਆਸਤਾਂ ਵੀ ਇਨਵੋਲਵ ਹੁੰਦੀਆਂ ਨੇ। ਜਿਹੜੀ ਰੈਲੀ ਕਰਾਉਣ ਵਾਲੇ ਹੋਣਗੇ ਉਹ ਵੀ ਸਿਆਸਤ ਤੋਂ ਪ੍ਰਭਾਵਿਤ, ਜਿਹੜੇ ਗਾਲਾਂ ਕਢਾਉਣ ਵਾਲੇ ਹੋਣਗੇ ਹੋ ਸਕਦਾ ਉਹ ਵੀ ਕੋਈ ਸਿਆਸਤ ਤੋਂ ਪ੍ਰੇਰਿਤ ਹੋਵੇ ਵੀ ਇਹਨਾਂ ਨੂੰ ਇਸ ਤਰ੍ਹਾਂ ਡੱਕੋ। ਜੀ ਜੀ। ਸਿਆਸਤਾਂ ਦੇ ਵਜ੍ਹਾ ਕਰਕੇ ਦੁਨੀਆ ਦੇ ਵਿੱਚ ਪ੍ਰੋਬਲਮ ਆਉਂਦੀ ਆ, ਜਿਹੜੀ ਆ ਨਜਾਇਜ਼ ਪਰਚੇ ਜਾਂ ਪੁਲਿਸ ਧੱਕਾ ਜਾਂ ਤਸ਼ੱਦਦ ਹੁੰਦਾ, ਚਾਹੇ ਆਪਾਂ ਹਿੰਦੁਸਤਾਨ ਦੀ ਗੱਲ ਨਾ ਕਰੀਏ, ਦੁਨੀਆ 'ਚ ਕਿਤੇ ਵੀ ਪੁਲਿਸ ਨੇ ਜਾਂ ਫੌਜ ਨੇ ਤਸ਼ੱਦਦ ਕੀਤਾ, ਦੂਜੇ ਪਾਸੇ ਫਿਰ ਵਿਰੋਧੀ ਸੁਰਾਂ ਜਿਹੜੀਆਂ ਖੜੀਆਂ ਹੋ ਗਈਆਂ, ਉਹਨਾਂ ਨੂੰ ਟੈਰੋਰਿਸਟ ਕਿਹਾ ਗਿਆ। ਪਰ ਗੱਲ ਉੱਥੇ ਆ ਗਈ ਵੀ ਫਿਰ ਆਪਾਂ ਟੈਰਰਿਜ਼ਮ ਨੂੰ ਆਪਾਂ ਜਾਇਜ਼ ਤਾਂ ਨਹੀਂ ਠਹਿਰਾ ਸਕਦੇ। ਅਖੀਰ ਤੱਕ ਆਪਾਂ ਨੂੰ ਤਾਂ ਵਿਚਾਰਾਂ ਦੀ ਉਹ ਕਰਨੀ ਪੈਣੀ ਆ, ਅਨਲੈਸ ਵੀ ਜਿਹੜੀ ਫੌਜਾਂ ਦੀ ਲੜਾਈ ਆ ਜਾਂ ਆਮੋ ਸਾਹਮਣੇ ਦੀ ਲੜਾਈ ਆ, ਕੋਈ ਤੁਹਾਡੇ ਤੇ ਹਮਲਾ ਕਰਦਾ, ਫਿਰ ਤਾਂ ਆਪਾਂ ਕਰਨਾ ਹੀ ਕਰਨਾ ਹੁੰਦਾ। ਆਪਣੇ 10ਵੇਂ ਪਾਤਸ਼ਾਹ ਨੇ ਕਿਹਾ। ਸੋ ਇਸ ਕਰਕੇ ਆਪਾਂ ਨੂੰ ਵੱਧ ਤੋਂ ਵੱਧ ਆਪਣੇ ਵਿਚਾਰਧਾਰਕ ਤੌਰ ਤੇ ਆਪਾਂ ਨੂੰ ਮਜ਼ਬੂਤ ਹੋਣਾ ਚਾਹੀਦਾ ਤੇ ਜਰਨ ਦੀ ਆਪਣੀ ਜਰਾਂਦ ਵੀ ਥੋੜੀ ਜਿਹੀ ਵਧਾਉਣੀ ਚਾਹੀਦੀ ਆ ਜੀ। ਥੈਂਕ ਯੂ। ਧੰਨਵਾਦ ਮਾਨ ਸਾਹਿਬ। ਗੱਲ ਇਹੀ ਹੈ, ਜਦ ਤੁਹਾਡੀ ਗੱਲਬਾਤ ਦੇ ਤੁਹਾਡੇ ਸ਼ਬਦਾਂ ਦਾ ਤੋੜ ਕੋਈ ਹੈ ਨਹੀਂ, ਫਿਰ ਉਹਨੂੰ ਝਠਲਾਉਣ ਲਈ, ਤੁਹਾਡੀ ਸ਼ਖਸੀਅਤ ਨੂੰ ਝਠਲਾਉਣ ਲਈ ਫਿਰ ਉਹਦੇ ਕੋਝੇ ਹੱਥ ਕੰਡੇ ਹੁੰਦੇ ਨੇ। ਮਤਲਬ ਉਹ ਕੋਈ ਵੀ ਕੋਝੇ ਹੱਥ ਕੰਡੇ ਹੋ ਸਕਦੇ ਆ। ਸੋ ਜੇ ਇੱਕ ਟੂਲ ਦੇ ਰਾਹੀਂ ਅਸੀਂ ਇਸ ਦੇਸ਼ ਦੇ ਵਿੱਚ ਪਿਛਲੇ 3 ਮਹੀਨਿਆਂ ਤੋਂ ਆਪਣੀ ਮਰਜ਼ੀ ਦੀ ਰੈਲੀ ਕੱਢ ਰਹੇ ਹਾਂ ਕਿਸਾਨ ਸੰਘਰਸ਼ ਦੇ ਨਾਲ ਤੇ ਉਸ ਕਾਨੂੰਨ ਦੇ ਖਿਲਾਫ, ਫਿਰ ਜੇ ਕੋਈ ਤੁਹਾਡੇ ਵਿਚਾਰਾਂ ਦੇ ਅਗੇਂਸਟ ਕੋਈ ਕੱਢਣਾ ਚਾਹੁੰਦਾ ਹੈ ਤੇ ਉਹਨੂੰ ਤੁਸੀਂ ਐਕਸੈਪਟ ਕਰੋ। ਆਪਣੀ ਰੈਲੀ ਕੱਢੀ ਚਲੋ ਜਿੰਨੀ ਮਰਜ਼ੀ। ਗਾਲਾਂ, ਜ਼ਾਤ ਤੇ ਅਟੈਕ ਨਾਂ ਲੈ ਕੇ ਜਾਂ ਤੁਸੀਂ ਕਿਸੇ ਨੂੰ ਗਾਲਾਂ ਕੱਢਣੀਆਂ, ਇਹ ਨਹੀਂ ਹੋਣਾ, ਬਿਲਕੁਲ ਨਹੀਂ ਹੋਣਾ। ਇਹ ਗਲਤ ਹੈ।
ਗਲਤ ਚੀਜ਼ ਨੂੰ ਗਲਤ ਕਹੋਗੇ ਤਾਂ ਹੀ ਤੁਸੀਂ ਇਸ ਕੰਟਰੀ ਦੇ ਵਿੱਚ ਸਸਟੇਨ ਕਰੋਗੇ। ਘੱਟ ਗਿਣਤੀ ਦੇ ਤੌਰ ਤੇ ਤੁਸੀਂ ਭਾਰਤ ਦੇ ਵਿੱਚ ਹਰ ਦੂਜੇ ਦਿਨ ਹਰ 5ਵੇਂ ਦਿਨ ਕੋਈ ਨਾ ਕੋਈ ਮੁਜ਼ਾਹਰਾ ਕਰਨਾ ਹੈ ਤੇ ਉਹ ਮੁਜ਼ਾਹਰੇ ਨੂੰ ਬਰਕਰਾਰ ਰੱਖਣ ਲਈ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਅਸੀਂ ਜਾਂ ਕਿਸ ਦਾ ਵਿਰੋਧ ਕਰਨਾ ਤੇ ਕਿਵੇਂ ਕਰਨਾ। ਰਾਜਸਥਾਨੀ ਸਾਹਿਬ ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਗਿਲ ਸਾਹਿਬ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਦੇਖੋ ਤੁਹਾਨੂੰ ਯਾਦ ਹੋਊਗਾ, ਥੋੜੀ ਉਸ ਵੇਲੇ ਪਤਾ ਨਹੀਂ ਕੀ ਉਮਰ ਹੋਊਗੀ, ਇੱਕ ਫਿਲਮ ਬਣੀ ਸੀ ਕਿੱਸਾ ਕੁਰਸੀ ਕਾ। ਅੱਛਾ ਜੀ। ਗਾਂਧੀ ਸੀਗਾ ਉਦੋਂ ਪ੍ਰਧਾਨ ਮੰਤਰੀ ਤੇ ਉਹਨੇ ਉਹ ਫਿਲਮ ਬੰਦ ਕਰਾਤੀ। ਐਸੀ ਫਿਲਮ ਸੀ ਉਹ ਕਿੱਸਾ ਕੁਰਸੀ ਦਾ। ਇਹ ਜਿਹੜੀ ਕੁਰਸੀ ਹੈਗੀ ਆ ਭਾਰਤ ਦੀ ਤੇ ਆਪਣੀ ਪੰਜਾਬ ਦੀ ਚੰਡੀਗੜ੍ਹ ਦੀ, ਇਹ ਦੋ ਮਤਲਬ ਬੜੀਆਂ ਇੰਪੋਰਟੈਂਟ ਕੁਰਸੀਆਂ ਹੈਗੀਆਂ ਇਹ ਜਿੱਦਾਂ। ਤੇ ਇਹ ਕੁਰਸੀ ਵਾਸਤੇ ਵੇਖ ਲਓ ਵੀ ਉਹਨਾਂ ਦੋਹਾਂ ਨੂੰ ਖਤਰਾ ਸੀ, ਮਾਂ ਪੁੱਤ ਨੂੰ, ਇੰਦਰਾ ਗਾਂਧੀ ਨੂੰ, ਰਾਜੀਵ ਗਾਂਧੀ ਨੂੰ। ਸਾਨੂੰ ਸਾਡਾ ਜਿਹੜਾ ਕਾਂਗਰਸ ਜਾ ਰਹੀ ਹੈ ਦੇਸ਼ 'ਚ ਹੁਣ, ਤੇ ਸਾਨੂੰ ਕੋਈ ਨਾ ਕੋਈ ਬਹਾਨਾ ਮਿਲ ਗਿਆ, ਅਨੰਦਪੁਰ ਮਤਾ ਮਿਲ ਗਿਆ, ਉਧਰ ਕਾਂਗਰਸੀਆਂ ਨੂੰ ਕੁਰਸੀ ਨਹੀਂ ਮਿਲਦੀ ਤੇ ਉਹਦਾ ਰਿਜ਼ਲਟ ਦੇਖ ਲਓ ਕਿ ਇਹ ਲੋਕਾਂ ਨੂੰ ਭੜਕਾ ਕੇ ਤੇ ਸਿੱਖਾਂ ਨੂੰ ਤੇ ਉਧਰ ਸਾਰਾ ਕੁਝ ਹੋਇਆ। ਲੰਮਾ ਕਹਾਣੀ ਹੋ ਜੂ, ਮੈਂ ਨਹੀਂ ਕਹਿੰਦਾ ਇਹ ਗੱਲ, ਪਰ ਮੈਂ ਹੁਣ ਆਉਣਾ ਅਖੀਰ ਗੱਲ ਤੇ ਵੀ ਜਿਹੜੀ ਆ ਖਬਰ ਆਈ ਹੈਗੀ ਆ ਪੰਜਾਬ ਤੋਂ ਵੀ ਵੱਧ ਵੀ ਆਪਣੇ ਦੀ NIA ਵਾਸਤੇ, ਇਹ ਪ੍ਰਸ਼ਾਂਤ ਕਿਸ਼ੋਰ ਦਾ ਜਿਹੜਾ ਇਹ ਪਹਿਲਾ ਉਹਦਾ ਗਿਫਟ ਆ, ਉਹ ਗਾਈਡ ਕਰਨਾ ਉਹਨੇ ਕੈਪਟਨ ਨੂੰ ਵੀ ਤੈਨੂੰ ਕਿਵੇਂ ਮੂਹਰੇ ਲਿਆਉਣਾ। ਅੱਛਾ, ਬਾਕੀ ਹੈਗੀ ਆ ਵੀ ਜਿਹੜੀ ਅਸਲ ਕਹਾਣੀ ਹੈਗੀ ਆ ਭ੍ਰਿਸ਼ਟਾਚਾਰ 'ਚ ਡੁੱਬਿਆ ਹੋਇਆ ਪੰਜਾਬ। ਹੁਣ ਉੱਥੇ ਪਾਰਟੀਆਂ ਪੱਬਾਂ ਭਾਰ ਹੋ ਗਈਆਂ ਵੀ ਅਸੀਂ ਇਹ ਕੁਰਸੀ ਜਿਹੜੀ ਚੰਡੀਗੜ੍ਹ ਦੀ ਅਸੀਂ ਲੈਣੀ ਆ, ਕਿਸਾਨਾਂ ਦਾ ਮਸਲਾ ਹੱਲ ਹੋਵੇ ਚਾਹੇ ਨਾ ਹੋਵੇ, ਖਾਲਿਸਤਾਨ ਦੀਆਂ ਵੋਟਾਂ ਵੀ ਅਸੀਂ ਲੈ ਲੈਣੀਆਂ ਹੈਗੀਆਂ, ਹਰ ਚੀਜ਼ ਸਾਨੂੰ ਮਨਜ਼ੂਰ ਹੈ, ਪਰ ਸਾਨੂੰ ਕੁਰਸੀ ਮਿਲ ਜੇ। ਤੇ ਕਿਸੇ ਨੇ ਭ੍ਰਿਸ਼ਟਾਚਾਰ ਦਾ ਨਾਂ ਨਹੀਂ ਲਿਆ ਵੀ ਸਾਡਾ ਪੰਜਾਬ ਭ੍ਰਿਸ਼ਟਾਚਾਰ ਡੁੱਬਿਆ ਹੋਇਆ, ਇਹਦਾ ਵਿਕਲਪ ਕੀ ਹੈਗਾ। ਤੇ ਦੂਜਾ ਸੀਗਾ ਵੀ ਇਹ ਸੇਮ ਕਹਾਣੀ ਜਿਹੜੀ ਦੇਖੋ ਰਾਸ਼ਟਰੀ ਸੇਵਕ ਸੰਘ, ਕਿੰਨਾ ਸੋਹਣਾ ਨਾਂ, ਰਾਸ਼ਟਰੀ ਸੇਵਕ ਸੰਘ, ਵੀ ਰਾਸ਼ਟਰ ਦੀ ਸੇਵਾ ਕਰਨਾ ਉਹਦਾ ਮਹੱਤਵ ਹੈਗਾ। ਲੇਕਿਨ ਉਹਨੂੰ ਯੂਜ਼ ਕਰਨ ਵਾਸਤੇ ਹੁਣ ਜਿਹੜਾ ਸਾਡੀ ਸਰਕਾਰ BJP ਹੈਗੀ ਆ ਉਹਦਾ ਫਾਇਦਾ ਉਠਾ ਰਹੀ ਹੈ। ਉਹਨਾਂ ਨੂੰ ਵੋਟ ਦੇ ਕੇ ਉਹਨਾਂ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਹਿੰਦੂਤਵ ਦਾ ਨਾਅਰਾ ਲਾ ਕੇ ਤੇ ਅੱਗ ਫੈਲਾ ਰਹੀ ਹੈਗੀ ਆ। ਸੋ ਇਹਦੇ ਤੇ ਤਾਂ ਮੈਂ ਇੰਨੇ ਕਹਿਣਾ ਸੀ, ਇਹ ਚੀਜ਼ਾਂ ਹੁੰਦੀਆਂ ਸੋ ਇਹਨੇ ਵਿਚਾਰ ਸੀ ਜੀ। ਧੰਨਵਾਦ ਜੀ, ਬਹੁਤ ਬਹੁਤ। ਭੁਪਿੰਦਰਪਾਲ ਸਿੰਘ ਜੀ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਗੱਲ ਇਹ ਆ ਜੀ ਵੀ ਡਿਪਲੋਮੈਟਿਕ ਆਨਸਰ ਦੇਣਾ। ਇੱਕ ਜਿਹੜੀ ਇਹ ਘਟਨਾ ਹੋਈ ਆ, ਜਿਵੇਂ ਆਮ ਲੀਡਰ ਦਿੰਦੇ, ਆਪਾਂ ਲੀਡਰ ਤਾਂ ਹੈ ਨਹੀਂ, ਪਰ ਦੇਖਿਆ ਬਥੇਰੀ ਵਾਰੀ ਨਾਲ ਵੀ ਫਿਰਿਆ, ਫੋਲੋ ਵੀ ਕੀਤਾ ਕਿ ਇਹਦੇ ਬਾਰੇ ਮੈਨੂੰ ਪਤਾ ਨਹੀਂ ਜੀ, ਨੋ ਕਮੈਂਟ, ਹਨਾ। ਤੇ ਦੂਜੀ ਗੱਲ ਇਹ ਵੀ ਗਾਲਾਂ ਕੱਢਣ ਨੂੰ ਤਾਂ ਸਾਡਾ ਵੀ ਬਹੁਤ ਜੀਅ ਕਰਦਾ ਵੀ ਖੁੱਲ ਕੇ ਗਾਲਾਂ ਕੱਢੀਏ। ਕਿ ਮੇਰਾ ਜੀਅ ਕਰਦਾ ਵੀ ਮੈਂ ਕਿਸੇ ਹੋਸਟਾਂ ਨੂੰ ਵੀ ਗਾਲਾਂ ਕੱਢਾਂ ਵੀ ਆਹ ਜਿਹੜੇ ਬੰਦੇ ਗਲਤ ਗੱਲਾਂ ਕਰਦੇ ਆ, ਜਾਂ ਜਿਨ੍ਹਾਂ ਦਾ ਕਈ ਵਾਰੀ ਮੂੰਹ ਜ਼ਹਿਰ ਨਹੀਂ ਹੁੰਦਾ ਗੱਲ ਦਾ, ਜਾਣ ਕੇ ਉਹਨਾਂ ਨੇ ਭਸੂੜੀ ਵਾਲੀ ਗੱਲ ਕਰਨੀ ਆਲਵੇਜ਼, ਹਨਾ। ਪਰ ਅਸੀਂ ਕੱਢਦੇ ਨਹੀਂ। ਸਾਡੇ ਕੋਲ ਬਹੁਤ ਸ਼ਕਤੀ ਆ, ਸਾਡੇ ਕੋਲ ਸਹਿਣ ਸ਼ਕਤੀ ਵੀ ਬਹੁਤ ਆ, ਸਾਰਾ ਕੁਛ। ਅਸੀਂ ਲੋਕਾਂ ਨੂੰ ਲੜਾ ਕੇ ਤੋਰੀ ਫੁਲਕਾ ਚਲਾਉਣ 'ਚ ਵਿਸ਼ਵਾਸ ਨਹੀਂ ਹੈਗਾ ਸਾਡਾ, ਹਨਾ ਜੀ। ਤੇ ਇਹ ਗੱਲ ਬਾਕੀ ਇਹ ਆ ਵੀ ਤੁਹਾਡੀ ਮੈਂ ਹੁਣੇ ਐਡ ਸੁਣੀਆਂ, ਮੈਂ ਤੁਹਾਨੂੰ ਅੱਗੇ ਵੀ ਕਹਿੰਦਾ ਵੀ ਮੈਂ ਸਿਰਫ ਮਨ ਦੇ ਖਿਆਲ ਦੀ ਗੱਲ ਹੀ ਕਰਦਾ ਹੁੰਦਾ ਬਈ ਆ ਜਿਹੜੀ ਲਾਗੀ ਵਾਲੀ ਐਡ ਆਉਂਦੀ ਹੈ ਕਿ ਮੈਨੂੰ ਲੱਗਦਾ ਕਿ ਦੇਖੋ ਤੁਹਾਡਾ ਬਿਜ਼ਨਸ ਪਰਪਸ ਆ, ਤੁਹਾਡੇ ਕੋਲ ਐਡ ਆਉਂਦੀ ਆ, ਪੇ ਕਰਦੇ ਆ ਨਾ, ਸਾਡਾ ਵੈਸੇ ਕੋਈ ਹੱਕ ਨਹੀਂ ਬਣਦਾ ਤੁਹਾਡੇ ਕਿਸੇ ਵੀ ਐਡ ਦੇ ਉੱਤੇ ਉਂਗਲ ਚੱਕਣ ਦੇ। ਹੁਣੇ ਸਰਬਜੀਤ ਸਿੰਘ ਨੇ ਜਿੰਨਾ ਸੁਣਿਆ ਕੀਤਾ ਵਾ ਕਿ ਆਪਾਂ ਨੂੰ ਇਹ ਚੀਜ਼ਾਂ ਤੋਂ ਉੱਠ ਕੇ ਉੱਪਰ ਆਉਣਾ ਚਾਹੀਦਾ। ਲਾਗੀ ਜਿਹੜੀ ਆ ਐਡ ਆਉਂਦੀ ਆ, ਹਨਾ, ਅਸੀਂ ਜੱਟਾਂ ਦੇ ਮੁੰਡੇ ਸਾਰਾ ਕੁਛ ਹੀ ਕਰਨ ਲੱਗ ਗਏ ਇੱਥੇ। ਮੈਂ ਇੱਕ ਗੱਲ ਕਲੀਅਰ ਕਰਦਾ, ਅਸੀਂ ਜੱਟਾਂ ਦੇ ਮੁੰਡੇ ਸਾਰਾ ਕੁਛ ਹੀ ਕਰਦੇ ਇੱਥੇ, ਪਰ ਆਪਾਂ ਕਹਾਉਂਦੇ ਆ ਕਿਸੇ ਤੋਂ ਨਹੀਂ ਕਹਾਉਂਦੇ, ਹਨਾ, ਵੀ ਸਾਨੂੰ ਐ ਨਹੀਂ ਕਹਿਣਾ, ਕਰਦੇ ਜੀ ਸਾਰਾ ਕੁਛ ਹੀ ਆ। ਪਰ ਇਹ ਬਿਜ਼ਨਸ ਨਹੀਂ ਜੀ ਚੱਲਣਾ। ਇਹਨਾਂ ਨੂੰ ਡਰਾਈਵਰ ਨਹੀਂ ਮਿਲਣੇ, ਡਰਾਈਵਰ ਮਿਲਣਗੇ ਤਾਂ ਆਊਟ ਆਫ ਪੰਜਾਬ ਜਾਂ ਹੋਰ ਮਿਲਣਗੇ, ਜੇ ਚੰਗੇ ਰਹਿਣਗੇ, ਜੇ ਆਪਦਾ ਬਿਜ਼ਨਸ ਦਾ ਨਾਮ ਹੁਣੀ ਚੇਂਜ ਕਰ ਲੈਣ, ਗਾਹਾਂ ਫਿਊਚਰ ਗਾਹ ਸੋਚ ਵਿਚਾਰ ਕਰਕੇ ਨਹੀਂ ਆਪਾਂ ਕੋਈ ਕਈ ਵਾਰੀ ਬਿਜ਼ਨਸ ਨਾ ਨਾਂ ਰੱਖ ਲੈਂਦਾ ਵੀ ਜਿਹੜਾ ਸੁਣਨ ਨੂੰ ਵਧੀਆ ਲੱਗਦਾ, ਬਟ ਇਹ ਚੀਜ਼ ਮਾੜੀ ਪਹੁੰਚਦੀ ਕਰੋ। ਥੋੜਾ ਜਿਹਾ ਬੈਠ ਕੇ ਸਿਆਣੇ ਬੰਦੇ ਤੋਂ ਐਡਵਾਈਸ ਲੈ ਕੇ ਦੇਖੋ ਵੀ ਕੀ ਇਹ ਨਾਂ ਸਹੀ ਆ, ਕੀ ਇਹ ਗਾਂ ਚੱਲੂਗਾ। ਤੁਸੀਂ ਇੱਕ ਕੋਰੀਅਰ ਕੰਪਨੀ ਬੇਸਿਕਲੀ ਖੋਲ ਰਹੇ ਹੋ, ਉਹ ਪਰ ਤੁਸੀਂ ਉਹਨੂੰ ਚੀਜ਼ ਬਣਾਤੀ ਹੈ, ਤੁਹਾਨੂੰ ਡਰਾਈਵਰ ਨਹੀਂ ਜੀ ਮਿਲਣੇ, ਮੇਰੇ ਕਹਿਣ ਦਾ ਮਤਲਬ ਹੈ। ਧੰਨਵਾਦ ਜੀ। ਗੱਲ ਇਹ ਹੈ ਜੀ ਬਈ ਉਹੀ ਜਿਵੇਂ ਪਹਿਲਾਂ ਕਹਿ ਕੇ ਹਟੇ ਹਾਂ ਬਈ ਸਭ ਆਪਣੇ ਦੀ ਬੰਦਿਆਂ ਦੀ ਮਰਜ਼ੀ ਆ। ਉਹਨਾਂ ਨੂੰ ਇਹ ਵਧੀਆ ਸ਼ਬਦ ਲੱਗਦਾ ਹੋਊ ਕਿ ਸਾਨੂੰ ਇਹ ਵਧੀਆ ਜਿਹੜਾ ਤੁਸੀਂ ਕਿਹਾ ਵੀ ਜ਼ਿਮੀਂਦਾਰ ਸਾਰਾ ਹੀ ਕੰਮ ਕਰਦੇ ਆ, ਬਿਲਕੁਲ ਆਪਾਂ ਸਾਰਾ ਕੰਮ ਕਰਦੇ ਹਾਂ, ਪਰ ਉਹ ਇਹ ਨਹੀਂ ਕਹਾਉਣਗੇ। ਕਈ ਵਾਰ ਅਸੀਂ ਕੰਮ ਉਹ ਕਰਦੇ ਹੁੰਦੇ ਹਾਂ ਪਰ ਉਹਦੇ ਮੂਹਰੇ ਜੱਟ ਲਾ ਦਿੰਦੇ ਹਾਂ ਬਈ ਜੱਟ ਵੀ ਕਹੋ ਸਾਨੂੰ ਤੇ ਨਾਲ ਆਹ ਜਿਹੜਾ ਕੰਮ ਕਰਦੇ ਇਹ ਵੀ ਕਰਦੇ।
ਵਿੱਤੀ ਮਾਮਲਿਆਂ ਦੇ ਬਾਰੇ ਸੈਟ ਗਿੱਲ ਨਾਲ ਹੁਣ ਸਮਾਂ ਪਰ ਕਾਲਰ ਕੁਝ ਵੇਟ ਕਰਦੇ ਆ ਜੀ। ਮੈਂ 30 ਸੈਕਿੰਡ ਤੁਹਾਨੂੰ ਦਿੰਨਾ ਸਾਰਿਆਂ ਨੂੰ, ਤੁਸੀਂ ਉਡੀਕਦੇ ਸੀ। ਦੱਸੋ ਤਰਸੇਮ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ? ਤਰਸੇਮ ਸਿੰਘ ਜੀ ਲਾਈਨ ਨੰਬਰ 1, ਪਾਲ ਜੀ ਲਾਈਨ ਨੰਬਰ 2। ਹੈਲੋ, ਸਤਿ ਸ਼੍ਰੀ ਅਕਾਲ ਭਾਈ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਈ, ਮੈਂ ਕਹਿੰਦਾ ਜੀ ਜਿਹੜੇ ਇਹ ਦੋਨੋਂ ਪਾਸੇ ਦੀ ਜਿਹੜੀ ਆਈਡੀਓਲੋਜੀ ਹੈ ਜੇ ਹਾਈਲੀ ਫੰਡਡ, ਰਾਈਟ, ਵੀ ਇੱਕ ਤਾਂ ਆਪਣਾ ਇੰਟਰਨਲ ਕਾਰਪੋਰੇਟ ਸਿਸਟਮ ਹੈ ਉਹ ਹਿੰਦੂਇਜ਼ਮ ਨੂੰ ਯੂਜ਼ ਕਰਦਾ, ਹੁਣ ਜਿਹੜਾ ਐਕਸਟਰਨਲ ਹੈ ਉਹ ਖਾਲਿਸਤਾਨ ਜਿਹੜੀ ਮੂਵਮੈਂਟ ਉਹਨਾਂ ਨੂੰ ਯੂਜ਼ ਕਰਦਾ, ਰਾਈਟ, ਵੀ ਆਪਣਾ ਏਜੰਡਾ ਪੁਸ਼ ਕਰਨ ਵਾਸਤੇ। ਹੁਣ ਇਹ ਅੱਗੇ ਆਪਣੇ ਨੈਚੁਰਲ ਕਮਿਊਨੀਕੇਸ਼ਨ ਹੁੰਦਾ ਸੀ, ਅੱਜ ਕੱਲ੍ਹ ਉਹ ਖਤਮ ਹੋ ਗਿਆ, ਰਾਈਟ। ਅੱਜ ਕੱਲ੍ਹ ਤੁਸੀਂ ਇੱਕ ਬਟਨ ਨੱਪ ਕੇ ਤੁਸੀਂ ਕੁਛ ਦਾ ਕੁਛ ਬਣਾ ਸਕਦੇ, ਰਾਈਟ। ਜਿਵੇਂ ਆਪਣੇ ਪ੍ਰਸ਼ਾਂਤ ਕਿਸ਼ੋਰ ਆ, ਆਪਣਾ ਕੋਈ ਪੋਲੀਟੀਕਲ ਹੋਵੇ, ਕੋਈ ਸ਼ਰਾਬ ਦਾ, ਕੋਈ ਮੈਂ ਨਿਊਜ਼ ਪੜ੍ਹ ਰਿਹਾ ਸੀ 85,000 ਡਾਲਰ ਦੀ ਇੱਕ ਸ਼ਰਾਬ ਦੀ ਬੋਤਲ ਵਿਕੀ ਹੈ, ਰਾਈਟ। ਵੀ ਉਹ ਵੀ ਕਿਸੇ ਪੜ੍ਹੇ ਲਿਖੇ ਨੇ, ਕਿਸੇ ਹੁਣ ਜਿਹੜੇ ਆਪਣੇ ਆਮ ਲੋਕ ਉਹਨਾਂ ਦਾ ਕੀ ਆਪਾਂ ਵਿਚਾਰਿਆਂ ਨੂੰ ਕੀ ਕਹਿ ਸਕਦੇ, ਉਹਨਾਂ ਨੂੰ ਮੈਨੀਪੂਲੇਟ ਨਹੀਂ ਕੀਤਾ ਜਾ ਸਕਦਾ, ਰਾਈਟ। ਮੈਂ ਇਹੀ ਕਹਿਣਾ ਚਾਹੁੰਦਾ। ਧੰਨਵਾਦ ਜੀ। ਕੁਲਵਿੰਦਰ ਸਿੰਘ ਜੀ ਲਾਈਨ ਨੰਬਰ 3। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਤਾਂ ਇਹੀ ਨਾ 3-4 ਵਾਰੀ ਤੁਹਾਡੇ ਸਰਮੀਤ ਹੋਣਾ ਦੇ ਕੋਲੋਂ ਹੀ ਆਹ ਗੱਲ ਸੁਣੀ ਆ, ਉਹਨਾਂ 2-3 ਹੋਸਟਾਂ ਦੇ, ਪਰ ਬਾਕੀ ਹੋਰ ਕਿਸੇ ਰੇਡੀਓ ਤੋਂ ਮੈਨੂੰ ਨਹੀਂ ਲੱਗਦਾ ਮੈਂ ਕਿਤੋਂ ਸੁਣਿਆ ਕਿ ਕਿਸੇ ਨੇ ਗਾਲਾਂ ਕੱਢੀਆਂ ਉੱਤੇ। ਚਲੋ ਕੱਢੀਆਂ ਵੀ ਹੋਣਗੀਆਂ, ਉਹ ਕੁਛ ਇਹ ਵੀ ਹੋ ਸਕਦਾ, ਕੋਈ ਸਿਰਫਰੇ ਬੰਦੇ ਵੀ ਹੋ ਸਕਦੇ ਆ। ਜ਼ਰੂਰੀ ਤਾਂ ਹੈ ਨਹੀਂ ਇਹ ਵੀ ਜਿਹੜੀ ਦੂਸਰੇ ਕਿਸਾਨ ਅੰਦੋਲਨ ਨੂੰ ਜਿਹੜੇ ਸਮਰਥਨ ਦਿੰਦੇ ਆ ਉਹਨਾਂ ਨੇ ਗਾਲਾਂ ਕੱਢੀਆਂ ਹੋਣ। ਇਹ ਤਾਂ ਕੋਈ ਕੁਛ ਵੀ ਕਹਿ ਸਕਦੇ ਆਪਾਂ ਨਾ, ਇਹ ਤਾਂ ਇਹ ਵੀ ਕਹਿ ਸਕਦੇ ਆ ਵੀ ਜਿਵੇਂ ਹੁਣ ਉੱਥੇ ਬਦਨਾਮ ਕਰਨ ਨੂੰ, ਅੰਦੋਲਨ ਬਦਨਾਮ ਕਰਨ ਨੂੰ ਆਪ ਵੀ ਕਰਾ ਸਕਦੇ ਆ, ਕਈ ਕੁਛ ਹੀ ਹੋ ਸਕਦਾ। ਇੱਕ ਵੀਡੀਓ ਕੁਲਵਿੰਦਰ ਸਿੰਘ ਜੀ ਮੈਂ ਵੇਖੀ ਆ, ਪੂਰੀ ਇੱਕ ਗੱਡੀਆਂ ਦੀ ਲਾਈਨ ਆ, ਕੋਈ ਵੀਡੀਓ ਬਣਾ ਰਿਹਾ, ਕੋਈ ਗਾਲਾਂ ਕੱਢ ਰਿਹਾ, ਇੱਕ ਗੱਡੀ ਨਹੀਂ ਹੈ ਕੋਈ। ਮਤਲਬ ਜਿਹੜੀ ਚੀਜ਼ ਜੇ ਗਲਤ ਕੀਤੀ ਆਪਾਂ ਉਸ ਨੂੰ ਗਲਤ ਕਹੀਏ, ਇਹ ਜਿਗਰਾ ਆਪਾਂ ਜ਼ਰੂਰ ਚਾਹੀਏ ਜੀ। ਇਹ ਗਲਤ ਤਾਂ ਟੋਟਲੀ ਹੈ ਜੀ, ਇਹ ਤਾਂ ਟੋਟਲੀ ਗਲਤ ਹੈ, ਇਹਦੇ ਵਿੱਚ ਤਾਂ ਕੋਈ ਦੋ ਰਹਿਮਾ ਹੈ ਹੀ ਨਹੀਂ ਜੀ ਜੀ। ਉਹਦੇ ਵਿੱਚ ਚੱਕਰ ਇਹ ਆ ਵੀ ਮੈਂ ਇਹ ਹੋ ਸਕਦਾ ਹੈ ਵੀ ਬਦਨਾਮੀ ਦੇ ਲਈ ਕੁਛ ਅਜਿਹਾ ਕੀਤਾ ਹੋਵੇ, ਇਹ ਗੱਲ ਠੀਕ ਹੈ। ਗੁਰਤੇਜ ਕੌਰ ਮਾਨ ਜੀ ਲਾਈਨ ਨੰਬਰ 5। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਧੰਨਵਾਦ। ਹਾਂਜੀ, ਉਹ ਜਿਹੜਾ ਲਾਗੀ.com ਤੇ ਇਤਰਾਜ਼ ਪ੍ਰਗਟ ਕੀਤਾ ਮੇਰੇ ਵੀਰ ਨੇ ਪਹਿਲਾਂ ਫੋਨ ਕੀਤਾ ਸੀਗਾ ਨਾ ਵੀ ਇਹਨਾਂ ਨੂੰ ਡਰਾਈਵਰ ਨਹੀਂ ਮਿਲਣੇ, ਉਹਦੇ ਸੰਬੰਧ ਚ ਮੈਂ ਸਲਾਹ ਦੇਣੀ ਸੀ ਵੀ ਉਹਦਾ ਨਾਂ saganDelivery.com ਧਰ ਲੈਣ। ਲਾਗੀ ਹੁੰਦਾ ਨਾ ਆਪਣਾ ਨਾਈ ਦਾ ਮਰਾਸੀ, ਉਹ ਸਮਝਦੇ ਆ ਵੀ ਸਾਨੂੰ ਘਟਿਆ ਸੀ ਲਾਗੀ ਮਰਾਸੀ ਕਿਉਂ ਬਣੀਏ ਨਾਈ ਮਰਾਸੀ, ਹਨਾ, ਤੇ ਆਪਣੇ ਜੱਟਾਂ ਥੋੜੀ ਹੁੰਦੀ ਆ ਗੜ। ਠੀਕ ਹੈ ਜੀ, ਇਸ ਰਿਹਾ ਤੁਹਾਡਾ, ਥੈਂਕ ਯੂ। ਸਰਾ ਮਹਿੰਦਰ ਸਿੰਘ ਜੀ ਲਾਈਨ ਨੰਬਰ 1। ਹਾਂਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਫਤਿਹ ਜੀ। ਹਾਂਜੀ, ਗਿੱਲ ਸਾਹਿਬ ਆ ਜਿਹੜੀ ਗੱਲ ਆ ਰਹੀ ਹੈ ਨਾ ਵੀ ਰੈਲੀ ਦਾ ਵਿਰੋਧ ਕੀਤਾ, ਕੱਲ ਮੈਂ ਵੀ ਆਪਣੇ ਤੇ ਗਲੋਬਲ ਪੰਜਾਬ ਤੇ ਸੁਣ ਰਿਹਾ ਸੀ, ਉੱਥੇ ਕਿਸੇ ਬੰਦੇ ਨੇ ਸਵਾਲ ਕੀਤਾ ਵੀ ਉੱਥੇ ਆਂਡੇ ਉਂਡੇ ਮਾਰੇ ਗਏ ਆ, ਤੇ ਉਹ ਕਹਿੰਦੇ ਵੀ ਸਾਡੇ ਕੋਲੇ ਹਲੇ ਇਨਪੁਟ ਨਹੀਂ ਆਈ। ਚਲੋ ਇਹ ਕੁਛ ਵੀ ਹੈ, ਗੱਲ ਬਹੁਤ ਮਾੜੀ ਹੈ। ਪਿਛਲੇ ਕਾਲਰ ਨੇ ਇਹ ਵੀ ਕਿਹਾ ਵੀ ਹੋ ਸਕਦਾ ਇਹ ਪਲਾਂਟ ਕੀਤਾ ਹੋਵੇ ਬਦਨਾਮ ਕਰਨ ਵਾਸਤੇ, ਕੁਛ ਵੀ ਹੋ ਸਕਦਾ, ਪਰ ਇਹੋ ਜਿਹਾ ਇਸ ਕਿਸਮ ਦੇ ਝਾਂਸੇ 'ਚ ਸਾਨੂੰ ਨਹੀਂ ਆਉਣਾ ਚਾਹੀਦਾ। ਵੇਖੋ, ਜੇ ਅਸੀਂ ਉੱਥੇ 11 ਮੀਟਿੰਗਾਂ ਦੇ ਵਿੱਚ ਭਾਰਤ ਦੀ ਸਰਕਾਰ ਨੂੰ, ਉਹਨਾਂ ਦੇ ਕਰਿੰਦਿਆਂ ਨੂੰ ਸਾਡੇ ਬੰਦਿਆਂ ਨੇ ਪੂਰੀ ਤਰ੍ਹਾਂ ਲਾਜਵਾਬ ਕਰਤਾ ਹੈ। ਇੱਥੇ ਹੁਣ ਅਸੀਂ ਵੀ, ਮੈਂ ਸੰਡੇ ਨੂੰ ਵੀ ਐਪਸਫੋਰਡ ਸੁਪਰਮਾਰਕੀਟ ਜਾ ਕੇ ਆਏ ਹਾਂ, ਉੱਥੇ ਵੀ ਅਸੀਂ ਪਹੁੰਚੇ ਹਾਂ, ਹੋਰ ਥਾਵਾਂ ਤੇ ਹਰ ਰੋਜ਼ ਹੀ ਪਹੁੰਚਦੇ ਹਾਂ। ਬੜਾ ਪੀਸਫੁਲੀ ਗੱਲ ਚੱਲ ਰਹੀ, ਆਪਣਾ ਪੁਆਇੰਟ ਰੱਖ ਰਹੇ ਹਾਂ। ਜੇ ਕੋਈ ਆਪਣਾ ਵਿਰੋਧੀ ਪੁਆਇੰਟ ਇਹਨਾਂ ਕਾਨੂੰਨਾਂ ਦੇ ਹੱਕ 'ਚ ਰੱਖਦਾ ਤਾਂ ਉਹਨੂੰ ਡਿਬੇਟ ਕਰਕੇ ਉਹਦੇ ਨਾਲ ਗੱਲ ਕਰ ਲਈਏ। ਅਸੀਂ ਜਿਹੜੀ ਇਸ ਕਿਸਮ ਦੀ ਗੱਲ ਕਰਨੀ ਹੈ ਕਦੇ ਵੀ ਸਾਡੇ ਹੱਕ 'ਚ ਨਹੀਂ ਜਾਂਦੀ। ਮੇਰੀ ਤਾਂ ਤੁਸੀਂ ਬਹੁਤ ਸੋਹਣੀ ਇਹ ਗੱਲ ਕੀਤੀ ਹੈ, ਤੇ ਮੈਂ ਵੀ ਹੱਥ ਜੋੜ ਕੇ ਬੇਨਤੀ ਕਰਦਾ ਸਾਰਿਆਂ ਨੂੰ ਕਿ ਆਪਾਂ ਇਸ ਬਹਿਕਾਵੇ, ਇਸ ਝਾਂਸੇ 'ਚ, ਇਸ ਟਰੈਪ 'ਚ ਨਾ ਆਈਏ। ਇਹ ਸਾਡੀ ਉਸ ਸਪੋਰਟ ਨੂੰ ਬਦਨਾਮ ਕਰਨ ਦੀ ਗੱਲ ਹੋ ਸਕਦੀ ਆ। ਹਾਂ, ਅਸੀਂ ਟੇਬਲ ਟਾਕ ਤੇ ਕਰ ਲਈਏ, ਉਹਨਾਂ ਨੂੰ ਕੋਈ ਆਓ ਵੀ ਡਿਬੇਟ ਕਰ ਲਓ, ਜਾਂ ਜੋ ਕਰਦੇ ਆ ਕਰਨ ਦਿਓ ਉਹਨਾਂ ਨੂੰ, ਅਸੀਂ ਉਸ ਤੋਂ ਵੱਡੀ ਰੈਲੀ ਕੱਢ ਲਈਏ। ਸੋ ਸਾਰਿਆਂ ਨੂੰ ਬੇਨਤੀ ਇਹ ਹੈ ਕਿ ਸਹਿਣਸ਼ੀਲਤਾ ਰੱਖ ਕੇ ਅਸੀਂ ਆਪਣਾ ਕੰਮ ਕਰੀਏ। ਜੇ ਕੋਈ ਦੂਜਾ ਕਰਦਾ ਕਰਨ ਦਿਓ। ਪਤਾ ਤਾਂ ਇਹ ਵੀ ਲੱਗਾ ਵੀ 15-16 ਵਿੱਚ ਇਹਨਾਂ ਨੇ 10,000 ਦੇ ਕਰੀਬ ਬੰਦੇ ਉੱਥੋਂ ਆਪਦੇ, ਜਿਹੜਾ ਵੱਡਾ ਪਰਿਵਾਰ ਆ ਉਹਨੇ ਵਿਦੇਸ਼ਾਂ 'ਚ ਭੇਜੇ ਆ ਆਪਦੇ ਪ੍ਰਾਪੇਗੰਡੇ ਵਾਸਤੇ, ਉਹਦਾ ਹਿੱਸਾ ਹੋ ਸਕਦਾ। ਇਹਦੇ ਤੇ ਸਾਨੂੰ ਮਤਲਬ ਕੋਈ ਸ਼ੱਕ ਨਹੀਂ ਹੋ ਸਕਦਾ ਇਹ, ਪਰ ਅਸੀਂ ਬਚਣਾ। ਮੇਰੀ ਤਾਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ, ਆਪਾਂ ਬਚੋ, ਆਪਾਂ ਆਪਣਾ ਕੰਮ ਕਰੋ। ਉਹਨਾਂ ਨੂੰ ਇਹ ਮੌਕਾ ਹੀ ਨਾ ਦਿਓ ਵੀ ਜੀ ਇੱਥੇ ਟਕਰਾਅ ਹੋ ਰਿਹਾ ਤੇ ਇਹਨਾਂ ਸਰਕਾਰਾਂ ਨੂੰ ਮਜਬੂਰ ਹੋ ਕੇ ਸਾਨੂੰ ਇਹ ਰੈਲੀਆਂ ਹੀ ਬੰਦ ਕਰਦੀਆਂ ਜਾਣ। ਧੰਨਵਾਦ।
ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਤਵੀਰ ਸਿੰਘ ਗਿੱਲ ਸੈਟ ਗਿੱਲ ਗਰੁੱਪ ਵੱਲੋਂ ਮੇਰੇ ਨਾਲ ਨੇ ਹੁਣ, ਜਿਹੜੇ ਫਾਈਨੈਂਸ਼ੀਅਲ ਐਡਵਾਈਜ਼ਰ ਨੇ, ਪੋਰਟਫੋਲੀਓ ਮੈਨੇਜਰ ਨੇ, 25 ਸਾਲ ਦਾ ਉਹਨਾਂ ਦਾ ਬੜਾ ਤਜਰਬਾ ਹੈ ਇਸ ਕੰਮ 'ਚ। ਉਹਨਾਂ ਤੋਂ ਅੱਜ ਬਿਜ਼ਨਸ ਦੇ ਵਿੱਚ ਫਾਈਨੈਂਸ਼ੀਅਲ ਇਸ਼ੂਜ਼ ਕੀ ਨੇ, ਬਿਜ਼ਨਸ ਕਮਿਊਨਿਟੀ ਸਾਡੀ ਬਹੁਤ ਕਰਦੀ ਹੈ, ਉਹਨਾਂ ਨਾਲ ਗੱਲ ਕਰਾਂਗੇ। ਗਿੱਲ ਸਾਹਿਬ ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਹਰਜੀਤ ਸਿੰਘ, ਸਤਿ ਸ਼੍ਰੀ ਅਕਾਲ। ਧੰਨਵਾਦ ਜੀ, ਤੁਹਾਨੂੰ ਵੇਟ ਕਰਨਾ ਪਿਆ ਤੇ ਮੇਰੇ ਕਾਲਰ ਵੇਟ ਕਰ ਰਹੇ ਸੀ, ਸੋ ਸੌਰੀ ਅਬਾਊਟ ਦੈਟ। ਅੱਛਾ ਗਿੱਲ ਸਾਹਿਬ, ਇਉਂ ਦੱਸਿਓ ਕਿ ਜ਼ਿਆਦਾਤਰ ਸਾਡੀ ਕਮਿਊਨਿਟੀ ਬਿਜ਼ਨਸ ਕਰਦੀ ਹੈ, ਸੈਲਫ ਇੰਪਲਾਇਡ ਨੇ, ਵੱਡੇ ਬਿਜ਼ਨਸ ਨੇ, ਉਹਨਾਂ ਦੇ ਜਿਹੜੇ ਇਹ ਵਿੱਤੀ ਮਾਮਲੇ ਨੇ, ਜਿਹੜੇ ਫਾਈਨੈਂਸ਼ੀਅਲ ਉਹਨਾਂ ਦੀਆਂ ਓਬਲੀਗੇਸ਼ਨਸ ਨੇ, ਉਹਨਾਂ 'ਚ ਕੀ ਕੀ ਆਉਂਦਾ ਤੇ ਕੀ ਖਿਆਲ ਰੱਖਣ ਦੀ ਲੋੜ ਹੈ ਜੀ? ਜੀ ਮੋਸਟ ਇੰਪੋਰਟੈਂਟਲੀ ਤਾਂ ਇਹ ਖਿਆਲ ਰੱਖਣਾ ਚਾਹੀਦਾ ਵੀ ਆਪਾਂ ਨੂੰ ਚਾਹੀਦਾ ਕੀ ਹੈ, ਲੋੜ ਕੀ ਹੈ। I use the word purpose ਕੀ ਹੈ ਵੀ ਜਿਹੜਾ ਤੁਸੀਂ ਕੰਮ ਕਰਦੇ ਆ ਬਿਜ਼ਨਸ ਤੋਂ, ਤੁਸੀਂ ਕਾਹਦੇ ਲਈ ਕਰਦੇ ਆ? ਜਦੋਂ ਪੈਸੇ ਕਮਾਉਂਦੇ ਆ ਤੇ ਸੇਵ ਕਰਦੇ ਆ, ਉਹਦਾ ਵੀ ਕੀ ਪਰਪਸ ਆ, ਕੀ ਉਹਦੇ ਨਾਲ ਕਰਨਾ ਚਾਹੁੰਦੇ ਆ ਤੁਸੀਂ? ਹਾਂ, I mean ਫੈਮਿਲੀ ਰੇਜ਼ ਕਰਨੀ ਆ, ਬੱਚੇ ਪੜ੍ਹਾਉਣੇ ਆ, ਵਿਆਹ ਕਰਨੇ ਆ, ਉਹ ਤਾਂ ਹੈਗਾ ਪਰ ਉਹਦੇ ਬਿਯੋਂਡ ਵੀ ਕੀ ਪਰਪਸ ਪੈ ਜਾਂਦਾ ਵੀ ਉਹ ਵੀ ਤੁਹਾਨੂੰ ਆਪਦੇ ਮਨ ਦੇ ਵਿੱਚ ਰੱਖਣਾ ਪੈਣਾ ਵੀ ਰਿਟਾਇਰਮੈਂਟ ਲਈ ਆ, ਲੋਕਾਂ ਨੂੰ ਦੇਣੇ ਆ, ਕੀ ਕਰਨਾ ਇਹਦੇ ਨਾਲ। ਅੱਛਾ ਜੀ, ਲੌਂਗ ਟਰਮ ਜਿਹੜੀ ਪਲੈਨਿੰਗ ਆ, ਅਸੀਂ ਕਿਉਂਕਿ ਜਿੱਥੋਂ ਆਏ ਹਾਂ ਬਹੁਤ ਵਾਰ ਆਪਾਂ ਗੱਲ ਕੀਤੀ ਹੈ ਕਿ ਅਸੀਂ ਇਸ ਸਿਸਟਮ ਲਈ ਟ੍ਰੇਨਡ ਨਹੀਂ ਹੈ। ਅਸੀਂ ਤਾਂ ਡੌਲਿਆਂ ਦੇ ਜ਼ੋਰ ਦੇ ਨਾਲ ਹੀ ਨਿਗਾਈ ਜਾਂਦੇ ਹਾਂ, ਕੱਲ ਵੀ ਆਹ ਵੀ ਕਰ ਲਓ, ਇੱਥੋਂ ਫੜ ਲੈ, ਇੱਥੋਂ ਕਰਦੇ ਆ, ਇੱਥੋਂ ਕਰ ਲੈ, ਇੱਥੋਂ। ਬਿਜ਼ਨਸ ਜਦ ਤੁਸੀਂ ਰਨ ਕਰਦੇ ਹੋ, 2 ਬੰਦੇ ਕੰਮ ਕਰਦੇ ਆ, 4 ਕਰਦੇ ਆ, 5 ਕਰਦੇ ਆ, 7 ਕਰਦੇ ਆ, ਉਹਦੇ ਲਈ ਸੇਫਗਾਰਡ ਕੀ ਹੈ? ਕਿਹੜੀਆਂ ਚੀਜ਼ਾਂ ਤੁਹਾਡੇ ਮੱਦੇ ਨਜ਼ਰ ਹੋਣ ਕਿ ਤੁਸੀਂ ਕੱਲ੍ਹ ਨੂੰ ਕਿਤੇ ਸਟਕ ਨਾ ਹੋਵੋ ਉਹਦੇ 'ਚ? ਜਿਵੇਂ ਤੁਸੀਂ ਘਰ 'ਚ ਕਹਿੰਦੇ ਹੋ 3 ਮਹੀਨੇ ਦੀ ਤੁਹਾਡੀ ਸੇਵਿੰਗ ਚਾਹੀਦੀ ਹੈ, ਬਿਜ਼ਨਸ 'ਚ ਕੀ ਚਾਹੀਦਾ? ਸੇਮ ਥਿੰਗ ਜੀ, I mean 10 ਮਹੀਨੇ ਦੀ ਸੇਵਿੰਗਸ ਦੀ ਲੋੜ ਹੈਵ ਟੂ, ਪਰ ਬਿਜ਼ਨਸ ਲਈ ਜ਼ਿਆਦਾ ਤਾਂ 6 ਮਹੀਨੇ ਤੋਂ ਵੱਧ ਵੀ ਰੱਖਣੀ ਚਾਹੀਦੀ ਹੈ। ਮੋਸਟ ਆਰਗੇਨਾਈਜੇਸ਼ਨ ਸਾਲ ਤੋਂ ਉੱਪਰ ਰੱਖਦੇ ਬਜਟ ਆਪਦਾ ਸਾਈਡ ਤੇ, ਬਾਈ ਚਾਂਸ ਕੁਛ ਹੋ ਜਾਵੇ, ਬੰਦ ਹੋ ਜਾਵੇ, ਕੋਵਿਡ ਹੋ ਜਾਂਦਾ, ਹੋਰ ਚੀਜ਼ਾਂ ਹੋ ਜਾਂਦੀਆਂ, ਜਾਂ ਮਟੀਰੀਅਲਸ ਲੈਣੇ ਪੈਂਦੇ ਆ, ਉਹਦੇ ਲਈ ਬਜਟ ਆਪਦਾ ਹਰੇਕ ਸਾਲ ਤਾਂ ਕਰਨਾ ਬਜਟ ਆਪਦਾ ਵੀ ਕੀ ਕਰਨਾ, ਪਰ ਇੱਕ ਸਾਲ ਦਾ ਜੇ ਰੱਖ ਸਕਦੇ ਆ ਸਾਈਡ ਤੇ ਇਜ਼ ਆਈਡੀਅਲ। ਮੋਸਟ ਬਿਜ਼ਨਸਿਸ ਨਹੀਂ ਹੁੰਦਾ ਵੀ ਕੈਸ਼ ਫਲੋ ਚੱਲਦੀ ਹੈ, ਸਮਾਨ ਲੈਣੇ, ਸਮਾਨ ਵੇਚਦੇ, ਡਿਪੈਂਡਿੰਗ ਬਿਜ਼ਨਸ ਕੀ ਹੈ, ਆਪਰੇਟਿੰਗ ਲਾਈਨਸ ਆਫ ਕ੍ਰੈਡਿਟ ਹੋਣੀਆਂ ਚਾਹੀਦੀਆਂ, ਬਿਕਾਜ਼ ਉਹਦੇ ਨਾਲ ਫਿਰ ਚੱਲੀ ਜਾਂਦਾ ਕੰਮ, ਆਏ ਨਹੀਂ ਫਿਰ ਚੈੱਕ ਨਹੀਂ ਰੱਖ ਸਕਦੇ। ਸੋ ਮੋਸਟ ਇੰਪੋਰਟੈਂਟਲੀ ਤਾਂ ਉਹ ਜਿਹੜੀਆਂ ਫਾਈਨੈਂਸਿੰਗ ਚੀਜ਼ਾਂ, ਆਪਰੇਟਿੰਗ ਲਾਈਨਸ ਆਫ ਕ੍ਰੈਡਿਟ, ਸੇਵਿੰਗਸ ਦੇ ਸਾਈਡ ਤੇ ਜਿਹੜੇ ਮਟੀਰੀਅਲਸ ਬਾਏ ਕਰਨੇ, ਇਨਵੈਂਟਰੀ ਬਾਏ ਕਰਨਾ, ਉਹਦਾ ਪਲੈਨਿੰਗ ਕਰਨੀ ਚਾਹੀਦੀ ਹੈ ਵੀ ਓਕੇ ਕਿਦੋਂ ਸਮਾਨ ਆਉਣਾ, ਚਾਈਨਾ ਤੋਂ ਆਉਣਾ, ਕਿੱਥੋਂ ਆਉਣਾ, ਉਹ ਬਿੱਲ ਵੀ ਕਿਦੋਂ ਪੇ ਕਰਨੇ ਆ, ਆਲ ਆਫ ਦੋਜ਼ ਥਿੰਗਸ ਹਰੇਕ ਬਿਜ਼ਨਸ ਨੂੰ ਦੇਖਣਾ ਪੈਣਾ, ਹੈਵ ਟੂ। ਅੱਛਾ, ਇੱਕ ਇਹਦੇ 'ਚ ਹੋਰ ਵੀ ਸਮਝਾਇਓ, ਬਿਜ਼ਨਸ ਜਦ ਕਰਦੇ ਆ ਸੈਲਫ ਇੰਪਲਾਇਡ, ਅਸੀਂ ਮੰਨ ਲਓ ਘਰ ਹੀ ਬਣਾਉਂਦੇ ਹਾਂ, ਘਰ ਦੇ ਵਿੱਚ 7-8 ਮਹੀਨੇ ਕੰਮ ਕੀਤਾ, ਸਫਾਈਆਂ ਕੀਤੀਆਂ, ਗੇੜਾ ਰੱਖਿਆ, ਅਤੇ ਉਹਦਾ ਜਦ ਐਂਡ ਆਫ ਦਾ ਡੇ ਉਹ ਕਹਿੰਦਾ ਵੀ ਚੱਲ $50,000 ਬਣਦਾ, ਵੇਚ ਦਿਓ। ਬਿਜ਼ਨਸ ਦੇ ਕੁਛ ਨੋਰਮਸ ਵੀ ਨੇ ਵੀ ਜਿਹਦੇ 'ਚ ਲੱਗੇ ਵੀ ਇਹ ਬਿਜ਼ਨਸ ਦੀ ਡੈਫੀਨੇਸ਼ਨ ਆ, ਆਹ ਬਿਜ਼ਨਸ ਦੀ ਡੈਫੀਨੇਸ਼ਨ ਨਹੀਂ ਹੈ। ਤੁਹਾਡੀ ਜ਼ਿੰਦਗੀ ਦੇ ਵਿੱਚ ਜੇ ਤੁਸੀਂ ਇੱਕ ਬਿਜ਼ਨਸ ਦੇ ਵਿੱਚ ਇੱਕ ਵਰਕਰ ਦੇ ਤੌਰ 'ਤੇ, ਇੱਕ ਸਟਾਫ ਦੇ ਤੌਰ 'ਤੇ ਕੰਮ ਕਰਦੇ ਹੋ, ਅਤੇ ਮਾਲਕ ਵੀ ਤੁਸੀਂ ਹੋ, ਕਿ ਕੁਛ ਤਾਂ ਹੈ ਜਿਹੜਾ ਐਂਟਰਪ੍ਰਾਈਜ਼ਸ ਨੇ, ਕੁਛ ਲਿਮਟਿਡ ਕੰਪਨੀਆਂ, ਲਿਮਟਿਡ ਦੇ ਤੁਸੀਂ ਕੰਪਨੀਆਂ ਦੇ EMPLOYE ਬਣ ਜਾਂਦੇ ਹੋ। ਇੱਕ ਬਿਜ਼ਨਸ ਦੇ ਵਿੱਚ ਮਾਲਕੀ ਅਤੇ ਨਾਲ ਹੀ ਕੰਮ ਕਰਨਾ, ਉਹਨੂੰ ਡਿਫਰੈਂਸ਼ੀਏਟ ਕਿਵੇਂ ਕਰਦੇ ਹੋ ਜੀ? ਬਿਜ਼ਨਸ ਐਜ਼ ਅ ਜੌਬ ਵੀ ਆ, ਬਿਜ਼ਨਸ ਐਜ਼ ਅ ਇਨਵੈਸਟਮੈਂਟ ਵੀ ਆ। ਸੋ ਬਿਜ਼ਨਸ ਐਜ਼ ਅ ਜੌਬ, ਆਏ ਵੀ ਤੁਸੀਂ ਸਟੋਰ ਖੋਲ੍ਹਿਆ, ਘਰ ਬਣਾਉਂਦੇ, ਉਹ ਤੁਹਾਡੀ ਜੌਬ ਆ। 12 ਘੰਟੇ 10 ਘੰਟੇ ਜਿੰਨੇ ਤੁਸੀਂ ਘੰਟੇ ਲੱਗਦੇ, ਤੁਹਾਨੂੰ 50,000 ਮਿਲ ਗਿਆ, ਤੁਸੀਂ ਘੰਟੇ ਦਾ ਕੈਲਕੂਲੇਟ ਕਰ ਲਓ, ਮੇਬੀ 10 ਘੰਟੇ ਮਿਲੇ ਤੁਹਾਨੂੰ, ਮੇਬੀ 12 ਮਿਲੇ ਘੰਟੇ ਦੇ, ਡਿਪੈਂਡਸ। ਉਹ ਬਿਜ਼ਨਸ ਐਜ਼ ਅ ਜੌਬ ਹੁੰਦੇ, ਬਿਕਾਜ਼ ਤੁਸੀਂ ਹੋਰ ਕੋਈ ਜੌਬ ਕਰ ਨਹੀਂ ਸਕਦੇ, ਕਿਸ ਲਈ ਤੁਸੀਂ ਆਪ ਦੇ ਲਈ ਜੌਬ ਸ਼ੁਰੂ ਕੀਤੀ ਆ। ਬਹੁਤ ਹੈਗਾ। ਬਿਜ਼ਨਸ ਐਜ਼ ਇਨਵੈਸਟਮੈਂਟ ਇਜ਼ ਡਿਫਰੈਂਟ, ਵੀ ਤੁਸੀਂ ਐਕਚੁਅਲੀ ਇਨਵੈਸਟਮੈਂਟ ਕੀਤੀ ਹੈ ਬਿਜ਼ਨਸ ਦੇ ਵਿੱਚ, ਵੀ ਤੁਸੀਂ ਪੈਸੇ ਪਾਏ ਆ, ਤੁਸੀਂ ਆਪਦਾ ਟਾਈਮ ਡੋਨੇਟ ਕਰਦੇ ਆ ਵੀ ਓਕੇ ਕੀ ਕਰਨਾ, ਤੇ ਉਹ ਬਿਜ਼ਨਸ ਦੀ ਵੈਲਿਊ ਵੀ ਫਿਰ ਗਰੋ ਹੁੰਦੀ ਆ, ਰਾਈਟ। ਜੇ ਤੁਸੀਂ ਡਿਵੈਲਪਮੈਂਟ ਕਰਦੇ ਆ, ਟਰੱਕਿੰਗ ਕੰਪਨੀ ਹੈਗੀ, ਫਾਰਮਿੰਗ ਹੈਗੀ, ਜਿਹੜੀ ਚੀਜ਼ਾਂ ਬਿਜ਼ਨਸ ਕਰਦੇ ਆ ਤੁਸੀਂ, ਉਹ ਜਿਹੜਾ ਬਿਜ਼ਨਸ ਦਾ ਵੈਲਿਊ, ਜਿਹੜਾ ਰੈਵਨਿਊ ਆਉਂਦਾ ਤੁਹਾਡਾ, ਸੇਲਸ ਹੁੰਦੀਆਂ, ਉਹਦੇ ਨਾਲ ਵੀ ਵੈਲਿਊ ਹੁੰਦਾ, ਬਿਜ਼ਨਸ ਦੀ ਐਸਟ ਵੈਲਿਊ ਦੇ ਨਾਲ ਹੀ ਉਹ ਗਰੋ ਹੁੰਦਾ। ਸੋ ਜੇ ਬਾਈ ਚਾਂਸ ਤੁਸੀਂ ਵੇਚਣਾ ਕਰੇ ਫਿਊਚਰ ਦੇ ਵਿੱਚ, ਐਟਲੀਸਟ ਬਿਜ਼ਨਸ ਦੀ ਵੈਲਿਊ ਹੈਗੀ ਹੈ ਕੋਈ, ਜਿਹੜੀ ਤੁਸੀਂ ਵੇਚ ਸਕਦੇ ਹੋ। ਬਿਜ਼ਨਸ ਐਜ਼ ਅ ਜੌਬ, ਹਾਂ, ਉਹ ਵੀ ਤੁਸੀਂ ਵੇਚ ਸਕਦੇ ਹੋ,
for sure, ਪਰ ਉਹ ਜ਼ਿਆਦਾ ਜੌਬ ਅਜੇ ਹੋ ਕਿਸ ਨੇ ਬਾਈ ਕਰਨਾ ਉਹ ਆਪ ਵੀ ਸ਼ੁਰੂ ਕਰ ਸਕਦੇ ਉਹ ਲਿਮਿਟੇਸ਼ਨਸ ਹੋ ਜਾਂਦੀ ਵੀ ਕਿੰਨੇ ਕੁ ਲੋਕ ਸ਼ੁਰੂ ਕਰ ਸਕਦੇ ਉਹ ਕੰਮ ਬਿਜ਼ਨਸ ਦੇ ਵਿੱਚ ਪ੍ਰੋਫੈਸ਼ਨਲਿਜ਼ਮ ਪੇਸ਼ੇਵਾਰ ਜਿਹੜਾ ਤੁਸੀਂ ਪੂਰਾ ਪ੍ਰੋਫੈਸ਼ਨਲ ਹੋ ਕੇ ਕੰਮ ਕਰਨਾ ਉਹਦੇ 'ਚ ਬੀਇੰਗ ਏ ਪ੍ਰੋਫੈਸ਼ਨਲ ਬਿਜ਼ਨਸਮੈਨ ਉਹਦੇ ਵਿੱਚ ਫਾਈਨੈਂਸ਼ੀਅਲ ਜਿਹੜੀਆਂ ਓਬਲੀਗੇਸ਼ਨਸ ਨੇ ਤੁਹਾਡਾ ਜਿਹੜਾ ਫਾਈਨੈਂਸਿਸ ਨੇ ਉਹਦਾ ਐਜ਼ ਏ ਰੂਲ ਜਾਂ ਐਜ਼ ਏ ਪ੍ਰੋਫੈਸ਼ਨ ਉਹ ਕੀ ਹੋਣਾ ਚਾਹੀਦਾ ਕੀ ਖਿਆਲ ਰੱਖਣ ਦੀ ਲੋੜ ਹੈ ਆਈ ਥਿੰਕ ਆਪਣੇ ਕਮਿਊਨਿਟੀ ਵਿੱਚ ਜਿਵੇਂ ਤੁਸੀਂ ਕਿਹਾ ਸੀ ਟ੍ਰੇਨਿੰਗ ਇਹੋ ਜਿਹੀ ਮਿਲੀ ਨਹੀਂ ਜਦੋਂ ਇਮੀਗ੍ਰੇਟ ਹੁੰਦੇ ਇੱਥੇ ਹੁਣ ਅਸੀਂ ਵਰ ਬਲੈਸ ਅਸੀਂ ਕਾਫੀ ਕਮਿਊਨਿਟੀ ਨਾਲ ਕੰਮ ਕਰਦੇ ਹਾਂ ਜਿਹੜੇ ਇੱਥੇ 4-5 ਜਨਰੇਸ਼ਨ ਹੋ ਗਏ ਇੱਥੇ ਜੀ ਪਹਿਲਾਂ ਤੋਂ ਹੀ ਇੱਥੇ ਸੋ ਅਸੀਂ ਉਹਨਾਂ ਦੇ ਬਿਜ਼ਨਸ ਵੇਖਦੇ ਹਾਂ ਜਦੋਂ ਉਹਨਾਂ ਨਾਲ ਬੈਠਦੇ ਹਾਂ ਗੱਲਾਂ ਕਰਦੇ ਹਾਂ ਵੀ ਓਕੇ ਤੁਹਾਡੀ ਫੈਮਿਲੀ ਨੇ ਕਿਵੇਂ ਕੀਤਾ ਸੀ ਕੀ ਕਰਦੇ ਹੁਣ ਕੀ ਕਰਦੇ ਤੇ ਮੋਸਟ ਫੈਮਿਲੀਜ਼ ਜਿਹੜੇ ਚਾਹਦੀਆਂ US ਵਿੱਚ ਵੇਖ ਲਓ ਨਾਟ ਇੰਡੀਅਨ ਫੈਮਿਲੀਜ਼ ਮੈਂ ਤਾਂ ਜਨਰਲ ਕਮਿਊਨਿਟੀ ਦੀ ਗੱਲ ਕਰਦਾ ਉਹਨਾਂ ਦੇ ਜ਼ਿਆਦਾ ਇਨਵੈਸਟਮੈਂਟਸ ਹੁੰਦੇ ਨੇ ਮਾਰਕੀਟ ਦੇ ਵਿੱਚ ਸਟਾਕ ਮਾਰਕੀਟ ਦੇ ਵਿੱਚ ਕੰਪਨੀਜ਼ ਬੌਂਡਸ ਮਿਊਚੁਅਲ ਫੰਡਸ ਉਹ ਜਿਹੀਆਂ ਚੀਜ਼ਾਂ ਦੇ ਵਿੱਚ ਰੀਅਲ ਏਸਟੇਟ ਵਿੱਚ ਵੀ ਤਾਂ ਹੁੰਦੇ ਘਰ ਉਹਨਾਂ ਦਾ ਹੁੰਦਾ ਰੈਂਟਲ ਪ੍ਰਾਪਰਟੀ ਐਕਟ ਤੋਂ ਹੁੰਦੀ ਹੈ ਪੋਸੀਬਲੀ ਪਰ ਉਹ ਜ਼ਿਆਦਾ ਉਹ ਇਨਵੈਸਟ ਕਰਦੇ ਮਾਰਕੀਟ ਦੇ ਵਿੱਚ ਆਪਣੇ ਕਮਿਊਨਿਟੀ ਦੇ ਵਿੱਚ ਮਾਰਕੀਟ ਵਿੱਚ ਵੀ ਇਨਵੈਸਟ ਕਰਦੇ ਫਿਰ ਸ਼ੋਰ ਪਰ ਉਹ ਜ਼ਿਆਦਾ ਰੈਂਟਲ ਪ੍ਰਾਪਰਟੀਜ਼ ਆ ਜਾਂਦੇ ਜਾਂ ਉਹ ਜਿਹੀਆਂ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਪਤਾ ਵੀ ਕੀ ਕਰਨਾ ਆਪਾਂ ਜੋ ਤੁਸੀਂ ਮੈਨੂੰ ਪਹਿਲਾਂ ਫੋਨ ਕਰਕੇ ਪੁੱਛਿਆ ਸੀ ਵੀ ਆਪਾਂ ਕਿਵੇਂ ਕਮਿਊਨਿਟੀ ਨੂੰ ਐਜੂਕੇਟ ਕਿਵੇਂ ਕਰ ਸਕਦੇ ਹਾਂ ਇਨਫੋਰਮ ਕਿਵੇਂ ਕਰ ਸਕਦੇ ਹਾਂ ਆਈ ਥਿੰਕ ਦੈਟਸ ਦ ਬਿਗੇਸਟ ਥਿੰਗ ਸੋ ਜਿਹੜੇ ਬਿਜ਼ਨਸ ਓਨਰ ਆ ਜਾਂ ਆਮ ਲੋਕ ਹੈਗੇ ਵੀ ਉਹਨਾਂ ਨੂੰ ਅੰਡਰਸਟੈਂਡਿੰਗ ਹੋਣੀ ਚਾਹੀਦੀ ਵੀ ਰੀਅਲ ਏਸਟੇਟ ਵੀ ਇੱਕ ਇਨਵੈਸਟਮੈਂਟ ਹੈਗੀ ਐਬਸੋਲੂਟਲੀ ਪਰ ਮਾਰਕੀਟ ਦੇ ਵਿੱਚ ਵੀ ਇਨਵੈਸਟਮੈਂਟ ਹੋ ਸਕਦੀ ਹੈ different types of investments but ਉਹਦੇ ਨਾਲ ਵੀ ਟਾਈਮ ਨਾਲ long term ਪੈਸੇ ਬਣਦੇ ਆ ਉਹਦੇ ਵਿੱਚ ਤੁਹਾਨੂੰ ਪਤਾ ਵੀ ਕੀ ਹੁੰਦਾ ਕੀ ਨਹੀਂ ਹੁੰਦਾ ਉਹਦੇ ਨਾਲ ਐਜੂਕੇਸ਼ਨ ਜਿੰਨੇ ਆਪਾਂ ਕਰ ਸਕਦੇ ਉਹਨਾਂ ਫਾਇਦਾ ਆਪਣੇ ਲੋਕਾਂ ਨੂੰ ਅੱਛਾ ਗਿੱਲ ਸਾਹਿਬ ਇਹਦੇ ਵਿੱਚ ਮੈਨੂੰ ਇੱਕ ਹੋਰ ਚੀਜ਼ ਐਡ ਕਰਿਓ ਜੀ ਲਿਮਟਿਡ ਜਿਹੜੀ ਕੰਪਨੀ ਹੈ ਉਹਨੂੰ ਤੁਸੀਂ ਆਪਣੇ ਨਿੱਜੀ ਤੌਰ ਤੇ ਕਿਸ ਤਰ੍ਹਾਂ ਚਾਹੇ ਅਕਾਊਂਟੈਂਸੀ ਦੀ ਉਹ ਗੱਲ ਆ ਪਰ ਤੁਸੀਂ ਇਹਦੇ 'ਚ ਪ੍ਰੋਫੈਸ਼ਨਲ ਹੋ ਲਿਮਟਿਡ ਕੰਪਨੀ ਦੇ ਕੁਝ ਕਾਇਦੇ ਕਾਨੂੰਨ ਨੇ ਜਿਹਦੇ ਵਿੱਚ ਤੁਸੀਂ ਕੁਝ ਕਰ ਸਕਦੇ ਹੋ ਕੁਝ ਨਹੀਂ ਕਰ ਸਕਦੇ ਉਹਦਾ ਕੀ ਖਿਆਲ ਰੱਖਣ ਦੀ ਲੋੜ ਹੈ ਇਹ ਹੈਗੇ ਜ਼ਿਆਦਾ ਅਕਾਊਂਟੈਂਟ ਲਈ ਜਾਂ ਪਰ ਲਿਮਿਟਿਡ ਆਏ ਵੀ ਜੇ ਥੋੜੀ ਲਾਇਬਿਲਿਟੀ ਘੱਟ ਹੋ ਜਾਂਦੀ ਹੈ ਠੀਕ ਵੀ ਜੇ ਬਾਈ ਚਾਂਸ ਕੁਛ ਹੋ ਜਾਂਦੇ ਤੁਹਾਡਾ ਐਕਸੀਡੈਂਟ ਹੋ ਗਿਆ ਕੁਛ ਹੋ ਗਿਆ ਵੀ ਉਹ ਤੁਹਾਨੂੰ ਪਰਸਨਲੀ ਨਹੀਂ ਕੋਈ ਸੂ ਕਰ ਸਕਦਾ ਉਹ ਕੰਪਨੀ ਨੂੰ ਸੂ ਕਰ ਸਕਦੇ ਆ ਉਹ ਜ਼ਿਆਦਾ ਟਾਈਮ ਲਿਮਿਟਿਡ ਕਾਰਪੋਰੇਸ਼ਨ ਸੈਟਅਪ ਹੁੰਦੇ ਆ ਬਿਜ਼ਨਸ ਦਾ ਸ਼ੁਰੂ ਕਰਨ ਵੇਲੇ ਕਿੰਨਾ ਕੁ ਐਜ਼ ਏ ਫਾਈਨੈਂਸ਼ੀਅਲ ਮੈਨੇਜਰ ਔਰ ਪੋਰਟਫੋਲੀਓ ਮੈਨੇਜਰ ਜਾਂ ਤੁਸੀਂ ਸਾਨੂੰ ਸਮਝਾਓਗੇ ਵੀ ਮੈਂ ਕਹਾਂ ਜੀ ਮੈਂ ਆਹ ਬਿਜ਼ਨਸ ਸ਼ੁਰੂ ਕਰਨਾ ਉਹਦੇ 'ਤੇ ਫੀਜ਼ੇਬਿਲਿਟੀ ਕਿੰਨੀ ਕੁ ਹੋਣੀ ਚਾਹੀਦੀ ਹੈ ਕਿੰਨੀ ਕੁ ਮਿਹਨਤ ਕਰਨੀ ਚਾਹੀਦੀ ਹੈ ਜੇ ਅਸੀਂ ਕਨਕਲੂਜਨ 'ਤੇ ਜਾਈਏ ਕਿ ਸਾਡੇ ਲਈ ਹੈ ਜਾਂ ਨਹੀਂ ਉਹਦੇ ਕੁਛ ਗਾਈਡਲਾਈਨਸ ਕੀ ਨੇ ਜੇ ਮੈਂ ਕਹਾਂ ਵੀ ਮੈਂ ABC ਬਿਜ਼ਨਸ ਸ਼ੁਰੂ ਕਰਨਾ ਉਹਦੇ 'ਚ ਮੇਰਾ ਵਿਅਕਤੀਤਵ ਮੇਰੀ ਪ੍ਰੋਫੈਸ਼ਨਲਿਜ਼ਮ ਮੇਰੇ ਕੋਲ ਮਨੀ ਕਿੰਨੀ ਹੈ ਮੇਰਾ ਫੀਜ਼ੇਬਿਲਿਟੀ ਦੇ ਵਿੱਚ ਮੇਰੇ ਕਸਟਮਰ ਕੌਣ ਹੋਣਗੇ ਉਹਦੇ 'ਤੇ ਕਿੰਨਾ ਕੰਮ ਹੋਣਾ ਚਾਹੀਦਾ ਜੀ ਹਾਂਜੀ ਉਹ ਸਾਰੀਆਂ ਚੀਜ਼ਾਂ ਜਿਹੜੇ ਤੁਸੀਂ ਕਹਿੰਦੇ ਪਹਿਲਾਂ ਸੋਚਣਾ ਪੈਂਦੇ ਪਰ ਈਚ ਬਿਜ਼ਨਸ ਇਜ਼ ਡਿਫਰੈਂਟ ਜੇ ਤੁਸੀਂ ਆਪ ਦਾ ਸ਼ੁਰੂ ਕਰਨਾ ਆਪ ਦਾ ਕੰਟਰੈਕਟਿੰਗ ਸ਼ੁਰੂ ਕਰਨੀ ਹੈ ਫਿਰ ਉਹ ਡਿਫਰੈਂਟ ਹੈ ਕੰਪਨੀ ਕਿਹੋ ਜਿਹੀ ਸੈਟਅਪ ਕਰਨੀ ਹੈ EMPLOYEE ਚਾਹੀਦੇ ਹੈ ਕਿ ਨਹੀਂ ਕੰਮ ਬਿਜ਼ਨਸ ਕਿਤਨਾ ਜੇ ਤੁਸੀਂ ਫਰੈਂਚਾਈਜ਼ ਬਾਏ ਕਰਦੇ ਹੋ ਡਿਫਰੈਂਟ ਸਟੋਰੀ ਉਹਦੇ ਵਿੱਚ ਫਿਰ ਤੁਹਾਨੂੰ ਸਾਰਾ ਫਰੈਂਚਾਈਜ਼ ਦੇ ਫਾਈਨੈਂਸ਼ੀਅਲਸ ਦੇਖਣੇ ਪੈਂਦੇ ਦੀ ਲੋਕੇਸ਼ਨ ਦਾ ਕੀ ਕਰਨਾ ਲੀਸਿੰਗ ਪ੍ਰੋਪਰਟੀ ਦੇ ਕਿੱਥੇ ਲੀਜ਼ ਕਰਨੀ ਹੈ ਜਾਂ ਬਾਏ ਕਰਨੀ ਹੈ ਰਿਕੁਆਇਰਮੈਂਟਸ ਕੀ ਹੈ ਫਾਈਨੈਂਸ਼ੀਅਲ ਰਿਕੁਆਇਰਮੈਂਟਸ ਕੀ ਵੀ ਕਿੰਨੇ ਪੈਸੇ ਹੋਣੇ ਚਾਹੀਦੇ ਸ਼ੁਰੂ ਕਰਨ ਨੂੰ ਜੇ ਫਰੈਂਚਾਈਜ਼ ਕਰਦੇ ਇੰਨੇ ਬਹੁਤ ਜ਼ਿਆਦਾ ਬਿਜ਼ਨਸ ਹਰਜੀਤ ਸਿੰਘ ਤੁਹਾਨੂੰ ਆਪ ਨੂੰ ਵੇਖਣਾ ਪੈਣਾ ਵੀ ਤੁਸੀਂ ਪਹਿਲਾਂ ਕਰ ਕੀ ਸਕਦੇ ਆ ਤੁਹਾਡੇ ਵਿੱਚ ਕੀ ਹੈ ਵੀ ਤੁਸੀਂ ਕਿਹੜੀਆਂ ਚੀਜ਼ਾਂ ਤੁਸੀਂ ਹੱਥ ਵਾਲੇ ਕੰਮ ਕਰਨ ਲਈ ਮਿਹਨਤ ਕਰਨ ਵਾਲੇ ਜਿਵੇਂ ਤੁਸੀਂ ਪਹਿਲਾਂ ਕਿਹਾ ਸੀ ਜਾਂ ਤੁਸੀਂ ਦਿਮਾਗ ਨਾਲ ਪੇਪਰ ਵਰਕ ਕਰਨ ਤੁਹਾਨੂੰ ਜ਼ਿਆਦਾ ਪਤਾ ਵੀ ਕਿਵੇਂ ਕਰਨਾ ਤੁਹਾਡੀ ਐਕਸਪੀਰੀਅੰਸ ਕੀ ਹੈ ਉਹਦੇ ਨਾਲ ਫਿਰ ਤੁਸੀਂ ਇਨਕਮ ਕਿਵੇਂ ਜਨਰੇਟ ਕਰ ਸਕਦੇ ਆ ਹੋਰ ਕੋਈ ਹੈਗੇ ਲੋਕ ਜਿਹੜੇ ਕਰਦੇ ਆ ਉਹ ਜੇ ਨਵੀਂ ਚੀਜ਼ ਹੈ ਕੋਈ ਆਨਲਾਈਨ ਬਿਜ਼ਨਸ ਸ਼ੁਰੂ ਕਰਨਾ ਉਹ ਦੈਟਸ ਅ ਹੋਲ ਡਿਫਰੈਂਟ ਥਿੰਗ ਰਾਈਟ ਵੀ ਉਹਦੇ ਲਈ ਕੀ ਚਾਹੀਦਾ ਕੀ ਨਹੀਂ ਚਾਹੀਦਾ ਆਈ ਮੀਨ ਐਸ ਟਾਈਮ ਆਪਣੇ ਕੰਟਰੀ ਦੇ ਵਿੱਚ ਆਈ ਮੀਨ ਦੁਨੀਆ ਵਿੱਚ ਵੇਖ ਲਓ ਜਿਹੜਾ ਟੈਕਨੋਲੋਜੀ ਤੇ ਇਨੋਵੇਸ਼ਨ ਇੰਨੀ ਹੋ ਜਾਂਦੀ ਹੈ ਵੀ ਤੁਸੀਂ ਜਿਹੜਾ ਮਰਜ਼ੀ ਸ਼ੁਰੂ ਕਰ ਸਕਦੇ ਆ ਇਸ ਟਾਈਮ ਮਾਈ ਬਲੀਫ ਮੇਰੀ ਪਰਸਨਲ ਬਲੀਫ ਹੈ ਜੇ ਤੁਸੀਂ ਕੋਈ ਬਿਜ਼ਨਸ ਕਰਨਾ ਚਾਹੁੰਦਾ ਨਾਓ ਇਜ਼ a good time to explore it ਤੇ ਦੇਖੋ ਜੇ ਤੁਸੀਂ ਰਿਸਕ ਹੈਂਡਲ ਕਰ ਸਕਦੇ ਬਿਕਾਜ਼ ਬਿਜ਼ਨਸ ਫੇਲ ਵੀ ਬਹੁਤ ਹੁੰਦੇ ਆ ਜਿਹੜੇ ਸਕਸੈਸਫੁਲ ਬਿਜ਼ਨਸ ਉਹ ਆਪਾਂ ਨੂੰ ਦੱਸਦੇ ਆ ਜੋ ਰੋਡ ਤੇ ਜੋ ਡਰਾਈਵ ਕਰਦੇ ਸਕਸੈਸਫੁਲ ਬਿਜ਼ਨਸ ਆਪਾਂ ਨੂੰ ਦੱਸ ਪਰ ਰੋਡ ਬਿਜ਼ਨਸ ਫੇਲ ਵੀ ਬਹੁਤ ਹੁੰਦੇ ਆ ਤੇ ਉਹ ਫੇਲਿਅਰਸ ਤੋਂ ਵੀ ਸਿੱਖਣਾ ਚਾਹੀਦਾ ਬੁੱਕਾਂ ਪੜ੍ਹ ਕੇ ਵੀ ਉਹ ਫੇਲ ਹੋਏਗਾ ਤਾਂ ਕੀ ਹੋਇਆ ਉਹਨਾਂ ਨੂੰ
ਤੇ ਫਿਰ ਉਸ ਚੀਜ਼ਾਂ ਫਿਰ ਤੁਸੀਂ ਅਵੋਇਡ ਕਰ ਸਕਦੇ ਹੋ। ਪਰ ਜੇ ਕੋਈ ਨਵਾਂ ਬਿਜ਼ਨਸ ਖੋਲਣਾ, ਕੋਈ ਨਵੀਂ ਚੀਜ਼ ਵੇਚਣੀ ਆ ਜਾਂ ਕੁਝ ਕਰਨਾ, ਰਾਈਟ ਨਾਓ I mean, opportunity ਇੰਨੀ ਹੈਗੀ ਆ ਬਿਕਾਜ਼ ਤੁਸੀਂ ਜਿੱਥੇ ਮਰਜ਼ੀ ਵੇਚ ਸਕਦੇ ਹੋ। ਆਏ ਨਹੀਂ ਵੀ ਤੁਸੀਂ ਕੱਲੇ ਸਰੀ ਵਿੱਚ ਵੇਚ ਸਕਦੇ, ਕੱਲੇ ਆਵਸ ਵਿੱਚ ਵੇਚ ਸਕਦੇ, ਤੁਸੀਂ ਸਾਰੀ ਦੁਨੀਆ ਨੂੰ ਵੇਚ ਸਕਦੇ। ਅੱਛਾ ਗਿੱਲ ਸਾਹਿਬ, ਇੱਕ ਹੋਰ ਦੱਸਿਓ ਕਿ ਜਦ ਬਿਜ਼ਨਸ ਸ਼ੁਰੂ ਕਰਨ ਲਈ ਪੈਸੇ ਚਾਹੀਦੇ ਨੇ, ਪੈਸੇ ਡਾਲਰ ਤੁਹਾਡੇ ਕੋਲ ਕਈ ਵਾਰ ਘੱਟ ਹੁੰਦੇ ਨੇ, ਤੁਸੀਂ ਆਪਣਾ ਜ਼ਿੰਦਗੀ ਦੇ ਵਿੱਚ ਕੁਝ ਕੋਲੈਟਰਲ ਕਰ ਦਿੰਦੇ ਹੋ, ਜਿਹਦੇ 'ਚ ਘਰ ਹੈ, ਘਰ 'ਤੇ ਲਾਈਨ ਆਫ ਕ੍ਰੈਡਿਟ ਸਿਕਿਉਰਡ ਲੈ ਲਈ, ਕੁਛ ਹੋਰ ਕਿਤੇ ਬਾਉਂਡ ਕਰ ਦਿੱਤਾ, ਤੇ ਬਿਜ਼ਨਸ ਨਾ ਚੱਲਿਆ, ਤੁਹਾਡੇ ਸਿਰ ਦੀ ਛੱਤ ਨੂੰ ਵੀ ਪ੍ਰੋਬਲਮ ਹੋ ਸਕਦੀ ਹੈ। ਬਿਜ਼ਨਸ ਸ਼ੁਰੂ ਕਰਨ ਡਿਪੈਂਡ ਕਰਦਾ ਹੈ ਵੀ ਕਿਹੜੇ ਲੈਵਲ ਦਾ ਕਿੰਨੀ ਮਨੀ ਚਾਹੀਦੀ ਹੈ। ਉਹਦੇ ਲਈ ਬਿਜ਼ਨਸ ਸ਼ੁਰੂ ਕਰਨ ਤੋਂ ਪਹਿਲਾਂ ਕਿਹੜੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਸੇਫ ਕਰਨੀਆਂ ਚਾਹੀਦੀਆਂ ਨੇ ਸ਼ੁਰੂ ਕਰਨ ਤੋਂ ਪਹਿਲਾਂ? I mean, ਸੇਫ ਤਾਂ ਸਾਰਾ ਕੁਝ ਕਰਨਾ ਚਾਹੀਦਾ। ਤਾਂ ਵਕੀਲ ਨਾਲ ਤੁਸੀਂ ਜਦੋਂ ਕੰਪਨੀ ਸੈਟਅਪ ਕਰਦੇ ਹੋ ਉਹ ਸੈਟਅਪ ਕਰਨੀ ਚਾਹੀਦੀ ਹੈ ਉਹ ਤਰੀਕੇ ਦੇ ਨਾਲ ਵੀ, ਜੇ ਬਾਈ ਚਾਂਸ ਕੋਲੈਟਰਲ ਦੇਣੀ ਵੀ ਪੈਂਦੀ, ਕਿਹੜੀ ਕੋਲੈਟਰਲ ਦੇ ਕਿਹੜੀ ਨਹੀਂ। ਪਰ ਮੋਸਟ ਫਾਈਨੈਂਸਿੰਗ ਜਦੋਂ ਬਿਜ਼ਨਸ ਸ਼ੁਰੂ ਕਰਦਾ ਕੋਈ, ਉਹ ਆਪਦੇ ਪਾਸੇ ਜਾਂ ਆਪਦੇ ਜਿਹੜੇ ਜਾਣਦੇ ਫੈਮਿਲੀ ਮੈਂਬਰਸ ਤੋਂ ਜਾਂ ਹੋਰ ਕਿਸੇ ਤੋਂ ਜਿੰਨੇ ਫੜ ਸਕਦੇ, ਜਿੰਨੇ ਬੋਰੋ ਕਰ ਸਕਦੇ, ਬਿਜ਼ਨਸ ਮੋਸਟਲੀ ਔਂ ਸ਼ੁਰੂ ਹੁੰਦੇ। ਕਿ ਜੇ ਬੈਂਕ ਨੂੰ ਜਾਂਦੇ ਆ ਲੋਨ ਲਈ, ਜੇ ਹਾਂ ਫਰੈਂਚਾਈਜ਼ ਹੈਗੀ ਆ ਜਾਂ ਉਹ ਜੇ ਐਸਟੈਬਲਿਸ਼ ਬਿਜ਼ਨਸ ਹੋਣ, ਉਹਦੇ ਲਈ ਸੌਖਾ। ਪਰ ਜਿਹੜਾ ਕੋਈ ਨਵਾਂ ਬਿਜ਼ਨਸ ਕੋਈ ਖੋਲਦਾ, ਤੁਹਾਨੂੰ ਯੂਜਲੀ 10 ਸਾਲ ਦੇ ਰੈਕਰਡ ਚਾਹੀਦੇ ਬਿਜ਼ਨਸ ਦੇ, ਤੇ ਫਿਰ ਲੋਨ, ਬਿਜ਼ਨਸ ਲੋਨ ਮਿਲ ਸਕਦਾ ਬੈਂਕਾਂ ਤੋਂ ਮੋਸਟ ਟਾਈਮਸ। ਬਿਕਾਜ਼ ਉਹ ਰੈਕਰਡਸ ਦੇ ਫਿਰ ਦਿਖਾਉਂਦੇ ਵੀ ਓਕੇ ਹਰੇਕ ਸਾਲ ਤੁਹਾਡੇ ਸੇਲਸ ਇੰਪਰੂਵ ਹੋਇਆ, ਹਰੇਕ ਸਾਲ ਤੁਹਾਡਾ ਪ੍ਰੋਫਿਟ ਇੰਪਰੂਵ ਹੋਇਆ, ਕੀ ਹੋਇਆ ਕੀ ਨਹੀਂ, ਤੇ ਪੈਸੇ ਕਾਹਦੇ ਲਈ ਚਾਹੀਦੇ ਆ। ਜੇ ਤੁਸੀਂ ਲਾਈਕ ਹੋਰ ਵੀ ਹੈਗੇ ਆਰਗੇਨਾਈਜੇਸ਼ਨ, ਜੇ ਤੁਸੀਂ 20,000 ਦਾ ਲੋਨ ਲੈਣਾ ਜਾਂ ਘੱਟ ਲੈਣਾ, ਉਹ ਤੁਹਾਨੂੰ ਰਿਸਰਚ ਕਰਨਾ ਪਊਗਾ। ਪਰ ਉਹ ਵੀ ਹੈਗੇ ਵੀ ਜੇ ਤੁਸੀਂ ਨਵਾਂ ਬਿਜ਼ਨਸ ਸ਼ੁਰੂ ਕਰਨਾ ਹੈ ਨਹੀਂ ਗੇ ਤੁਹਾਡੇ ਕੋਲ ਪੈਸੇ, ਵੀ ਉਹ ਕਿੱਥੋਂ ਤੁਹਾਨੂੰ ਸੀਡ ਕੈਪੀਟਲ ਕਿੱਥੋਂ ਮਿਲ ਸਕਦੀ ਹੈ। ਪਰ ਉਹ ਤੋਂ ਪਹਿਲਾਂ ਆਲ ਕੰਪਨੀਜ਼ ਜਾਂ ਜਿਹਨੇ ਤੁਹਾਨੂੰ ਪੈਸੇ ਦੇਣੇ, ਬਿਜ਼ਨਸ ਪਲਾਨ ਦੇਖਣਾ ਚਾਹੋਗੇ। ਸੋ ਪਹਿਲਾਂ ਆਪਦਾ ਬਿਜ਼ਨਸ ਪਲਾਨ ਬਣਾਓ ਵੀ ਤੁਸੀਂ ਕਰਨਾ ਕੀ ਹੈ, ਕਿੱਥੇ ਕਰਨਾ, ਕਸਟਮਰ ਕੌਣ ਆ, ਪੈਸੇ ਕਿੰਨੇ ਚਾਹੀਦੇ ਆ, ਜੇ ਤੁਸੀਂ ਹੋਰ ਕੁਛ ਚੀਜ਼ ਵੇਚਣੀ ਆ ਉਹ ਸਮਾਨ ਕਿੱਥੋਂ ਲੈ ਕੇ ਆਉਣਾ, ਉਹ ਸਾਰੀਆਂ ਚੀਜ਼ਾਂ ਤੁਹਾਨੂੰ ਬਿਜ਼ਨਸ ਪਲਾਨ ਦੇ ਵਿੱਚ ਪਾਉਣਾ ਪੈਣਾ ਪਹਿਲਾਂ। ਗਿੱਲ ਗਰੁੱਪ ਦੇ ਵੱਲੋਂ ਕੋਈ ਬਿਜ਼ਨਸ ਕਿਸੇ ਨੇ ਐਂਟਰਪ੍ਰੀਨਿਓਰਸ਼ਿਪ ਸ਼ੁਰੂ ਕਰਨੀ ਹੈ, ਅਖੀਰ 'ਚ ਇਹ ਦੱਸੋ ਵੀ ਤੁਸੀਂ ਐਜ਼ ਏ ਪ੍ਰੋਫੈਸ਼ਨਲ ਕੀ ਕਰ ਸਕਦੇ ਹੋ ਇੱਕ ਨਵੇਂ ਬਿਜ਼ਨਸ ਲਈ? ਨਵੇਂ ਬਿਜ਼ਨਸ ਲਈ ਤਾਂ ਇਟਸ ਅ ਬਿਟ ਹਾਰਡਰ। ਜਿਹੜੇ ਐਗਜ਼ਿਸਟਿੰਗ ਬਿਜ਼ਨਸ ਓਨਰ ਆ, existing business like pension plan ਆਪਦਾ ਸ਼ੁਰੂ ਕਰਨਾ, we can help you set up pension plans। ਜਿਨ੍ਹਾਂ ਨੇ ਪੈਸੇ ਸੇਵ ਕੀਤੇ ਆ, ਹੁਣ ਉਹ ਵਰਕਿੰਗ ਕੈਪੀਟਲ ਲਈ ਨਹੀਂ ਚਾਹੀਦੇ ਬਿਜ਼ਨਸ ਦੇ ਵਿੱਚ, ਸਾਈਡ ਤੇ ਪਿਆ, ਉਹ ਵੀ ਇਨਵੈਸਟਮੈਂਟ ਕਰੀਏ। ਫਿਰ ਲੈਟਸ ਲੁੱਕ ਐਟ ਵੀ ਕੀ ਕਰ ਸਕਦੇ ਨੇ, ਉਹਦੇ ਤੋਂ ਵੀ ਇਨਕਮ ਜਨਰੇਟ ਕਰੀਏ। ਹੁਣ GIC ਰੇਟ ਤਾਂ ਆਪਣਾ ਪਤਾ ਕਿੰਨੇ ਲੋ ਆ, ਵੀ ਉਹਦੇ ਲਈ ਕਿਹੜੇ ਆਪਸ਼ਨ ਹੈਗੇ ਤੁਹਾਡੇ ਲਈ, ਤੁਹਾਡੇ ਫੈਮਿਲੀ ਲਈ, ਦੇਖਣ ਨੂੰ ਵੀ ਇਨਕਮ ਜਨਰੇਟ ਕਰੀਏ ਇਹਦੇ ਨਾਲ ਗਰੋਥ ਜਾਂ ਬਹੁਤ ਜ਼ਿਆਦਾ ਆਪਸ਼ਨਸ ਹੈਗੇ ਆ ਇਸ ਟਾਈਮ। ਹਰਜੀਤ ਸਿੰਘ, ਜਿਨ੍ਹਾਂ ਨੇ ਮਿਹਨਤ ਕਰਕੇ ਸੇਵਿੰਗਸ ਕੀਤੀਆਂ ਤੇ ਸੇਵਿੰਗਸ ਰੱਖੀਆਂ ਬੈਂਕ ਅਕਾਊਂਟਾਂ ਦੇ ਵਿੱਚ, ਹੁਣ ਬਹੁਤ ਜ਼ਿਆਦਾ ਆਪਸ਼ਨਸ ਹੈਗੇ ਵੀ ਤੁਸੀਂ ਸੇਫਲੀ ਦੇਖੋ ਵੀ ਕਿਵੇਂ ਆਪਦੇ ਪੈਸੇ ਗਰੋ ਕਰੋ। ਬਿਕਾਜ਼ ਹਾਂ ਠੀਕ ਹੈ ਸੇਫ ਰੱਖ ਲਏ ਤੁਸੀਂ, ਪਰ ਉਹਨੂੰ ਵੀ ਬਿਜ਼ਨਸ ਵਾਂਗੂ ਵੇਖੋ ਵੀ ਜਿਹੜੇ ਤੁਸੀਂ ਸੇਵਿੰਗਸ ਕੀਤੀ ਆ ਉਦੋਂ ਤੋਂ ਵੀ ਆਪਾਂ ਕੀ ਕਰ ਸਕਦੇ ਹਾਂ ਉਹਦੇ ਨਾਲ। ਬਿਲਕੁਲ ਜੀ, ਧੰਨਵਾਦ ਬਹੁਤ ਬਹੁਤ। 604 535 4722 ਦਾ ਗਿੱਲ ਗਰੁੱਪ .ca ਇਹ ਗਿੱਲ ਸਾਹਿਬ ਦੀ ਵੈਬਸਾਈਟ ਹੈ। ਤੁਸੀਂ ਕੁਛ ਵੀ ਆਪਣੀ ਇਨਵੈਸਟਮੈਂਟ ਜਾਂ ਕੁਛ ਫਾਈਨੈਂਸ਼ੀਅਲ ਪਲੈਨਿੰਗ, ਜਾਂ ਇਹ ਸਮਾਂ ਆ ਗਿਆ ਹੁਣ ਆਪਾਂ ਨੂੰ, ਕਿਉਂਕਿ ਬਹੁਤ ਕੁਛ ਮਹਿੰਗਾਈ ਹੋ ਗਈ, ਆਉਣ ਵਾਲੇ 20 ਸਾਲਾਂ 'ਚ ਤੁਸੀਂ ਕਿੱਥੇ ਜਾਣਾ ਹੈ ਉਹਦਾ ਕੋਈ ਨਾ ਕੋਈ ਤੁਹਾਨੂੰ ਟਾਰਗੇਟ ਮਿੱਥਣਾ ਪੈਣਾ। ਗਿੱਲ ਸਾਹਿਬ ਧੰਨਵਾਦ ਬਹੁਤ ਬਹੁਤ। ਥੈਂਕ ਯੂ ਹਰਜੀਤ ਸਿੰਘ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਵਪਾਰਕ ਸੰਦੇਸ਼। ਉਸ ਤੋਂ ਬਾਅਦ ਕੱਲ ਪੈਨੋਰਾਮਾ ਰਿਜ ਸਕੂਲ ਦੇ ਵਿੱਚ ਜਵਾਕਾਂ ਦੀ ਲੜਾਈ ਹੋਈ, ਉਹਦੇ ਬਾਰੇ ਅਖੀਰ 'ਚ ਮੈਂ 10 ਮਿੰਟ ਗੱਲ ਕਰਨੀ। ਕੱਲ ਸਰੀ ਦੇ ਪੈਨੋਰਾਮਾ ਰਿਜ ਸਕੂਲ ਨੂੰ ਬੰਦ ਕਰਨਾ ਪਿਆ, ਜਵਾਕਾਂ ਦੀ ਉੱਥੇ ਲੜਾਈ ਹੋਈ ਹੈ, ਪੁਲਿਸ ਨੇ 2 ਫੜ ਵੀ ਲਏ, ਸਟੈਬਿੰਗ ਹੋਈ ਹੈ, ਸ਼ੁਰੇਬਾਜ਼ੀ ਹੋਈ ਹੈ, ਵੀਡੀਓ ਵਾਇਰਲ ਹੋਈ ਹੈ, ਤੇ ਹੱਥ ਦੇ ਵਿੱਚ ਇੱਕ ਕਿਰਚ ਵਰਗੀ ਚੀਜ਼ ਮੁੰਡਾ ਫੜੀ ਫਿਰਦਾ, ਸਿਰ 'ਤੇ ਉਹਦੇ ਹੁੱਡੀ ਹੈ, ਲੜ ਰਹੇ ਨੇ, ਅੱਲੜ ਉਮਰ ਹੈ, ਤੇ ਵੀਡੀਓ ਦੇ ਵਿੱਚ ਤੁਸੀਂ ਪਛਾਣ ਵੀ ਸਕਦੇ ਹੋ ਬਈ ਕੌਣ ਨੇ ਇਹ ਜਵਾਕ। ਇਹਦੇ ਲਈ ਸਾਨੂੰ ਕੀ ਸੋਚਣਾ ਚਾਹੀਦਾ, ਕਮਿਊਨਿਟੀ ਦੇ ਤੌਰ 'ਤੇ ਕੀ ਗੱਲ ਕਰਨੀ ਚਾਹੀਦੀ ਹੈ? 604 204 0600। ਸੇਮ ਜੱਸੜ
ਬਹੁਤ ਵਧੀਆ ਗੱਲ ਕਹਿ ਰਿਹਾ। ਮੈਕਲਮ ਪੀਜ਼ਾ ਐਵਰਸਪੋਰਟ 'ਚ 604 746 3636 mccullumPizza.ca ਤੇ ਵੀ ਆਰਡਰ ਕਰ ਸਕਦੇ ਹੋ। ਫੋਨ ਨੰਬਰ ਵੀ ਘੁਮਾ ਸਕਦੇ ਹੋ, ਘੁਮਾਉਂਦਾ ਨਹੀਂ ਦੱਬਿਆ ਜਾਂਦਾ ਹੁਣ ਤਾਂ। 604 746 3636 $16 ਦੇ ਮੀਡੀਅਮ ਪੀਜ਼ੇ 2 ਘੱਲਦੇ ਨੇ। ਜਲ ਤੋਰੀ ਦੇ ਪਕੌੜੇ ਬਣਾਉਂਦੇ ਆ, ਮੱਛੀ ਦੇ ਪਕੌੜੇ ਬਣਾਉਂਦੇ ਆ, ਤੇ ਬਫਲੋ ਵਿੰਗਸ। 604 746 3636 mccullumPizza.ca। ਕੱਲ YouTube ਤੇ ਪੋਲਟਰੀ ਵਾਲਿਆਂ ਦਾ, ਪ੍ਰੋਸੈਸਿੰਗ ਵਾਲਿਆਂ ਦਾ ਸਿਸਟਮ ਵੇਖਿਆ ਵੀ ਕਿਵੇਂ ਚੂਚਿਆਂ ਤੋਂ ਲੈ ਕੇ ਜਦ ਮੀਟ ਬਣਦਾ ਕੀ ਕਰਦੇ ਆ, ਸਾਰਾ ਕੁਝ ਇਹ ਬੈਲਟਾਂ ਤੇ ਕਰ ਦਿੱਤਾ। ਹੈਰਾਨੀ ਹੋ ਗਈ ਬਈ ਕਿੱਡੀ ਤੇਜ਼ੀ, ਜਦ ਉਹ ਪਲ ਰਹੇ ਸੀ, ਹੱਸ ਖੇਡ ਰਹੇ ਸੀ, ਉਹਨਾਂ ਨੂੰ ਨਹੀਂ ਸੀ ਪਤਾ ਵੀ ਇੱਥੋਂ ਮਿੱਤਰਾ ਬਾਹਰ ਨਹੀਂ ਜਾਣਾ, ਇਹ ਤਾਂ ਪਿੰਜਰਿਆਂ ਦੀ ਖੇਡ ਆ 20-25 ਦਿਨਾਂ ਦੀ। ਉਹਦੀ ਜਸਟੀਫਿਕੇਸ਼ਨ ਇਹ ਆ, ਕਹਿੰਦੇ ਮਰਨ ਲਈ ਹੀ ਪੈਦਾ ਹੋਏ ਸੀ।